ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम नाज़रीन ਤੇ ਜੀ ਆਇਆਂ ਨੂੰ ਸਾਡੇ ਅੱਜ ਦੇ ਪ੍ਰੋਗਰਾਮ ਅੱਜ ਦਾ ਮਹਿਮਾਨ ਵਿੱਚ ਇੱਕ ਵਾਰ ਫਿਰ ਖੁਸ਼ ਆਮਦੀਦ। ਨਾਜ਼ਰੀਨ, ਤੁਹਾਨੂੰ ਪਤਾ ਹੈ ਰਮਜ਼ਾਨ ਦਾ ਮਹੀਨਾ ਆਪਣੀਆਂ ਰਹਿਮਤਾਂ ਬਰਕਤਾਂ ਲੌਟਾ ਰਿਹਾ ਹੈ ਤੇ ਅਸੀਂ ਹਰ ਤਰੀਕੇ ਨਾਲ ਕੋਸ਼ਿਸ਼ ਇਹੀ ਕਰਨੀ ਹੈ ਕਿ ਰੱਬ ਤਾਲਾ ਤੇ ਉਹਦੇ ਰਸੂਲ ਸੱਲੱਲਾਹੁ ਅਲੈਹਿ ਵਆਲਿਹਿ ਵਸੱਲਮ ਨੂੰ ਆਪਣੇ ਅਮਲਾਂ ਨਾਲ ਰੋਜ਼ੇ ਨਮਾਜ਼ ਜ਼ਕਾਤ ਦੇ ਨਾਲ ਰਾਜ਼ੀ ਕਰੀਏ ਤੇ ਆਪਣੀ ਰੂਹਾਨੀਅਤ ਜਿਹੜੀ ਹੈ ਉਹਨੂੰ ਜਿੰਨਾ ਕੁ ਜਗਾ ਸਕਨੇ ਜਗਾਈਏ। ਤੇ ਤੁਹਾਡੇ ਨਾਲ ਹਾਜ਼ਰ ਪ੍ਰੋਫੈਸਰ ਸ਼ਫਾਕਤ ਅਲੀ ਤੇ ਡਾਕਟਰ ਮੁਤਜੱਲਾ ਸਾਹਿਬਾ। ਤੇ ਅੱਜ ਅਸੀਂ ਜਿਨ੍ਹਾਂ ਮਹਿਮਾਨਾਂ ਨੂੰ ਦਾਵਤ ਦਿੱਤੀ ਹੈ ਉਹਨਾਂ ਦੀ ਖਾਸੀਅਤ ਇਹ ਹੈ ਕਿ ਗਿਜ਼ਾਈਅਤ ਖਾਣ ਪੀਣ ਤੇ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਜੁੜੀ ਹੋਈ ਜਿਹੜੀ ਵੀ ਕਹਿ ਲਓ ਕਿ ਜੀ ਗੱਲ ਹੈ ਰੋਜ਼ੇ ਦੇ ਦੌਰਾਨ ਰਮਜ਼ਾਨ ਦੇ ਦੌਰਾਨ ਸਾਨੂੰ ਪਤਾ ਹੈ ਕਿ ਜੀ ਬਹੁਤ ਸਾਰੀਆਂ ਬਿਮਾਰੀਆਂ ਵੀ ਇੱਕਦਮ ਨਾਲ ਆ ਜਾਂਦਾ ਹੈ ਤੇ ਡਾਕਟਰਾਂ ਕੋਲ ਰਸ਼ ਲੱਗ ਜਾਂਦਾ ਹੈ। ਤੇ ਅਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਜਿਹੜੇ ਸਾਡੇ ਮਹਿਮਾਨ ਅੱਜ ਤਸ਼ਰੀਫ ਲਿਆਏ ਨੇ ਜਿਨ੍ਹਾਂ ਦਾ ਤਾਲੁਕ ਮੈਡੀਸਨ ਦੇ ਨਾਲ ਵੀ ਹੈ ਤੇ ਨਿਊਟ੍ਰੀਸ਼ਨਿਜ਼ਮ ਦੇ ਨਾਲ ਵੀ ਹੈ ਤੇ ਉਹਨਾਂ ਕੋਲੋਂ ਐਸੀਆਂ ਗੱਲਾਂ ਪੁੱਛੀਏ ਜਿਹੜੀਆਂ ਕਿ ਸਾਡੇ ਨਾਜ਼ਰੀਨ ਵਾਸਤੇ ਸੂਦਮੰਦ ਸਾਬਤ ਹੋਣ। ਤੇ ਸਾਡੇ ਪਹਿਲੇ ਮਹਿਮਾਨ ਉਹਨਾਂ ਨੂੰ ਜੀ ਆਇਆਂ ਨੂੰ ਆਖਾਂਗੇ ਡਾਕਟਰ ਇਜ਼ਹਾਰ ਖਾਨ ਸਾਹਿਬ, ਜਿਹੜੇ ਨਿਊਟ੍ਰੀਸ਼ਨਿਸਟ ਨੇ ਤੇ ਆਪਣੀ ਫੀਲਡ ਵਿੱਚ ਇੱਕ ਵਸੀ ਤਜਰਬਾ ਰੱਖਦੇ ਨੇ। ਡਾਕਟਰ ਸਾਹਿਬ ਜੀ ਆਇਆਂ ਨੂੰ। ਸਾਡੇ ਦੂਜੇ ਮਹਿਮਾਨ ਨੇ ਡਾਕਟਰ ਤਨਵੀਰ ਅਰਸ਼ਦ ਚੌਧਰੀ ਸਾਹਿਬ, ਜਿਹੜੇ ਕਿ BSc ਨੇ, MBBS ਨੇ, MD ਮੈਡੀਸਨ ਨੇ ਤੇ ਡਿਪਲੋਮਾ ਇਨ ਨਿਊਟ੍ਰੀਸ਼ਨ ਉਹਨਾਂ ਨੇ ਹਾਸਿਲ ਕੀਤਾ ਹੈ ਤੇ ਮੈਂਬਰ ਆਫ ਅਮਰੀਕਨ ਨਿਊਟ੍ਰੀਸ਼ਨ ਸੁਸਾਇਟੀ USA ਵੀ ਹੈਗੇ ਨੇ। ਡਾਕਟਰ ਸਾਹਿਬ ਤੁਹਾਨੂੰ ਵੀ ਜੀ ਆਇਆਂ ਨੂੰ ਜੀ। ਤੇ ਸਾਡੇ ਨਾਲ ਨੂਰ ਆਮਨਾ ਸਾਹਿਬਾ ਬਤੌਰ ਨਾਤ ਖਾਨ ਵੀ ਮੌਜੂਦ ਨੇ। ਨੂਰ ਸਾਹਿਬਾ ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ। ਡਾਕਟਰ ਸਾਹਿਬ, ਪ੍ਰੋਗਰਾਮ ਦਾ ਆਗਾਜ਼ ਕਰਨੇ ਇਸ ਸਵਾਲ ਨਾਲ ਕਿ ਜਦੋਂ ਵੀ ਰਮਜ਼ਾਨ ਸ਼ਰੀਫ ਆਉਂਦਾ ਹੈ ਤੇ ਇੱਕ ਲੰਬੀ ਤਾਦਾਦ ਜਿਹੜੀ ਹੈ ਖਾਸ ਤੌਰ 'ਤੇ ਉਹਨਾਂ ਬੰਦਿਆਂ ਦੀ ਜਿਨ੍ਹਾਂ ਨੂੰ ਕੋਈ ਮਿਹਦੇ ਦਾ ਮਸਲਾ ਹੁੰਦਾ ਹੈ ਉਹ ਵੱਧ ਜਾਂਦੀ ਹੈ ਤੇ ਰਸ਼ ਵੀ ਡਾਕਟਰਾਂ ਕੋਲ ਇਸੇ ਤਰ੍ਹਾਂ ਵੱਧ ਜਾਂਦਾ ਹੈ। ਤੇ ਉਹ ਕਿਹੜੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ 'ਤੇ ਅਮਲ ਕਰਕੇ ਅਸੀਂ ਇਸ ਚੀਜ਼ ਤੋਂ, ਇਸ ਬਿਮਾਰੀ ਤੋਂ ਬਚ ਸਕਦੇ ਹਾਂ, ਖਾਸ ਤੌਰ 'ਤੇ ਸਟੋਮਕ ਦੇ ਜਿਹੜੇ ਇਸ਼ੂਜ਼ ਨੇ? ਥੈਂਕ ਯੂ ਪ੍ਰੋਫੈਸਰ ਡਾਕਟਰ ਸਾਹਿਬ। ਪਿਛਲੇ ਪ੍ਰੋਗਰਾਮ 'ਚ ਜਿਸ ਤਰ੍ਹਾਂ ਅਸੀਂ ਗੱਲਬਾਤ ਕੀਤੀ ਕਿ ਦੀਨ ਨੇ ਸਾਨੂੰ ਬੜਾ ਅੱਛੇ ਤਰੀਕੇ ਨਾਲ ਗਾਈਡ ਕੀਤਾ ਹੈ, ਰਹਿਨੁਮਾਈ ਦਿੱਤੀ ਹੈ ਔਰ ਮੈਡੀਕਲ ਸਾਇੰਸ ਵੀ ਸਾਨੂੰ ਪ੍ਰੋਪਰ ਤਰੀਕੇ ਨਾਲ ਸਮਝਾਉਂਦੀ ਹੈ। ਰੋਜ਼ਾ ਜਿਹੜਾ ਹੈ ਬੇਸਿਕਲੀ ਅਗਰ ਅਸੀਂ ਨੂੰ ਟਰੂ ਸੈਂਸ ਸਹੀ ਸੈਂਸ ਅਸੀਂ ਅਡੋਪਟ ਕਰੀਏ ਤਾਂ ਡੈਫੀਨਿਟਲੀ ਸਾਡੀ ਬਾਡੀ ਦੀ ਓਵਰਹੋਲਿੰਗ ਹੁੰਦੀ ਹੈ, ਠੀਕ ਹੈ, ਡੀਟੌਕਸੀਫਿਕੇਸ਼ਨ ਹੁੰਦੀ ਹੈ। ਲੇਕਿਨ ਅਸੀਂ ਇਹਨੂੰ ਅਗਰ ਗਲਤ ਤਰੀਕੇ ਨਾਲ ਆਪਣੀ ਡਾਈਟ ਲਵਾਂਗੇ ਔਰ ਇਹਨੂੰ ਸਹੀ ਤਰੀਕੇ ਨਾਲ ਨਹੀਂ ਇਹਨੂੰ ਆਪਣੀ ਮੈਨੇਜਮੈਂਟ ਕਰਾਂਗੇ ਰੋਜ਼ੇ ਦੀ ਤੇ ਫਿਰ ਸਾਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਸਕਦਾ ਹੈ, ਠੀਕ ਹੈ, ਜਿਹੜਾ ਅਕਸਰ ਹੁੰਦਾ ਹੈ ਸਾਨੂੰ ਨਾ, ਠੀਕ ਹੈ। ਉਹਦੇ 'ਚ ਸਭ ਤੋਂ ਇੰਪੋਰਟੈਂਟ ਹੈ ਕਿ ਤੁਹਾਡੀ ਜਿਹੜੀ ਸਹਿਰੀ ਹੈ, ਸਹਿਰੀ ਅਸੀਂ ਇੰਨੀ ਓਵਰਲੋਡਡ ਕਰ ਲੈਂਦੇ ਹਾਂ, ਠੀਕ ਹੈ। ਮਿਹਦੇ ਦੇ ਜਿੰਨੇ ਅਮਰਾਜ਼ ਨੇ ਉਹਨਾਂ 'ਚ ਸਭ ਤੋਂ ਵੱਡੀ ਵਜ੍ਹਾ ਜਿਹੜੀ ਨਾ ਓਵਰ ਈਟਿੰਗ ਹੈ, ਨੰਬਰ 1। ਉਸ ਤੋਂ ਬਾਅਦ ਗਲਤ ਖਾਣਿਆਂ, ਠੀਕ ਹੈ, ਅਸੀਂ ਜ਼ਿਆਦਾ ਜਿਸੇ ਕਹਿੰਦੇ ਫਰਾਈਡ ਚੀਜ਼ਾਂ ਖਾਂਦੇ ਹਾਂ, ਮਸਾਲੇਦਾਰ ਚੀਜ਼ਾਂ ਖਾਂਦੇ ਹਾਂ, ਇਹ ਕਿਸੇ ਤਰੀਕੇ ਨਾਲ ਵੀ ਸਾਡੇ ਸਟਮਕ ਵਾਸਤੇ ਬਿਹਤਰ ਨਹੀਂ ਹੈ, ਠੀਕ ਹੈ। ਜਿਸ ਤਰ੍ਹਾਂ ਰਮਜ਼ਾਨ ਦਾ ਮਹੀਨਾ ਹੈ, ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਹੈ ਕਿ ਤੁਸੀਂ ਆਪਣੇ ਜਿਹੜਾ ਕਿ ਮੈਦਾ ਹੈ, ਠੀਕ ਹੈ, ਉਹਦੇ ਪੇਟ ਦੇ ਆਪਣੇ ਇੱਕ ਤੋਂ ਜ਼ਿਆਦਾ ਹਿੱਸੇ ਕਰਨੇ ਨੇ, ਪਾਣੀ ਦਾ ਕਰਨਾ ਹੈ, ਖਾਣੇ ਦਾ ਕਰਨਾ ਹੈ, ਸਾਂਸ ਦਾ ਕਰਨਾ ਹੈ, ਠੀਕ ਹੈ। ਲੇਕਿਨ ਅਸੀਂ ਜਿਹੜਾ ਨਾ ਉਹ ਕਿਸੇ ਕਿਸਮ ਦੀ ਕੋਈ ਜਗ੍ਹਾ ਨਹੀਂ ਛੱਡਦੇ, ਅਸੀਂ ਫੁੱਲ ਖਾਣੇ ਨਾਲ ਹੀ ਸਾਰਾ ਸਾਬਤ ਕਰ ਲੈਂਦੇ, ਉਹ ਤੇ ਸਾਹ ਲੈਣ ਦੀ ਵੀ ਜਗ੍ਹਾ ਨਹੀਂ ਰਹਿੰਦੀ, ਠੀਕ ਹੈ। ਤੇ ਅਸੀਂ ਕੋਈ ਇਨਸਾਨਾਂ ਵਾਲਾ ਕੰਮ ਕਰਨਾ ਚਾਹੀਦਾ ਸਾਨੂੰ ਇਨਸਾਨ ਹੋਣ ਦੇ ਨਾਤੇ। ਤੇ ਇਸ ਹਵਾਲੇ ਨਾਲ ਇਹ ਬਹੁਤ ਅਹਿਮ ਹੈ ਕਿ ਅਸੀਂ ਸੁਨਨਤ 'ਤੇ ਅਮਲ ਕਰਨਾ ਸਿੱਖੀਏ, ਨੰਬਰ 1। ਉਸ ਤੋਂ ਬਾਅਦ ਜਿਸ ਤਰ੍ਹਾਂ ਕਿਹਾ ਕਿ ਪਾਣੀ ਦੇ ਹਵਾਲੇ ਨਾਲ ਪਾਣੀ ਪਹਿਲੇ ਪੀਣਾ ਹੈ, ਉਸ ਤੋਂ ਬਾਅਦ ਜ਼ਿਆਦਾ ਨਹੀਂ ਪੀਣਾ, ਠੀਕ ਹੈ। ਤੇ ਇਹ ਬਹੁਤ ਅਹਿਮ ਚੀਜ਼ਾਂ ਨੇ। ਔਰ ਉਸ ਤੋਂ ਬਾਅਦ ਤੁਸੀਂ ਅਗਰ ਜਿਸ ਤਰ੍ਹਾਂ ਸ਼ਾਮ ਅਫਤਾਰੀ ਕਰਦੇ ਹੋ, ਅਫਤਾਰੀ ਅਗਰ ਚੂँਕਿ ਗਰਮੀਆਂ ਨੇ ਅੱਜ ਕੱਲ੍ਹ ਇੰਤਹਾਈ ਜ਼ਿਆਦਾ ਗਰਮੀ 'ਚ ਬਾਹਰੋਂ ਆਉਂਦੇ, ਉਸ ਤੋਂ ਬਾਅਦ ਫੁੱਲ ਯਖ ਠੰਡਾ ਪਾਣੀ ਅਸੀਂ ਪੀਣਾ, ਠੀਕ ਹੈ। ਉਸ ਚੀਜ਼ ਦੇ ਵਾਲੇ ਨਾਲ ਬਹੁਤ ਜ਼ਿਆਦਾ ਤੁਹਾਡੇ ਸਟਮਕ 'ਚ ਪ੍ਰੋਬਲਮ ਆਉਂਦੀ ਹੈ ਕਿਉਂਕਿ ਬਾਡੀ ਦਾ ਟੈਂਪਰੇਚਰ ਜਿਹੜਾ ਹੈ ਔਰ ਅਗਰ ਤੁਸੀਂ ਬਹੁਤ ਜ਼ਿਆਦਾ ਠੰਡਾ ਪਾਣੀ ਜਾਂ ਸ਼ਰਬਤ ਜਾਂ ਕੋਈ ਚੀਜ਼ ਬਾਹਰੋਂ ਕਰੋਗੇ ਤਾਂ ਉਹਦਾ ਟੈਂਪਰੇਚਰ 'ਚ ਡਿਫਰੈਂਸਿਸ ਬਹੁਤ ਜ਼ਿਆਦਾ ਹੁੰਦਾ ਹੈ, ਤਾਂ ਉਹਦੀ ਵਜ੍ਹਾ ਤੋਂ ਵੀ ਸਟਮਕ ਜਿਹੜਾ ਹੈ ਉਹ ਪ੍ਰੋਬਲਮ 'ਚ ਆ ਜਾਂਦਾ ਹੈ। ਇੱਕ ਦੋ ਟਿਪਸ ਜਿਹੜੀਆਂ ਮੈਂ ਤੁਹਾਨੂੰ ਪਹਿਲੇ ਵੀ ਪ੍ਰੋਗਰਾਮ ਦੱਸੀਆਂ ਨੇ ਉਹ ਕਰਕੇ ਸਾਨੂੰ ਬਾਜ਼ ਔਕਾਤ ਸਾਡੀ ਰੈਗੂਲਰ ਜਿਹੜੀ ਡਾਈਟਸ ਨੇ ਉਹਨਾਂ 'ਚ ਸਭ ਤੋਂ ਜਿਹੜਾ ਆਮ ਤੌਰ ਤੇ ਇਸਤੇਮਾਲ ਕਰਦੇ हैं, दूध सोडा इस्तेमाल करते हैं, जी ठीक है। दूध ਜਿਹੜਾ हाँ जी हर दिल अजीज़, लेकिन हर दिल अजीज़ ਜਿਹੜਾ ਹੈ ਉਹ ਨੁਕਸਾਨਦੇਹ। ਉਹ ਤੁਸੀਂ ਜਿੰਨੇ ਵੀ ਫਿਜ਼ੀ ਡਰਿੰਕਸ ਨੇ ਉਹਦੇ ਵਿੱਚ ਤਕਰੀਬਨ 15 ਤੋਂ 20 ਚਮਚ ਇੱਕ ਸ਼ੂਗਰ ਦੇ ਕੰਟੈਂਟ ਹੁੰਦਾ ਤੇ ਇਹ ਦੇਖੋ ਇਹ ਕਿੰਨੇ ਖਤਰਨਾਕ ਹੈ। ਦੂਸਰਾ ਕਿ ਦੁੱਧ ਸੋਡਾ ਜਿਹੜਾ ਸਾਡਾ ਅਸੀਂ ਇਸਤੇਮਾਲ ਕਰਨੇ ਉਹ ਦੁੱਧ ਜਿਹੜਾ ਉਹਦੇ ਵਿੱਚ ਕੈਲਸ਼ੀਅਮ ਕੰਟੈਂਟ ਜਿਹੜਾ ਹੈ ਜਿਸ ਤਰ੍ਹਾਂ ਤੁਸੀਂ ਉਹਦੇ ਸੋਡਾ ਮਿਕਸ ਕਰੋਗੇ ਉਹ ਕੈਲਸ਼ੀਅਮ ਖਤਮ ਹੋ ਜਾਏਗੀ
ਉਹਦਾ ਸਾਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੁੰਦਾ ਹੈ। ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਜਿਹੜੇ ਮਸ਼ਰੂਬਾਤ ਇਸਤੇਮਾਲ ਕੀਤੇ ਨੇ ਉਹ ਸਾਨੂੰ ਬਿਲਕੁਲ ਭੁੱਲ ਗਏ ਨੇ, ਸਾਨੂੰ ਬਲਕਿ ਭੁੱਲ ਕੇ ਗਏ, ਸਾਨੂੰ ਪਤਾ ਹੀ ਨਹੀਂ। ਉਹਦੇ 'ਚ ਸਭ ਤੋਂ ਖੂਬਸੂਰਤ ਜਿਹੜਾ ਡਰਿੰਕ ਹੈ, ਜਿਹੜਾ ਰਮਜ਼ਾਨ ਦੇ ਮਹੀਨੇ 'ਚ ਅਸੀਂ ਇਸਤੇਮਾਲ ਕਰ ਸਕਨੇ ਔਰ ਆਪਣੇ ਬੱਚਿਆਂ ਨੂੰ ਵੀ ਅਸੀਂ ਉਹਦੇ ਤੇ ਆਦੀ ਬਣਾ ਸਕਨੇ, ਉਹਦਾ ਨਾਮ ਹੈ ਨਬੀਜ਼। ਨਬੀਜ਼ ਜਿਹੜਾ ਹੈ ਉਹ ਖਜੂਰ ਨਾਲ ਬਣਦਾ ਹੈ। ਤੁਸੀਂ ਰਾਤੀ ਖਜੂਰ ਭਿਗੋ ਦਿਓ, ਠੀਕ ਹੈ, ਧੋ ਕੇ ਭਿਗੋ ਦਿੱਤੀ, ਉਹ ਪਾਣੀ ਜਿਹੜਾ ਆਏਗਾ ਉਹਨੂੰ ਮੈਸ਼ ਕਰਕੇ ਗੁਟਲੀ ਕੱਢ ਕੇ ਉਹਨੂੰ ਗ੍ਰਾइंड ਕਰਕੇ ਉਹ ਤੁਸੀਂ ਇਸਤੇਮਾਲ ਕਰੋ। ਇੰਤਹਾਈ ज़्यादा न्यूट्रिशनिस्ट और ज़बरदस्त किस्म की इनकी ड्रिंक भी और डाइट भी है। जिन्ने ਤੁਹਾਡੇ इनकी फाइबर ਦੇ ਕੰਟੈਂਟ ਨੇ, ਠੀਕ ਹੈ, ਉਸ ਤੋਂ ਬਾਅਦ ਜਿੰਨੀ ਤੁਹਾਡੀ ਬੋਡੀ ਦੀ ਡੈਫੀਸ਼ੀਐਂਸੀਜ਼ ਨੇ ਉਹ ਖਜੂਰ ਨਾਲ ਪੂਰੀ ਹੋ ਸਕਦੀ। ਉਹਦਾ ਡਰਿੰਕ ਬਹੁਤ ਹੀ ਅੱਛੀ ਚੀਜ਼ ਹੈ, ਜ਼ਬਰਦਸਤ। ਉਸ ਤੋਂ ਇਲਾਵਾ ਤੁਸੀਂ ਸਹਿਰੀ ਦੇ ਵਿੱਚ ਔਰ ਅਫਤਾਰੀ 'ਚ ਵੀ ਯੂਜ਼ ਕਰ ਸਕਦੇ, ਲੇਕਿਨ ਸਹਿਰੀ ਸਪੈਸ਼ਲੀ ਜਿਹੜਾ ਹੈ ਉਹ ਇਨਕੀ ਨਬਵੀ ग़िज़ा ਜਿਹੜੀ ਹੈ ਉਹ ਤਲਬੀਨਾ ਹੈ। ਤਲਬੀਨਾ ਇਜ਼ ਅ ਵੰਡਰਫੁਲ ਡਾਈਟ ਜੀ, ਬਹੁਤ ਹੀ ਜ਼ਬਰਦਸਤ। ਇਹ ਇਨਕੀ ਲਾਈਕ ਤੁਹਾਡੀ ਡਿਪਰੈਸ਼ਨ ਤੋਂ ਲੈ ਕੇ ਤੁਹਾਡੇ ਸਟਮਕ ਦੇ ਇਸ਼ੂਜ਼ ਤੋਂ ਲੈ ਕੇ ਓਵਰਆਲ ਇੱਕ ਕਮਾਲ ਕਿਸਮ ਦੀ ਡਾਈਟ ਹੈ। ਜਿਹੜਾ ਬੇਸਿਕ ਜਿਹਦਾ ਕੰਟੈਂਟ ਹੈ ਉਹ ਜੌ ਹੈ, ਠੀਕ ਹੈ, ਬਾਰਲੇ, ਠੀਕ ਹੈ। ਇਹ ਤੁਸੀਂ ਬਿਲਕੁਲ ਆਰਾਮ ਨਾਲ ਘਰ 'ਚ ਸਿੱਧੇ ਤਰੀਕੇ ਨਾਲ, ਦੇਸੀ ਤਰੀਕੇ ਨਾਲ ਬਣਾ ਸਕਦੇ ਹੋ। ਉਹ ਜੌ ਦੀ ਖੀਰ ਤੁਸੀਂ ਇਸਤੇਮਾਲ ਕਰ ਸਕਦੇ ਹੋ ਔਰ ਜੌ ਦਾ ਕੰਟੈਂਟ ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਬਹੁਤ ਇਸਤੇਮਾਲ ਫਰਮਾਇਆ। ਇਸ ਤਰ੍ਹਾਂ ਤੁਸੀਂ ਜਿਹੜਾ ਅਫਤਾਰੀ 'ਚ ਉਹ ਜੌ ਸੱਤੂ ਜਿਹੜਾ ਹੈ, ਠੀਕ ਹੈ, ਉਹਨੂੰ ਸੱਤੂ ਔਰ ਸ਼ੱਕਰ ਅਗਰ ਉਹ ਇਸਤੇਮਾਲ ਕਰਦੇ ਹੋ, ਇਸ ਤਰ੍ਹਾਂ ਦੀ ਚੀਜ਼ਾਂ ਨੂੰ ਰਿਵਾਜ ਦੇਣ ਦੀ ਜ਼ਰੂਰਤ ਹੈ ਤੇ ਡੈਫੀਨਿਟਲੀ ਤੁਹਾਡਾ ਰੋਜ਼ੇ ਜਿਹੜੇ ਨੇ ਬਿਹਤਰ ਅੰਦਾਜ਼ ਗੁਜ਼ਰ ਸਕਦੇ। ਬਿਲਕੁਲ ਡਾਕਟਰ ਸਾਹਿਬ, ਹੁਣ ਤੁਹਾਡੇ ਕੋਲੋਂ ਸਵਾਲ ਕਰਾਂਗੇ, ਇਹ ਜਾਣਨਾ ਚਾਹਾਂਗੇ ਕਿ ਜਿਹੜੇ ਸ਼ੂਗਰ ਦੇ ਮਰੀਜ਼ ਹੈ, ਜਿਵੇਂ ਕਿ ਤੁਸੀਂ ਜਾਣਦੇ ਹੋ ਪਾਕਿਸਤਾਨ ਵਿੱਚ ਸ਼ੂਗਰ ਜ਼ਿਆਬੀਤਸ ਦੀ ਬਿਮਾਰੀ ਬਹੁਤ ਆਮ ਹੈ। ਅਗਰ ਸ਼ੂਗਰ ਜਿਵੇਂ ਹੀ ਜ਼ਿਆਦਾ ਹੁੰਦੀ ਜਾਂਦੀ ਹੈ, ਵੱਧਦੀ ਜਾਂਦੀ ਹੈ, ਬਿਮਾਰੀ ਪ੍ਰੋਗਰੈਸ ਹੋਵੇ ਤੇ ਮਰੀਜ਼ਾਂ ਨੂੰ ਨਾਲ ਕਿਡਨੀ ਇਸ਼ੂਜ਼ ਸ਼ੁਰੂ ਹੋ ਜਾਂਦੇ ਨੇ। ਹੁਣ ਇੱਕ ਐਸਾ ਮਰੀਜ਼ ਜਿਹਨੂੰ ਗੁਰਦਿਆਂ ਦਾ ਵੀ ਮਸਲਾ ਹੈ, ਸ਼ੂਗਰ ਦਾ ਵੀ ਮਸਲਾ ਹੈ, ਰੋਜ਼ੇ ਵਿੱਚ ਤਾਂ ਤੁਹਾਨੂੰ ਪਤਾ ਹੈ ਪਾਣੀ ਨਹੀਂ ਪੀਣਾ, ਪੂਰਾ ਲੰਬਾ ਦਿਹਾੜਾ ਕੱਟਣਾ ਹੈ, ਉਹ ਵਿਚਾਰੇ ਕੀ ਕਰਨ? ਸਭ ਤੋਂ ਪਹਿਲਾਂ ਤੁਹਾਡਾ ਸਵਾਲ ਹੈ ਕਿ ਸ਼ੂਗਰ ਔਰ ਗੁਰਦਿਆਂ ਦਾ ਮਰੀਜ਼ ਆਇਆ ਉਹ ਰੋਜ਼ਾ ਰੱਖ ਸਕਦਾ ਹੈ ਜਾਂ ਰੋਜ਼ੇ ਦੇ ਦੌਰਾਨ ਉਹ ਆਪਣੀ ਕੈਫੀਅਤ ਨੂੰ ਕਿਸ ਤਰ੍ਹਾਂ ਮੇਨਟੇਨ ਕਰੇਗਾ? ਬਿਲਕੁਲ ਸਿੰਪਲ ਅਲਫਾਜ਼ ਵਿੱਚ ਇਹ ਕਿ ਅਸੀਂ ਸ਼ੂਗਰ ਦਾ ਕੋਈ ਵੀ ਮਰੀਜ਼ ਆਂਦਾ ਜਾਂ ਗੁਰਦਿਆਂ ਦਾ ਕੋਈ ਵੀ ਮਰੀਜ਼ ਆਂਦਾ, ਬਾਜ਼ ਦਫਾ ਇਹ ਬਿਮਾਰੀਆਂ ਆਪਸ ਦੇ ਅੰਦਰ ਇੰਟਰਲਿੰਕ ਹੈ। ਸ਼ੂਗਰ ਹੋਏਗੀ ਤੇ ਆਟੋਮੈਟਿਕਲੀ ਤੁਹਾਨੂੰ ਗੁਰਦਿਆਂ ਦਾ ਮਸਲਾ ਹੋਏਗਾ, ਗੁਰਦਿਆਂ ਦਾ ਮਸਲਾ ਹੋਏਗਾ ਤੇ ਆਟੋਮੈਟਿਕਲੀ ਤੁਹਾਨੂੰ ਦਿਲ ਦਾ ਮਸਲਾ ਹੋਏਗਾ। ਕਿਉਂਕਿ ਇਹ ਪ੍ਰੋਪਰ ਇੱਕ ਨਿਜ਼ਾਮ ਹੈ ਖੂਨ ਦਾ ਜਿਹੜਾ ਤੁਹਾਡੀ ਬੋਡੀ ਦੇ ਅੰਦਰ ਚੱਲਦਾ ਹੈ, ਉਹਦੇ ਅੰਦਰ ਕਿਸੇ ਵੀ ਜਗ੍ਹਾ ਤੇ ਕੋਈ ਰੁਕਾਵਟ ਆਏਗੀ ਤਾਂ ਆਟੋਮੈਟਿਕਲੀ ਉਹ ਦੂਸਰੇ ਹਿੱਸੇ ਨੂੰ ਡੈਮੇਜ ਕਰੇਗੀ। ਬਿਲਕੁਲ ਇਸੇ ਤਰ੍ਹਾਂ ਹੁਣ ਚੂँਕਿ ਗਾਲਬਨ 12 ਤੋਂ 14 ਘੰਟੇ ਜਾਂ 14 ਤੋਂ 16 ਘੰਟੇ ਦੇ ਡਿਫਰੈਂਟ ਸਾਡੇ ਫਾਸਟ ਯਾਨੀ ਰਮਜ਼ਾਨ ਰੋਜ਼ੇ ਆਉਂਦੇ। ਅੱਜ ਦੇ ਦੌਰ ਦੀ ਅਸੀਂ ਗੱਲ ਕਰੀਏ ਤਾਂ ਤਕਰੀਬਨ 14 ਘੰਟੇ ਦਾ ਰੋਜ਼ਾ ਬਣੇਗਾ। ਔਰ ਐਸੀ ਕੈਫੀਅਤ ਦੇ ਅੰਦਰ ਅਗਰ ਕੋਈ CKD ਦਾ ਮਰੀਜ਼ ਹੈ ਯਾਨੀ ਕ੍ਰੋਨਿਕ ਕਿਡਨੀ ਡਿਜ਼ੀਜ਼ ਹੈ ਉਹਨੂੰ, ਜਾਂ ਡਾਇਬੀਟੀਜ਼ ਪੇਸ਼ੈਂਟ ਹੈ, ਪੁਰਾਣਾ ਮਰਜ਼ ਹੈ ਉਹਨੂੰ ਕੋਈ 5-7 ਸਾਲ ਤੋਂ, ਤੇ ਅਸੀਂ ਉਹਨੂੰ ਰੋਜ਼ਿਆਂ ਤੋਂ ਇੱਕ ਹਫ਼ਤਾ ਪਹਿਲੇ ਮੋਨੀਟਰ ਕਰਨਾ ਸ਼ੁਰੂ ਕਰ ਦਿੰਦੇ ਆਪਣੇ ਕਲੀਨਿਕ ਦੇ ਉੱਪਰ। ਔਰ ਸਾਡੇ ਕਲੀਨਿਕਲ ਟਰਾਇਲ ਦੇ ਅੰਦਰ ਜਿਹੜੇ ਸਾਡੇ ਐਕਸਪੀਰੀਅੰਸ ਹੁੰਦੇ ਉਹ ਅਸੀਂ ਇਸ ਤਰ੍ਹਾਂ ਦੇ ਚੈਨਲ ਦੇ ਉੱਪਰ ਉਹ ਆਪਣੇ ਵਿਊਅਰਸ ਦੇ ਨਾਲ ਸ਼ੇਅਰ ਕਰਦੇ ਹਾਂ। ਕਿਉਂਕਿ ਬੇਸਿਕਲੀ ਅਗਰ ਮੈਂ ਕੋਈ ਗਾਈਡਲਾਈਨ ਦੀ ਤੁਹਾਨੂੰ ਗੱਲ ਕਰਾਂਗਾ ਤੇ ਉਹ ਅਮਰੀਕਾ ਤੋਂ ਬਣੀ ਹੋਏਗੀ ਜਾਂ UK ਤੋਂ ਬਣੀ ਹੋਏਗੀ ਜਾਂ ਕਿਸੇ ਹੋਰ ਮੁਲਕ ਤੋਂ ਬਣੀ ਹੋਏਗੀ, ਤੇ ਉਹਨਾਂ ਦਾ ਤੇ ਮੇਰੇ ਮੁਲਕ ਦਾ ਮਾਹੌਲ ਡਿਫਰੈਂਟ ਹੈ, ਰਹਿਣ ਸਹਿਣ ਡਿਫਰੈਂਟ ਹੈ, ਮੁਆਸ਼ਰਤ ਡਿਫਰੈਂਟ ਹੈ। ਮੈਂ ਆਪਣੇ ਮੁਲਕ ਦੀ ਗੱਲ ਕਰਾਂਗਾ ਕਿਉਂਕਿ ਜਿਹੜੀ ਡੇਲੀ ਬੇਸਿਸ ਤੇ ਅਸੀਂ ਪ੍ਰੈਕਟਿਸ ਕਰਦੇ ਹਾਂ ਸਵੇਰ ਸ਼ਾਮ ਔਰ ਹਜ਼ਾਰਾਂ ਮਰੀਜ਼ਾਂ ਨੂੰ ਅਸੀਂ ਡੀਲ ਕਰਦੇ ਹਾਂ, ਉਹਦੇ ਅੰਦਰ ਜਿਹੜੀ ਕਰੰਟ ਕੰਪਲੇਨ ਆਉਂਦੀ ਹੈ ਉਹਨੂੰ ਮੈਂ ਕੋਸ਼ਿਸ਼ ਕਰਾਂਗਾ ਕਿ ਆਪਣੇ ਵਿਊਅਰ ਨੂੰ ਅਸੀਂ ਅੱਛੇ ਅੰਦਾਜ਼ ਦੇ ਨਾਲ ਸਮਝਾ ਦਈਏ। ਬਿਲਕੁਲ ਉਹਦੇ ਵਾਸਤੇ ਇਹ ਹੁੰਦਾ ਕਿ ਅਸੀਂ ਇੱਕ ਹਫ਼ਤਾ ਪਹਿਲੇ ਮੋਨੀਟਰ ਸ਼ੁਰੂ ਕਰਦੇ ਹਾਂ, ਯਾਨੀ ਉਹਨੂੰ ਦੇਖਭਾਲ ਸ਼ੁਰੂ ਕਰਦੇ ਨੇ, ਉਹਨੂੰ ਬੁਲਾਉਂਦੇ ਹਾਂ, ਉਹਦੀ ਸ਼ੂਗਰ ਸਕਰੀਨਿੰਗ ਲੈਂਦੇ ਹਾਂ, ਬਲੱਡ ਪ੍ਰੈਸ਼ਰ ਦੇਖਦੇ ਹਾਂ, ਉਹਦੇ ਗੁਰਦਿਆਂ ਦੇ ਵਾਸਤੇ ਅਸੀਂ RFT ਟੈਸਟ ਕਰਵਾਉਂਦੇ ਹਾਂ, ਯਾਨੀ ਉਹਦਾ ਰੀਨਲ ਫੰਕਸ਼ਨਲ ਟੈਸਟ ਦੇਖ ਕੇ ਅਸੀਂ ਦੇਖ ਲੈਂਦੇ ਹਾਂ ਕਿ ਇਹਦਾ ਯੂਰੀਆ ਕਿੰਨਾ, ਕ੍ਰੀਟਿਨਿਨ ਕਿੰਨਾ ਹੈ, ਇਹਦੇ ਗੁਰਦਿਆਂ ਦੀ ਮੁਕਦਾਰ ਔਰ ਕੈਫੀਅਤ ਕੀ ਹੈ। ਫਿਰ ਉਹਨੂੰ ਸਮਝਾਉਣ ਵਾਸਤੇ ਅਸੀਂ ਉਹਦੇ ਦਿਨ ਨੂੰ ਰਾਤ 'ਚ ਤਬਦੀਲ ਕਰਦੇ ਨੇ, ਰਾਤ ਨੂੰ ਦਿਨ 'ਚ ਕਰਦੇ ਨੇ। ਕਿਉਂਕਿ ਰੋਜ਼ਿਆਂ ਤੋਂ ਪਹਿਲੇ ਤੁਹਾਡੀ ਜਿਹੜੀ ਐਕਟੀਵਿਟੀ ਹੁੰਦੀ ਉਹ ਜ਼ਿਆਦਾ ਦਿਨ 'ਚ ਹੁੰਦੀ ਹੈ ਔਰ ਰਾਤ 'ਚ ਕਮ ਹੁੰਦੀ ਹੈ। ਜਦੋਂ ਤੁਹਾਡੇ ਰੋਜ਼ੇ ਸ਼ੁਰੂ ਹੋ ਜਾਂਦੇ ਤਾਂ ਤੁਹਾਡੀ ਦਿਨ ਵਾਲੀ ਐਕਟੀਵਿਟੀ ਮਾਈਨਸ ਹੋ ਜਾਂਦੀ ਹੈ ਔਰ ਉਹੀ ਐਕਟੀਵਿਟੀ ਤੁਹਾਡੀ ਰਾਤ 'ਚ ਹੋ ਜਾਂਦੀ ਹੈ। ਕਿਉਂਕਿ ਅਕਸਰ ਅੰਦਰੂਨ ਸ਼ਹਿਰ ਲਾਹੌਰ ਦੀ ਅਗਰ ਅਸੀਂ ਗੱਲ ਕਰੀਏ ਤੇ ਲੋਕ ਜਿਹੜਾ ਨਾ ਉਹ ਸੈਰੀ ਕਰਕੇ ਸੌਂਦੇ ਔਰ ਸੈਰੀ ਕਰਨ ਤੋਂ ਬਾਅਦ ਜਿਹੜਾ ਨਾ ਉਹ ਸੋ ਜਾਂਦੇ, ਫਿਰ ਅਫਤਾਰੀ ਤੋਂ 1 ਘੰਟਾ ਪਹਿਲੇ ਉੱਠ ਜਾਂਦੇ। ਤੇ ਇਹ ਰੋਜ਼ਿਆਂ ਤੋਂ ਪਹਿਲੇ ਦੀ ਜਿਹੜੀ ਰੂਟੀਨ ਹੁੰਦੀ ਹੈ, ਕਿਉਂਕਿ ਉਹ ਰਾਤ ਨੂੰ ਅਗਰ ਲੇਟ ਨਾਈਟ ਵੀ ਸੌਂਦੇ ਤਾਂ ਲੇਕਿਨ ਫਿਰ ਵੀ 11-12 ਵਜੇ ਉੱਠ ਜਾਂਦੇ। ਉਸ ਕੈਫੀਅਤ ਦੇ ਮੁਤਾਬਿਕ ਕਿਉਂਕਿ ਅਸੀਂ ਪਾਣੀ ਦੀ ਮੁਕਦਾਰ ਉਹਨਾਂ ਦੀ ਰਾਤ ਦੇ ਅੰਦਰ ਜ਼ਿਆਦਾ ਕਰਦੇ ਨੇ। ਅਗਰ ਉਹਨਾਂ ਨੂੰ ਲੱਗ ਰਿਹਾ ਹੁੰਦਾ ਕਿ ਇਹਨਾਂ ਦਾ ਕਿਡਨੀ ਜਾਂ ਯੂਰਨੀ ਬਲੈਡਰ ਦਾ ਕੋਈ ਇਸ਼ੂ ਆ ਰਿਹਾ ਤੇ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਰਾਤ ਦੇ ਟਾਈਮ ਜਿਹੜਾ ਨਾ ਡਰਿੰਕ ਵਾਟਰ ਦੇ ਅੰਦਰ ਲੋਕ ਸਾਡੇ ਕੋਲ ਆਉਂਦੇ ਕਿ ਪਾਣੀ ਪੀਣ ਨੂੰ ਦਿਲ ਨਹੀਂ ਕਰਦਾ, ਉਹਦੇ ਵਿੱਚ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਅਗਰ ਕੋਈ ਜੂਸ ਪੀ ਰਹੇ ਹੋ, ਦੁੱਧ ਪੀ ਰਹੇ ਹੋ, ਕੋਈ ਵੀ ਲਿਕਵਿਡ ਫਾਰਮ ਦੇ ਅੰਦਰ ਜਿਹੜੀ ਚੀਜ਼ ਤੁਹਾਡੀ ਬੋਡੀ ਦੇ ਅੰਦਰ ਜਾ ਰਹੀ ਹੈ, ਫਰੈਸ਼ ਚੀਜ਼ਾਂ ਹੋਣ, ਇਹ ਸਾਰੀਆਂ ਹੀ ਕਾਊਂਟ ਹੁੰਦੀਆਂ ਤੁਹਾਡੇ ਪਾਣੀ ਦੇ ਅੰਦਰ। ਔਰ ਜਦੋਂ ਉਹ ਪਾਣੀ ਜ਼ਿਆਦਾ ਪੀਏਗਾ ਤਾਂ ਉਹਦੇ ਗੁਰਦਿਆਂ ਦੀ ਮੁਕਦਾਰ, ਉਸ ਦਾ ਫਲੋ ਸਹੀ ਰਹੇਗਾ ਔਰ ਪ੍ਰੋਪਰ ਉਹ ਅੱਗੇ ਚੱਲ ਸਕੇਗਾ। ਸ਼ੂਗਰ ਵਾਲਾ ਬੰਦਾ ਜਿਹੜਾ ਹੈ, ਇੱਕ ਹਫ਼ਤਾ ਪਹਿਲੇ ਅਸੀਂ ਉਹਨੂੰ ਮੋਨੀਟਰ ਕਰਦੇ ਹਾਂ, ਉਹਦੀ ਸ਼ੂਗਰ ਨੂੰ ਬੈਲੈਂਸ ਕਰਦੇ ਹਾਂ ਔਰ ਉਹਦੀ ਜਿਹੜੀ ਖੁਰਾਕ ਸਵੇਰ ਵਾਲੀ ਹੁੰਦੀ ਉਹਨੂੰ ਅਸੀਂ ਸ਼ਾਮ ਵਿੱਚ ਲੈ ਜਾਂਦੇ, ਸ਼ਾਮ ਵਾਲੀ ਨੂੰ ਸਵੇਰ 'ਚ ਲੈ ਜਾਂਦੇ, ਜਾਂ ਬਾਜ਼ ਦਫਾ ਕੋਈ ਕੱਟ ਲਗਾ ਕੇ ਉਹਨੂੰ ਅਸੀਂ ਰੋਜ਼ਾ ਰਖਵਾ ਸਕਦੇ। ਬਿਲਕੁਲ
ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਉਮਦਾ ਤਰੀਕੇ ਨਾਲ ਤੁਸੀਂ ਗੱਲਾਂ ਦੱਸੀਆਂ ਨਾਜ਼ਰੀਨ ਨੂੰ। ਤੇ ਹੁਣ ਵੇਲਾ ਹੋਇਆ ਜੀ ਨਾਤ ਦਾ। ਨੂਰ ਆਮਨਾ ਜੰਜੂਆ ਸਾਹਿਬਾ ਦੀ ਆਵਾਜ਼ ਵਿੱਚ ਨਾਤੇ ਰਸੂਲ ਮਕਬੂਲ ਸੱਲੱਲਾਹੁ ਅਲੈਹਿ ਵਸੱਲਮ, ਤੇ ਫਿਰ ਛੋਟੀ ਜੀ ਬ੍ਰੇਕ। ਅਸੀਂ ਬੂਹਾ ਮੋਲ ਨਾ ਛੱਡਾਂਗੇ ਜਦ ਤੀਕ ਨਜ਼ਾਰਾ ਨਹੀਂ ਹੋਣਾ। ਅਸੀਂ ਇੱਕ ਦਰਵਾਜ਼ਾ ਮਲ ਬੈਠੇ ਨਿਤ ਹੋਰ ਪਸਾਰਾ ਨਹੀਂ ਹੋਣਾ। ਓ ਜਾਨ ਸਾਡੀ ਈਮਾਨ ਸਾਡਾ ਦੋ ਜਗ ਵਿੱਚ ਮਾਣ ਤਰਾਣ ਸਾਡਾ। ਅਸੀਂ ਕੌਣ, ਅਸੀਂ ਕੌਣ, ਅਸੀਂ ਕੌਣ ਉਹਦੇ ਬਿਨ ਨਬੀਆਂ ਤੇ ਵਲੀਆਂ ਦਾ ਗੁਜ਼ਾਰਾ ਨਹੀਂ ਹੋਣਾ। ਅਸੀਂ ਮੰਨਨੇ ਹਾਂ ਕਿ ਬਖਸ਼ਿਸ਼ ਦਾ ਦਰਵਾਜ਼ਾ ਮੂਲ ਨਾ ਖੁੱਲੇਗਾ। ਚੰਨ ਤੋੜਨ ਵਾਲੀ, ਚੰਨ ਤੋੜਨ ਵਾਲੀ ਉਂਗਲੀ ਦਾ ਜਦ ਤੀਕ ਇਸ਼ਾਰਾ ਨਹੀਂ ਹੋਣਾ। ਚੰਨ ਤੋੜਨ ਵਾਲੀ ਉਂਗਲੀ ਦਾ ਜਦ ਤੀਕ ਇਸ਼ਾਰਾ ਨਹੀਂ ਹੋਣਾ। ਐ ਜ਼ੁਹਦ ਤੇ ਤਕਵਾ ਲਾ ਈਮਾਨ ਦਾ ਪਾਣਾ ਹੈ ਮੁਸ਼ਕਿਲ। ਸਭ ਕੁਝ ਹੈ ਇਸ਼ਕ ਮੁਹੰਮਦ ਦਾ, ਸਭ ਕੁਝ ਹੈ ਇਸ਼ਕ ਮੁਹੰਮਦ ਦਾ। ਇਸ ਬਾਜ ਨਥਾਰਾ ਨਹੀਂ ਹੋਣਾ। ਸਭ ਕੁਝ ਹੈ इश्क मुहम्मद दा इस बाज नथारा नहीं होना असी हिक दरवाजा मल बैठे नित होर पसारा नहीं होना तेरे टुकड़ों पे पले हैं गैर की ठोकर
छोड़ के सदका तेरा असी हिक दरवाजा मल बैठे नित होर पसारा नहीं होना सी बूहा मूल ना छड़ांगे जद तीक नजारा नहीं होना। ਵੈਲਕਮ ਬੈਕ। ਪ੍ਰੋਗਰਾਮ ਅੱਜ ਦੇ ਮਹਿਮਾਨ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਦਫਾ ਫੇਰ ਜੀ ਆਇਆਂ ਨੂੰ ਕਹਿੰਦੇ ਆ ਤੇ ਹੁਣੇ ਹੀ ਸਾਨੂੰ ਜੁਆਇਨ ਕੀਤਾ ਇਸ ਪ੍ਰੋਗਰਾਮ ਵਿੱਚ ਹਦੀਆ ਨਾਤ ਪੇਸ਼ ਕਰਨ ਵਾਸਤੇ ਬਾਬਰਾ ਬਤੂਲ ਸਾਹਿਬਾ ਨੇ। ਜੀ ਅਸਲਾਮ ਅਲੈਕੁਮ, ਜੀ ਆਇਆਂ ਨੂੰ। ਬ੍ਰੇਕ ਤੇ ਜਾਣ ਤੋਂ ਪਹਿਲੇ ਨਾਜ਼ਰੀਨ, ਜਿਵੇਂ ਕਿ ਤੁਸੀਂ ਦੇਖ ਰਹੇ ਸੀ ਅਸੀਂ ਗੱਲਬਾਤ ਕਰ ਰਹੇ ਸੀ ਸਾਡੇ ਅੱਜ ਦੇ ਮਹਿਮਾਨ ਡਾਕਟਰ ਇਜ਼ਹਾਰ ਖਾਨ ਸਾਹਿਬ ਦੇ ਨਾਲ ਗਿਜ਼ਾ ਔਰ ਗਿਜ਼ਾਈਅਤ ਔਰ ਰੋਜ਼ੇ ਨੂੰ ਲੈ ਕੇ, ਤੇ ਗੱਲਬਾਤ ਦਾ ਸਿਲਸਿਲਾ ਉੱਥੋਂ ਹੀ ਜੋੜਾਂਗੇ। ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਰੋਂਗ ਮੈਥਡ ਆਫ ਫੂਡ ਇਨਟੇਕ, ਮਤਲਬ ਗਲਤ ਤਰੀਕੇ ਦੇ ਨਾਲ ਜੋ ਅਸੀਂ ਖੁਰਾਕ ਬਣ ਕੇ ਪਾਣੀ ਵੀ ਪੀਂਦੇ ਹਾਂ। ਤੇ ਹੁਣ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਾਂਗੀ ਕਿ ਐਵੇਂ ਤੇ ਫਿਰ ਅਫਤਾਰੀ 'ਚ ਬਹੁਤ ਰੋਂਗ ਕੰਬੀਨੇਸ਼ਨਸ ਵੀ ਇਸਤੇਮਾਲ ਹੁੰਦੇ ਨੇ, ਉਹਨਾਂ ਬਾਰੇ ਕੀ ਕਹੋਗੇ? ਹਾਂਜੀ, ਬੜੀ ਅੱਛੀ ਗੱਲ ਹੈ। ਸਾਨੂੰ ਹੁਣ ਪਹਿਲੇ ਗੱਲ ਹੋ ਸੀ ਕਿ ਲੋਕਾਂ ਨੂੰ ਅਸਰ ਨਹੀਂ ਹੁੰਦਾ ਜਿਹੜਾ ਨਾ ਕਿ ਜੋ ਮਰਜ਼ੀ ਸੁਣਦੇ ਰਹਿਣ, ਲੇਕਿਨ ਆਈ ਥਿੰਕ ਅਗਰ ਬਹੁਤ ਸੇ ਲੋਕ ਉਹਨਾਂ ਨੂੰ ਸਿੱਖਦੇ ਵੀ ਨੇ, ਸਾਰੇ ਲੋਕ ਨਹੀਂ ਸਮਝਦੇ, ਤੇ ਅਸੀਂ ਅਗਰ ਇਹ ਅਹਿਦ ਕਰ ਲਈਏ ਕਿ ਇਹ ਜਿਹੜਾ ਰਮਜ਼ਾਨ ਹੈ, ਇਸ ਰਮਜ਼ਾਨ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ 'ਚ ਪੋਜ਼ਿਟਿਵ ਚੇਂਜਸ ਲਿਆਉਣੀਆਂ ਨੇ। ਇੱਕ ਤੇ ਅਸੀਂ ਅੱਲਾਹ ਰੱਬੁਲ ਇੱਜ਼ਤ ਦੇ ਜ਼ਿਆਦਾ ਤੋਂ ਜ਼ਿਆਦਾ ਕਰੀਬ ਹੋਣਾ ਹੈ, ਅੱਲਾਹ ਦੇ ਨਬੀ ਸੱਲੱਲਾਹੁ ਅਲੈहि ਵਸੱਲਮ ਦੀ ਜਿਹੜੀ ਇਨਕੀ ਹੁਕਮ ਅਹਕਾਮ ਨੇ ਉਹਨਾਂ ਨੂੰ ਆਪਣੀ ਜ਼ਿੰਦਗੀਆਂ 'ਚ ਲਿਆਉਣਾ ਹੈ, ਮਕਸਦ ਇਹਦਾ ਹੈ। ਔਰ ਉਹਦੇ 'ਚੋਂ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਇਬਾਦਤ ਇੱਕ ਅਮਲ ਹੈ, ਲੇਕਿਨ ਸਾਡਾ ਜਿਹੜਾ ਤਰਜ਼ ਜ਼ਿੰਦਗੀ ਹੈ ਉਹ ਅਗਰ ਸੁन्नत नबी ਦੇ ਮੁਤਾਬਕ ਬਣ ਜਾਏ ਤਾਂ ਅਸਲ ਦੀਨ ਤੇ ਇਹੋ ਹੀ ਹੈ ਕਿ ਆਪਨੇ ਤਾਂ ਹਰ ਚੀਜ਼ ਦਾ ਤਰੀਕਾਕਾਰ ਦੱਸਿਆ। ਠੀਕ ਹੈ ਜੀ। ਉਹਦੇ 'ਚ ਰੋਂਗ ਕੰਬੀਨੇਸ਼ਨ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਹੁਣ ਤੁਸੀਂ ਦੇਖੋ ਕਿ ਸਾਇੰਟੀਫਿਕ ਰਿਸਰਚਸ ਵੀ ਨੇ, ਤਿੱਬ ਨਬਵੀ ਵੀ ਇਹੀ ਹੈ। ਪੂਰੀ ਦੁਨੀਆ ਜਿਹੜੇ ਅਕਵਾਮ ਨੇ, ਜਿਸ ਤਰ੍ਹਾਂ ਚਾਈਨਾ ਹੈ, ਉਹ ਰੀਜਨ ਹੈ, ਦੂਸਰੇ ਜੈਪਨੀਜ਼ ਨੇ, ਦੂਸਰੀ ਕੌਮਾਂ ਨੇ, ਉਹਨਾਂ ਨੇ ਸਭ ਨੇ ਆਪਣਾ ਇੱਕ ਸੈੱਟ ਪੈਟਰਨ ਬਣਾ ਲਿਆ। ਅਸੀਂ ਬਿਲਕੁਲ ਉਹਦੇ ਰਿਵਰਸ ਚੱਲ ਰਹੇ ਹਾਂ। ਇੱਕ ਤੇ ਸਾਡੇ ਸੌਣ ਦੇ ਔਕਾਤ, ਜਿਸ ਤਰ੍ਹਾਂ ਪਿਛਲੇ ਪ੍ਰੋਗਰਾਮ 'ਚ ਅਸੀਂ ਕੀਤਾ, ਹੁਣ ਇਹਦੇ 'ਚ ਪੂਰੀ ਦੁਨੀਆ ਜਿਹੜੀ ਜਿਨ੍ਹਾਂ ਨੂੰ ਸਮਝ ਹੈ, ਜਿਨ੍ਹਾਂ 'ਚ ਅੱਛੀ ਹੈਲਥ ਹੈਬਿਟਸ ਨੇ, ਜੈਪਨੀਜ਼ ਨੇ, ਚਾਈਨੀਜ਼ ਨੇ, ਦੂਸਰੇ ਲੋਕ ਨੇ, ਉਹਨਾਂ ਦੀ ਸਕਿਨ ਤੁਸੀਂ ਦੇਖੋ, ਉਹਨਾਂ ਦੇ ਹੈਲਥ ਸਟੈਂਡਰਡਸ ਦੇਖੋ, ਉਹਨਾਂ ਦੀ ਏਜਸ ਦੇਖੋ, ਠੀਕ ਹੈ, ਉਹਨਾਂ ਦੇ ਡਿਜ਼ੀਜ਼ਸ ਦੇ ਕੀ ਰੇਸ਼ੋਜ਼ ਦੇਖੋ। ਸਾਡਾ ਤੇ ਇੱਥੇ ਇਹ ਇੰਨੀ ਬੁਰੀ ਹਾਲਤ ਹੈ, ਸ਼ਾਇਦ ਪੂਰੀ ਦੁਨੀਆ ਦੇ ਵਨ ਆਫ ਦੀ ਟੌਪ 3 ਕੰਟਰੀ ਇਨ ਦ ਵਰਲਡ ਜਿਹੜੇ ਅਸੀਂ ਬਿਮਾਰੀਆਂ ਇੱਥੇ ਸਭ ਤੋਂ ਜ਼ਿਆਦਾ ਨੇ। ਉਹ ਰੋਂਗ ਕੰਬੀਨੇਸ਼ਨਸ ਨੇ ਔਰ ਗਲਤ ਤਰੀਕਾ ਖੁਰਾਕ ਨੇ। ਉਹਦੇ ਜਿਸ ਤਰ੍ਹਾਂ ਤੁਸੀਂ ਪੁੱਛਿਆ, ਉਹਦੇ 'ਚ ਅਸੀਂ ਜਿਹੜਾ ਹੈ ਉਹ ਖਾਣਾ ਗਰਮ ਫੁੱਲ ਖਾਣੇ ਜੀ, ਔਰ ਉੱਪਰੋਂ ਅਸੀਂ ਠੰਡੀ ਤਰੀਨ ਡਰਿੰਕ ਪੀਣੇ। ਠੀਕ ਹੈ, ਸ਼ਰਬਤ ਠੰਡਾ ਹੋਣਾ ਚਾਹੀਦਾ ਜੀ। ਉਹ ਸ਼ਰਬਤ ਹੋਵੇ, ਕੋਈ ਚੀਜ਼ ਅਸੀਂ ਇਵਨ ਦੇਸੀ ਚੀਜ਼ ਉਹ ਬਹੁਤ ਠੰਡਾ ਕਰਕੇ ਪੀਵਾਂਗੇ। ਇਹ ਇੰਤਹਾਈ ਜ਼ਿਆਦਾ ਗਲਤ ਤਰੀਕਾ ਹੈ ਕਿ ਗਰਮ ਤੁਸੀਂ ਜਦੋਂ ਖਾਣਾ ਖਾਓਗੇ, ਤੁਹਾਡਾ ਬਾਡੀ ਦਾ ਟੈਂਪਰੇਚਰ ਵੀ ਹੈ, ਉੱਤੋਂ ਤੁਸੀਂ ਠੰਡਾ ਤਰੀਨ ਪਾਣੀ ਪੀਓਗੇ ਤੇ ਤੁਹਾਡੇ ਸਟਮਕ ਦਾ ਇਸ਼ੂ ਤਾਂ ਹੋਣਾ ਹੈ। ਉਸ ਤੋਂ ਬਾਅਦ ਬਹੁਤ ਜ਼ਿਆਦਾ ਐਸਿਡਿਟੀ ਦੇ ਪ੍ਰੋਬਲਮ ਆਉਂਦੇ ਨੇ, ਫਿਰ ਅਲਸਰ ਦੇ ਕੀ ਐਡਵਾਂਸ ਸਟੇਜ ਅਲਸਰ ਦੇ ਇਸ਼ੂਜ਼ ਚਲੇ ਜਾਂਦੇ ਨੇ। ਇਹ ਸਾਡੀ ਰੈਗੂਲਰ ਗਰਮੀਆਂ 'ਚ ਹੈਬਿਟ ਵੀ ਹੈ। ਉਸ ਤੋਂ ਬਾਅਦ ਟੈਂਪਰੇਚਰ ਦਾ ਜਿਹੜਾ ਸਿਸਟਮ ਹੈ, ਅਸੀਂ ਫੌਰਨ ਗਰਮੀ ਤੋਂ ਆ ਕੇ ਬਾਹਰੋਂ ਤੇ ਅਸੀਂ ਜਿਹੜਾ ਫੌਰਨ ਠੰਡਾ ਤਰੀਨ ਪਾਣੀ ਪੀਣੇ, ਇਹ ਤੋਂ ਬਹੁਤ ਜ਼ਿਆਦਾ ਇਤਰਾਜ਼ ਕਰਨਾ ਚਾਹੀਦਾ। ਖਾਣਾ ਜਿਹੜਾ ਹੈ ਉਹਨੂੰ ਠੰਡਾ ਕਰਕੇ, ਯਾਨੀ ਨਾਰਮਲ ਟੈਂਪਰੇਚਰ ਤੇ ਲਿਆ ਕੇ ਖਾਣਾ ਚਾਹੀਦਾ। ਔਰ ਜਿਹੜਾ ਪਾਣੀ ਹੈ, ਅਸੀਂ ਅਗਰ ਥੋੜੀ ਜਿਹੀ ਇhtiyat ਕਰਨਾ ਸ਼ੁਰੂ ਕਰ ਦਈਏ, ਥੋੜੇ ਸਬਰ ਦਾ ਮੁਜ਼ਾਹਰਾ ਕਰੀਏ ਤੇ ਅਸੀਂ ਨਾਰਮਲ ਟੈਂਪਰੇਚਰ, ਠੀਕ ਹੈ, ਗਰਮ ਤੇ ਪਾਣੀ ਅਸੀਂ ਨਹੀਂ ਪੀਣਾ, ਉਹ ਅਸੀਂ ਬਿਲਕੁਲ ਨਹੀਂ ਕਰ ਸਕਦੇ, ਮੁਮਕਿਨ ਨਹੀਂ ਹੈ। ਇਸ ਵਾਸਤੇ ਕਹਿਣ ਦਾ ਫਾਇਦਾ ਨਹੀਂ ਹੈ। ਦੂਸਰੀ ਮੈਂ ਇੱਕ ਹੋਰ ਗੱਲ ਕਰਨਾ ਚਾਹਾਂਗਾ ਕਿ ਜਿੰਨੇ ਲੋਕ ਨੇ ਸਾਡੇ, ਉਹ ਅਗਰ ਮਿੱਟੀ ਦਾ ਜਿਹੜਾ ਬਰਤਨ ਹੈ, ਕੜਾ ਹੈ, ਠੀਕ ਹੈ, ਉਹ ਹੁਣ ਮਿੱਟੀ ਦੇ ਕੂਲਰ ਵੀ ਆ ਗਏ ਨੇ ਆਸਾਨੀ ਵਾਸਤੇ। ਠੀਕ ਹੈ, ਸਾਡੀ ਮਾਵਾਂ ਭੈਣਾਂ ਜਿਹੜੀਆਂ ਨੇ ਉਹ ਇਸਤੇਮਾਲ ਨਹੀਂ ਕੜਾ ਕਰਦੇ, ਕਹਿੰਦੇ ਪਾਣੀ ਕਿਸ ਤਰ੍ਹਾਂ ਪਾਵਾਂਗੇ, ਉਹ ਮਿੱਟੀ ਦੇ ਕੂਲਰ ਵੀ ਆ ਗਏ ਨੇ। ਤੁਸੀਂ ਅਗਰ ਪਾਣੀ ਨੂੰ ਮਿੱਟੀ ਦੇ ਬਰਤਨ 'ਚ ਰੱਖਦੇ ਹੋ ਨਾ, ਉਹਦਾ ਕੰਟੈਂਟ
ਉਹਦੇ ਇੰਗਰੀਡੀਐਂਟਸ ਔਰ ਉਹਦੀਆਂ ਜਿਹੜੀਆਂ ਕਿ ਉਹਦੀ ਖਸੂਸੀਆਤ ਨੇ ਉਹ 1000 ਗੁਣਾ ਜ਼ਿਆਦਾ ਵੱਧ ਜਾਂਦੀਆਂ ਨੇ। ਉਹਦੇ ਜਰਾਸੀਮ ਉਹ ਸੱਕ ਕਰ ਲੈਂਦਾ ਹੈ ਔਰ ਉਹ ਇੱਕ ਪ੍ਰੋਪਰ ਮਿਨਰਲ ਵਾਟਰ ਬਣ ਜਾਂਦਾ ਹੈ ਸਾਰੀ ਰਾਤ ਅਗਰ ਉਹ ਬਰਤਨ ਮਿੱਟੀ ਦੇ ਵਿੱਚ ਪਿਆ ਰਹੇ। ਅਗਰ ਤੁਸੀਂ ਉਸ ਮਿੱਟੀ ਦੇ ਬਰਤਨ ਨੂੰ ਪਾਣੀ ਨੂੰ ਇਸਤੇਮਾਲ ਕਰਨਾ ਸ਼ੁਰੂ ਕਰੋ ਤੁਹਾਡੀ ਸਿਹਤ ਵਾਸਤੇ ਬਹੁਤ ਜ਼ਿਆਦਾ ਬਿਹਤਰ ਹੈ। ਠੀਕ ਹੈ, ਇਸ ਤਰ੍ਹਾਂ ਤਲੀਆਂ ਚੀਜ਼ਾਂ ਜਿਹੜੀਆਂ ਉਹਨਾਂ ਤੋਂ ਪਰਹੇਜ਼ ਫਰਮਾਇਆ ਜਾਏ। ਠੀਕ ਹੈ, ਔਰ ਉਸ ਤੋਂ ਬਾਅਦ ਅੱਛੀਆਂ ਸਾਦਾ ਗ਼ਿਜ਼ਾ ਤੁਸੀਂ ਖਾਓਗੇ, ਤੁਸੀਂ ਦੇਖੋਗੇ ਤੁਹਾਨੂੰ ਰਮਜ਼ਾਨ ਦਾ ਫਾਇਦਾ ਪਹੁੰਚਣਾ ਸ਼ੁਰੂ ਹੋ ਜਾਏਗਾ। ਮਿੱਟੀ ਦੇ ਬਰਤਨ। ਦੂਸਰੀ ਮੈਂ ਜਿਹੜੀ ਚੀਜ਼ ਕਰਦਾ, ਬਹੁਤ ਸਾਰੇ ਲੋਕ ਕਹਿੰਦੇ ਨੇ ਸਾਨੂੰ ਕਮਜ਼ੋਰੀ ਹੋਣਾ ਸ਼ੁਰੂ ਹੋ ਗਈ, ਸਾਡੀ ਡਾਈਟ ਦਾ ਮਸਲਾ ਹੋ ਰਿਹਾ ਹੈ ਫਲਾਣਾ। ਉਹਦੇ 'ਚ ਮੈਂ ਇੱਕ ਤੁਹਾਨੂੰ ਅਗੇਨ ਹਰ ਪ੍ਰੋਗਰਾਮ 'ਚ ਟਿਪ ਹੁੰਦੀ ਸਾਡੀ, ਇਹਦੇ 'ਚ ਮੈਂ ਟਿਪ ਦੇਣਾ ਚਾਹਾਂਗਾ ਕਿ ਹੁਣ ਲੇਟੈਸਟ ਰਿਸਰਚ FDA ਨੇ ਕੀਤੀ ਹੈ, ਪੂਰੀ ਦੁਨੀਆ ਇਸ ਚੀਜ਼ ਤੇ ਮੰਨ ਵੀ ਰਹੀ ਹੈ ਕਿ ਇੱਕ ਪੌਦਾ ਹੈ ਸਾਡਾ, ਠੀਕ ਹੈ, ਉਹ ਜਿਹੜਾ ਪਾਕਿਸਤਾਨ 'ਚ ਵੀ ਬਹੁਤ ਜ਼ਿਆਦਾ ਹੁੰਦਾ, ਸਾਡੇ ਗਰਮ ਇਲਾਕਿਆਂ 'ਚ ਵੀ ਹੁੰਦਾ ਹੈ, ਉਹਦਾ ਨਾਮ ਹੈ ਸੁਹਾਂਜਣਾ। ਹਾਂਜੀ। ਔਰ ਮੋਰਿੰਗਾ ਉਹਨੂੰ ਕਹਿੰਦੇ ਨੇ। ਤੁਸੀਂ ਗੂਗਲ ਕਰੋ ਮੋਰਿੰਗਾ ਦੇ ਹਵਾਲੇ ਨਾਲ ਤੇ ਪੂਰੀ ਦੁਨੀਆ 'ਚ ਰਿਸਰਚਸ ਭਰੀਆਂ ਪਈਆਂ ਨੇ। ਇਹ ਇੱਕ ਐਸਾ ਪੌਦਾ ਹੈ, ਠੀਕ ਹੈ, ਜਿਹਦੇ ਜ਼ਰੀਏ ਤੁਸੀਂ ਤੁਹਾਡੀ ਬਾਡੀ ਦੀ ਜਿੰਨੀ ਡੈਫੀਸ਼ੀਐਂਸੀਜ਼ ਨੇ, ਕੈਲਸ਼ੀਅਮ ਦੀਆਂ ਨੇ, ਵਿਟਾਮਿਨਸ ਦੀਆਂ ਨੇ, ਮਿਨਰਲਸ ਦੀਆਂ ਨੇ, ਜਿੰਨੀ ਡੈਫੀਸ਼ੀਐਂਸੀਜ਼ ਨੇ ਉਹ ਤੁਹਾਡੀਆਂ ਸਿਰਫ ਇਹ ਇੱਕ ਜਿਹੜਾ ਪੌਦਾ ਹੈ ਇਹ ਪੂਰੀਆਂ ਕਰ ਦੇਗਾ। ਇਹਨੂੰ ਤੁਸੀਂ ਰੈਗੂਲਰ ਇਹਦਾ ਸ਼ੇਕ ਬਣਾ ਕੇ ਇਹਦੇ ਪੱਤੇ ਜਿਹੜੇ ਖੁਸ਼ਕ ਕਰਕੇ ਛਾਂ 'ਚ ਖੁਸ਼ਕ ਕਰਨੇ ਨੇ, ਧੁੱਪੇ ਨਹੀਂ ਕਰਨੇ। ਇਹ ਵੀ ਟਿਪ ਹੈ। ਅਗਰ ਤੁਸੀਂ ਧੁੱਪੇ ਖੁਸ਼ਕ ਕਰੋਗੇ ਉਹਦੇ ਮਿਨਰਲ ਸਾਰੇ ਉੱਡ ਜਾਣਗੇ। ਉਹਨੂੰ ਛਾਂ 'ਚ ਖੁਸ਼ਕ ਕਰਕੇ ਤੁਸੀਂ ਪਾਊਡਰ ਘਰ ਹੀ ਬਣਾ ਲਓ ਔਰ ਇਹਦਾ ਪੌਦਾ ਇੰਤਹਾਈ ਜ਼ਿਆਦਾ ਤੇਜ਼ੀ ਨਾਲ ਵੱਧਦਾ ਹੈ। ਬਾਜ਼ਾਰੋਂ ਖਰੀਦਣ ਦੀ ਵੀ ਜ਼ਰੂਰਤ ਨਹੀਂ। ਤੁਸੀਂ ਹਰ ਬੰਦਾ ਆਪਣੀ ਜਗ੍ਹਾ 5 ਮਰਲੇ ਦੇ ਘਰ 'ਚ ਵੀ ਇੰਨੀ ਜਗ੍ਹਾ ਹੁੰਦੀ ਕਿ ਛੋਟਾ ਜਿਹਾ ਇੱਕ ਬਹੁਤ ਜ਼ਿਆਦਾ ਫੈਲਾਅ ਨਹੀਂ ਦਾ, ਉਹ ਤੁਸੀਂ ਮੇਰੇ ਖਿਆਲ 300-400 ਰੁਪਏ ਦਾ ਇੱਕ ਪੌਦਾ ਮਿਲ ਜਾਂਦਾ। ਹਰ ਸ਼ਖਸ ਨੂੰ ਚਾਹੀਦਾ ਹੈ ਆਪਣੇ ਘਰ 'ਚੋਂ ਪੌਦਾ ਲਾਏ। ਇੱਕ ਤੇ ਮਾਹੌਲ ਬਿਹਤਰ ਹੋਏਗਾ, ਦੂਸਰਾ ਉਹਦੇ ਪੱਤੇ ਧੋ ਕੇ, ਠੀਕ ਹੈ, ਤੁਸੀਂ ਉਹਦੀ ਚਟਨੀ ਬਣਾ ਸਕਦੇ ਹੋ, ਉਹਦਾ ਸ਼ੇਕ ਇਸਤੇਮਾਲ ਕਰ ਸਕਦੇ ਹੋ, ਤੁਸੀਂ ਸਾਲਨ 'ਚ ਪਾ ਸਕਦੇ ਹੋ, ਰੋਟੀ 'ਚ ਬਣਾ। ਇਹ ਐਸੀ ਚੀਜ਼ ਹੈ ਜਿਹਦੇ ਜ਼ਰੀਏ ਸੁਹਾਂਜਣਾ, ਠੀਕ ਹੈ, ਉਹਦਾ ਪਹਿਲੇ ਸਾਡੀਆਂ ਕਿ ਮਾਵਾਂ ਦਾਦੀਆਂ ਕਿ ਨਾਨੀਆਂ ਜਿਹੜੀਆਂ ਸਨ ਉਹਦੀ ਮੂਲੀਆਂ ਦਾ ਅਚਾਰ ਵੀ ਪਾਉਂਦੇ ਸਨ। ਠੀਕ ਹੈ, ਉਹ ਬਹੁਤ ਹੀ ਜ਼ਿਆਦਾ ਜ਼ਬਰਦਸਤ ਚੀਜ਼ ਸੀ। ਇਹਦੇ ਪੱਤੇ ਜਿਹੜੇ ਨੇ ਉਹਦੇ 'ਚ ਵੀ ਉਹੀ ਖਸੂਸੀਆਤ ਨੇ ਤੇ ਇਹਨਾਂ ਨੂੰ ਰੈਗੂਲਰ ਉਹਦੇ ਸ਼ੇਕ ਦੇ ਤੌਰ ਤੇ ਬੱਚਿਆਂ ਨੂੰ ਅਗਰ ਇਸਤੇਮਾਲ, ਤੁਸੀਂ ਮਿਲਕ ਸ਼ੇਕ ਬਣਾ ਰਹੇ ਹੋ, ਤੁਸੀਂ ਸਕੰਜਵੀਨ ਬਣਾਣੀ, ਕੋਈ ਹੋਰ ਡਰਿੰਕ ਬਣਾ, ਤੁਸੀਂ ਵਿੱਚ ਥੋੜੇ ਜਿਹੇ ਉਹ ਸੁਹਾਂਜਣਾ ਦੇ ਪੱਤੇ ਪਾ ਦਿਓ, ਪਾਊਡਰ ਪਾ ਦਿਓ, ਤਾਂ ਆਈ ਥਿੰਕ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੈ। ਠੀਕ ਹੋ ਗਿਆ। ਡਾਕਟਰ ਸਾਹਿਬ 11 ਮਹੀਨੇ ਬਾਅਦ ਸਾਨੂੰ ਰਮਜ਼ਾਨ ਮੁਬਾਰਕ ਦੀ ਨਿਮਤ ਜਿਹੜੀ ਨਾ ਉਹ ਹਾਸਲ ਹੁੰਦੀ ਹੈ ਤੇ 11 ਮਹੀਨਾ ਦਾ ਇੰਬੈਲੈਂਸ ਜਿਹੜਾ ਹੈ ਉਹ ਇੱਕ ਮਹੀਨੇ 'ਚ ਅਸੀਂ ਉਹਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੇ ਉਹ ਹਜ਼ਰਾਤ ਜਿਹੜੇ ਥੋੜਾ ਓਵਰਵੇਟ ਹੋ ਜਾਂਦੇ ਨੇ, ਉਹ ਜਿਵੇਂ ਕਹਿੰਦੇ ਨੇ ਕਿ ਜੀ ਐਵਰੀ ਚੈਲੰਜ ਇਜ਼ ਐਨ ਓਪਰਚੁਨਿਟੀ, ਤੇ ਉਹਨਾਂ ਨੂੰ ਐਸੇ ਕਿਹੜੇ ਕੰਮ ਨੇ ਜਿਹੜੇ ਕਰਨੇ ਚਾਹੀਦੇ ਨੇ ਕਿ ਇਹ ਜਿਹੜਾ ਚੈਲੰਜ ਹੈ ਓਵਰਵੇਟ ਵਾਲਾ ਰਮਜ਼ਾਨ ਮੁਬਾਰਕ ਦੀ ਬਰਕਤ ਦੇ ਨਾਲ ਇੱਕ ਓਪਰਚੁਨਿਟੀ 'ਚ ਜਿਹੜਾ ਕਨਵਰਟ ਹੋ ਜਾਏ ਤੇ ਉਹ ਵੇਟ ਥੋੜਾ ਲੂਜ਼ ਕਰ ਸਕੇ। ਅਸਲ 'ਚ ਤੁਸੀਂ ਇਹ ਸਵਾਲ ਕਰਕੇ ਨਾ ਮੇਰੀ ਦੁੱਖ ਦੀ ਰਗ ਤੇ ਹੱਥ ਰੱਖਿਆ ਜੀ, ਕਿਉਂਕਿ ਪਾਕਿਸਤਾਨ ਸਮੇਤ ਪੂਰੀ ਦੁਨੀਆ ਦੇ ਅੰਦਰ ਇਸ ਵਕਤ ਜਿਹੜਾ ਡਾਟਾ ਹੈ ਸਾਡੇ ਕੋਲ, ਕੈਲਕੂਲੇਸ਼ਨ ਹੈ, ਉਹ ਤਕਰੀਬਨ 60% ਓਬੀਜ਼ ਹੈ ਲੋਕ। ਹਰ 100 ਦੇ ਵਿੱਚੋਂ 60% ਲੋਕ ਤੁਹਾਨੂੰ ਮੋਟਾਪੇ ਦਾ ਸ਼ਿਕਾਰ ਨਜ਼ਰ ਆਉਂਦੇ। ਔਰ ਅਸੀਂ ਮੋਟਾਪੇ ਨੂੰ ਆਪਣੀ ਸਾਦਾ ਅਲਫਾਜ਼ ਦੇ ਅੰਦਰ ਕਿਸ ਤਰ੍ਹਾਂ ਜੱਜ ਕਰਾਂਗੇ ਕਿ ਇਹ ਬੰਦਾ ਮੋਟਾ ਹੈ, ਜਿਹਨੂੰ ਅਸੀਂ ਸਿਹਤਮੰਦ ਕਹਿੰਦੇ ਹਾਂ। ਮਸਲਨ ਮਾਵਾਂ ਕਹਿੰਦੀਆਂ ਕਿ ਮੇਰਾ ਬੱਚਾ ਬੜਾ ਗੋਲੂ ਮੋਲੂ ਹੈ ਤੇ ਉਹ ਉਹਨੂੰ ਸਮਝਦੀਆਂ ਕਿ ਬੜਾ ਸਿਹਤਮੰਦ ਹੈ। ਹਾਰਮੋਨਲ ਇਫੈਕਟ ਹੁੰਦੇ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਵੀ ਕਿਸੇ ਬੰਦੇ ਦੀ ਜਿਸਮ ਦਾ ਕੋਈ ਵੀ ਅਜ਼ਾ ਉਹ ਜ਼ਰੂਰਤ ਤੋਂ ਜ਼ਿਆਦਾ ਫੈਲਣਾ ਸ਼ੁਰੂ ਕਰ ਦੇਵੇ, ਉਹਦਾ ਸਾਈਜ਼ बढ़ना ਸ਼ੁਰੂ ਹੋ ਜਾਵੇ ਜਾਂ ਉਹ ਲਟਕਣਾ ਸ਼ੁਰੂ ਹੋ ਜਾਵੇ, ਇਹ ਦੋਨੋਂ ਚੀਜ਼ਾਂ ਦੇ ਅੰਦਰ ਉਹ ਓਬੀਜ਼ ਦੇ ਅੰਦਰ ਆਂਦਾ, ਯਾਨੀ ਉਹ ਮੋਟਾਪੇ ਦਾ ਸ਼ਿਕਾਰ ਹੈ। ਜੀ, ਓਵਰਆਲ ਮੋਟਾ ਹੋਣਾ ਕੋਈ ਬੜੀ ਚੀਜ਼ ਨਹੀਂ, ਲੇਕਿਨ ਅਗਰ ਤੁਹਾਡਾ ਪੇਟ ਨਿਕਲ ਆਂਦਾ, ਪੇਟ ਐਂਡ weight ਦੋ ਡਿਫਰੈਂਟ ਚੀਜ਼ਾਂ। ਪੇਟ ਜਦੋਂ ਨਿਕਲ ਆਂਦਾ ਤਾਂ ਪੇਟ ਦੀ ਚਰਬੀ ਨੂੰ ਕਮ ਕਰਨ ਵਾਸਤੇ ਇੱਕ ਬਹੁਤ ਲੰਬਾ ਟਾਈਮ ਲੱਗਦਾ, ਸਟਰਗਲ ਲੱਗਦੀ। ਲੇਕਿਨ ਚੂੰਕਿ 11 ਮਹੀਨੇ ਸਾਡੀ ਬਦਪਰਹੇਜ਼ੀ ਹੁੰਦੀ ਹੈ, ਉਹਦੇ ਤੇ ਅਸੀਂ ਤਕਰੀਬਨ ਹਰ ਸੈਮੀਨਾਰ ਦੇ ਅੰਦਰ, ਹਰ ਜਗ੍ਹਾ ਤੇ ਗੈਦਰਿੰਗ ਦੇ ਅੰਦਰ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਕਲੀਨਿਕਾਂ ਦੇ ਉੱਪਰ ਵੀ ਪੇਸ਼ੈਂਟ ਨੂੰ ਗਾਈਡਲਾਈਨ ਦੇਣ ਦੀ। ਲੇਕਿਨ ਜਦੋਂ ਅਸੀਂ ਲਾਈਫ ਮੋਡੀਫਿਕੇਸ਼ਨ ਔਰ ਡਾਈਟ ਹੈਬਿਟਸ ਇਹਨਾਂ ਨੂੰ ਅਸੀਂ ਚੇਂਜ ਕਰਨ ਦੀ ਗੱਲ ਕਰਦੇ ਹਾਂ ਤੇ ਲੋਕ ਸਾਨੂੰ ਇਹ ਗੱਲ ਨਹੀਂ ਕਹਿੰਦੇ ਕਿ ਡਾਕਟਰ ਸਾਹਿਬ ਤੁਸੀਂ ਸਾਨੂੰ ਸਮਝਾਓ, ਕਹਿੰਦੇ ਦਵਾਈ ਥੋੜੀ ਤੇਜ਼ ਕਰ ਦਿਓ। ਸਾਡੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਅਸੀਂ ਕੋਈ ਐਕਸਰਸਾਈਜ਼ ਕਰੀਏ, ਨਾ ਸਾਡੇ ਕੋਲ ਇੰਨਾ ਟਾਈਮ ਹੈ ਕਿ ਅਸੀਂ ਕੋਈ ਡਾਈਟ ਨੂੰ ਆਪਣੀ ਨੂੰ ਚੇਂਜ ਕਰੀਏ। ਜੋ ਮਿਲ ਜਾਏਗਾ ਅਸੀਂ ਜਲਦੀ ਜਲਦੀ ਸਪੀਟੋ ਸਪੀਟ ਲੈਣਾ ਔਰ ਖਾ ਕੇ ਚਲੇ ਜਾਣਾ। ਹੁਣ ਅਸੀਂ ਚੂੰਕਿ ਆਪਣੇ ਆਪ ਨੂੰ ਵੀ ਤੇਜ਼ ਕਰਨਾ, ਅਸੀਂ ਇਹ ਨਹੀਂ ਦੇਖਣਾ ਕਿ ਕਿਤਾਬ ਕੀ ਕਹਿ ਰਹੀ, ਗਾਈਡਲਾਈਨ ਕੀ ਕਹਿ ਰਹੀ ਤੇ ਮੁਆਸ਼ਰਾ ਕੀ ਚੱਲ ਰਿਹਾ। ਇਹਨਾਂ ਦੀ ਫਾਸਟ ਲਾਈਫ ਦੇ ਨਾਲ ਸਾਨੂੰ ਆਪਣੇ ਆਪ ਨੂੰ ਵੀ ਫਾਸਟ ਕਰਨਾ, ਯਾਨੀ ਆਪਣਾ ਮੈਸੇਜ ਫਾਸਟ ਕਰਨਾ, ਤਾਂ ਕਿ ਲੋਕ ਜੋ ਸੁਣਨਾ ਚਾਹੁੰਦੇ ਉਹਨਾਂ ਨੂੰ ਉਹਨਾਂ ਦੀ ਜ਼ੁਬਾਨ 'ਚ ਸੁਣਾਣਾ। ਅਸੀਂ ਉਹਨਾਂ ਨੂੰ ਇਹ ਕਹਿੰਦੇ ਕਿ 11 ਮਹੀਨੇ ਤੁਸੀਂ ਬਦਪਰਹੇਜ਼ੀ ਕਰ ਲਈ, ਮਾਹਿਰ ਰਮਜ਼ਾਨ ਆ ਗਿਆ। ਮਾਹਿਰ ਰਮਜ਼ਾਨ ਦੇ ਅੰਦਰ ਮੈਂ ਅਗਰ ਕਿਸੇ ਨੂੰ ਕਹਾਂਗਾ ਤੁਸੀਂ ਸਮੋਸਾ ਨਹੀਂ ਖਾਣਾ ਤੇ ਉਹ ਮੈਨੂੰ ਪਾਗਲ ਸਮਝੇਗਾ। ਅਗਰ ਮੈਂ ਉਹਨੂੰ ਕਹਾਂਗਾ ਕਿ ਤੁਸੀਂ ਜਿਹੜਾ ਨਾ ਦਹੀਂ ਭੱਲੇ ਨਹੀਂ ਖਾਣੇ, ਪਕੌੜੇ ਨਹੀਂ ਖਾਣੇ, ਸਮੋਸੇ ਨਹੀਂ ਖਾਣੇ, ਜਲੇਬੀ ਨਹੀਂ ਲੈਣੀ, ਉਹ ਕਹਿਣਗੇ ਡਾਕਟਰ ਸਾਹਿਬ ਇਹਦੇ ਨਾਲੋਂ ਬਿਹਤਰ ਹੈ ਕਿ ਅਸੀਂ ਇਹ ਸਾਰਾ ਕੁਝ ਜਿਹੜਾ ਫਿਰ ਰੋਜ਼ਾ ਹੀ ਨਹੀਂ ਰੱਖਦੇ। ਤੇ ਰੋਜ਼ਾ ਬਿਸਲ 14 ਘੰਟੇ ਦਾ ਅਗਰ ਉਹ ਗੈਪ ਦੇਗਾ ਆਪਣੇ ਅੰਦਰ। ਔਰ ਇੱਕ ਹੋਰ ਸਾਡੀ ਮਿਸਕਮਿਊਨੀਕੇਸ਼ਨਸ ਹੈ, ਮਿਸਅੰਡਰਸਟੈਂਡਿੰਗ ਹੈ ਕਿ ਲੋਕ ਸਵੇਰ ਜਦੋਂ 5 ਮਿੰਟ ਰਹਿ ਜਾਂਦੇ ਰੋਜ਼ਾ ਬੰਦ ਹੋਣ 'ਚ, ਇਫਤਾਰੀ 'ਚ, ਉਹਦੀ ਸਹਿਰੀ ਦਾ ਟਾਈਮ ਕਲੋਜ਼ ਹੋ ਰਿਹਾ ਹੁੰਦਾ
ਤੇ ਲੋਕ ਜਲਦੀ ਜਲਦੀ ਬੇਤੁਕਾ ਪਾਣੀ ਪੀ ਲੈਂਦੇ, ਬੇਤੁਕਾ ਪੇਟ ਨੂੰ ਉਫਾੜ ਕੇ ਗੈਸ ਕਰਕੇ ਸੋ ਜਾਂਦੇ। ਉਹ ਅਗਲੇ 14 ਘੰਟੇ ਉਹ ਇਸੇ ਕੰਫਰਟ ਜ਼ੋਨ ਦੇ ਅੰਦਰ ਆਪਣੇ ਆਪ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਕਿ ਮੇਰੀ ਗੈਸ ਖਾਰਜ ਹੋ ਜਾਵੇ ਜਾਂ ਮੇਰਾ ਜਿਹੜਾ ਨਾ ਉਹ ਵਾਸ਼ਰੂਮ ਮੈਨੂੰ ਆ ਜਾਵੇ, ਪ੍ਰੋਪਰ ਕਬਜ਼ ਟੁੱਟ ਜਾਵੇ। ਜੀ ਜੀ ਤੇ ਰੋਜ਼ਾ ਜਦੋਂ ਤੁਸੀਂ ਰੱਖ ਲੈਂਦੇ ਹੋ ਉਹਦਾ ਬੈਨੀਫਿਟ ਤੁਹਾਨੂੰ ਉਦੋਂ ਹੀ ਹਾਸਲ ਹੁੰਦਾ ਹੈ ਕਿ ਤੁਸੀਂ ਡਾਈਟ ਸਭ ਕੁਝ ਖਾਓ, ਲੇਕਿਨ ਸਾਡੇ ਤਰੀਕੇ ਦੇ ਮੁਤਾਬਿਕ ਖਾਓ। ਨਿਊਟ੍ਰੀਸ਼ਨਿਸਟ ਦੇ ਨਾਲ ਮਸ਼ਵਰਾ ਕਰੋ, ਕੰਸਲਟੈਂਟ ਦੇ ਨਾਲ ਜਾ ਕੇ ਆਪਣੀ ਗੱਲਬਾਤ ਕਰੋ, ਉਹਨੂੰ ਆਪਣੀ ਪੋਜੀਸ਼ਨ ਦੱਸੋ ਔਰ ਤੁਹਾਡੀ ਪੋਜੀਸ਼ਨ ਦੇ ਮੁਤਾਬਿਕ ਹਰ ਬੰਦੇ ਦੀ ਨਾ ਡਾਈਟ ਇੱਕ ਹੋ ਸਕਦੀ, ਨਾ ਉਹਦਾ ਖਾਣ ਪੀਣ ਦਾ ਤਰੀਕਾ ਇੱਕ ਹੋ ਸਕਦਾ, ਹਰ ਇੱਕ ਦਾ ਡਿਫਰੈਂਟ ਸਿਨੈਰੀਓ ਹੈ। ਅਸੀਂ ਉਹਨੂੰ ਉਹਦੇ ਅੰਦਰ ਹੀ ਟਾਈਟਲ ਕਰਦੇ ਤੇ ਜਿਸ ਤਰ੍ਹਾਂ ਦਾ ਬੰਦਾ ਹੋਏਗਾ ਉਹਨੂੰ ਉਸ ਤਰ੍ਹਾਂ ਦੀ ਗਾਈਡਲਾਈਨ ਦੇਵਾਂਗੇ। ਰੋਜ਼ੇ ਦੀ ਅਪਰਚੂਨਿਟੀ ਨੂੰ ਵੇਲ ਕਰਨ ਵਾਸਤੇ, ਆਪਣੇ weight ਨੂੰ ਕਮ ਕਰਨ ਵਾਸਤੇ ਤੁਸੀਂ ਚੀਨੀ ਔਰ ਸ਼ੂਗਰ ਦਾ ਇਸਤੇਮਾਲ ਥੋੜਾ ਜਿਹਾ ਕਮ ਰੱਖੋ, ਬਾਕੀ ਚੀਜ਼ਾਂ ਖਾਓ, ਲੇਕਿਨ ਰੋਜ਼ੇ ਤੋਂ 1 ਘੰਟਾ ਪਹਿਲੇ ਹਲਕੀ ਫੁਲਕੀ ਐਕਸਰਸਾਈਜ਼ ਕਰੋ ਔਰ ਆਪਣੀ ਜਿਹੜੀ ਇਹ ਤੁਹਾਡੀ ਐਕਟੀਵਿਟੀ ਤੁਹਾਨੂੰ ਮੌਕਾ ਮਿਲਿਆ 11 ਮਹੀਨੇ ਬਾਅਦ, ਇਹਨੂੰ ਅਵੇਲ ਕਰੋ। ਤਰਾਵੀਆਂ ਪੜੋ, 5 ਵਕਤ ਨਮਾਜ਼ ਪੜੋ, ਜ਼ਿਕਰ ਅਜ਼ਕਾਰ ਦੇ ਨਾਲ ਆਪਣੇ ਮਾਈਂਡ ਨੂੰ ਵੀ ਰਿਲੈਕਸ ਕਰੋ ਤੇ ਆਪਣੀ ਬੋਡੀ ਨੂੰ ਵੀ ਰਿਲੈਕਸ ਕਰੋ। ਠੀਕ ਹੋ ਗਿਆ ਜੀ। ਤੇ ਡਾਕਟਰ ਸਾਹਿਬ, ਜਿਵੇਂ ਡਾਕਟਰ ਸਾਹਿਬ ਨੇ ਫਰਮਾਇਆ ਕਿ ਜੀ ਨਮਾਜ਼ ਜ਼ਾਹਿਰ ਹੈ ਸਾਰਾ ਸਾਲ ਤੇ ਪੜ੍ਹਦੇ ਹਾਂ, ਲੇਕਿਨ ਜ਼ਿਆਦਾ ਇਹਤਮਾਮ ਦੇ ਨਾਲ ਜਿਹੜਾ ਨਾ ਤੇ ਜਿਹੜਾ ਵਜ਼ੂ ਤੇ ਨਮਾਜ਼ ਦਾ ਸਾਡੀ ਸਿਹਤ ਦੇ ਨਾਲ ਜਿਹੜਾ ਨਾ ਮੈਡੀਕਲੀ ਉਹ ਕੀ ਤਾਲੁਕ ਹੈ? ਵੈਸੇ ਬਹੁਤ ਹੀ ਅੱਛੀ ਤੁਸੀਂ ਗੱਲ ਕੀਤੀ। ਅਸੀਂ ਸਾਰੀ ਉਮਰ ਨਮਾਜ਼ ਪੜ੍ਹਦੇ ਰਹਿੰਦੇ ਹਾਂ, ਲੇਕਿਨ ਸਾਨੂੰ ਉਹਦੇ ਜੈਨੂਇਨਲੀ ਬੈਨੀਫਿਟਸ ਨਹੀਂ ਮਿਲਦੇ ਕਿਉਂਕਿ ਅਸੀਂ ਸੁਨਨਤ ਤਰੀਕੇ ਦੇ ਮੁਤਾਬਕ ਨਹੀਂ ਪੜ੍ਹਦੇ। ਮੈਡੀਕਲ ਸਾਇੰਸ ਦੀ ਰੂਹ ਨਾਲ ਜਿਹੜਾ ਵਜ਼ੂ ਹੈ ਨਾ ਜੀ, ਇੱਕ ਪੂਰਾ ਖੁਦ ਟ੍ਰੀਟਮੈਂਟ ਹੈ ਵਜ਼ੂ, ਔਰ ਨਮਾਜ਼ ਵੀ ਇੱਕ ਪੂਰਾ ਟ੍ਰੀਟਮੈਂਟ ਹੈ। ਅਗਰ ਤੁਸੀਂ ਇਸ ਸੈਂਸ ਨਾਲ ਲਓ, ਫੋਰ ਐਗਜ਼ਾਮਪਲ ਤੁਸੀਂ ਸਭ ਤੋਂ ਪਹਿਲੇ ਕਿ ਹੱਥ ਤੁਸੀਂ ਧੋਂਦੇ ਹੋ, ਹੁਣ ਇਸ ਵਕਤ ਜਿਹੜੀ ਲੇਟੈਸਟ ਰਿਸਰਚਰਸ ਨੇ ਉਹਦਾ ਬਲੱਡ ਪ੍ਰੈਸ਼ਰ ਦਾ ਜਿਹੜਾ ਟ੍ਰੀਟਮੈਂਟ ਹੈ, ਹੱਥ ਦੀ ਉਂਗਲੀਆਂ ਦੀ ਜਿਹੜੀ ਮੂਵਮੈਂਟਸ ਨੇ ਉਹਨਾਂ ਦੇ ਡਿਫਰੈਂਟ ਤਰੀਕੇ ਨਾਲ ਬਲੱਡ ਪ੍ਰੈਸ਼ਰ ਦਾ ਟ੍ਰੀਟਮੈਂਟ ਹੋ ਜਾਂਦਾ ਹੈ, ਨੰਬਰ 1। ਉਸ ਤੋਂ ਬਾਅਦ ਤੁਸੀਂ ਸਾਈਨੋਸਾਈਟਸ ਜਿਹੜਾ ਹੈ, ਤੁਹਾਡੇ ਗਦੂਦ ਵੱਧ ਗਏ ਨੇ, ਨੱਕ ਦੀ ਹੱਡੀ ਟੇਢੀ ਹੋ ਗਈ, ਜਿਹਦਾ ਤੁਸੀਂ ਸਰਜਰੀ ਕਰਾਣੀ ਪੈਂਦੀ ਤੁਸੀਂ ਅਗਰ ਸੁਨਨਤ ਤਰੀਕੇ ਦੇ ਮੁਤਾਬਕ ਪਾਣੀ ਜਿਹੜਾ ਨੱਕ 'ਚ ਪ੍ਰੋਪਰ ਤਰੀਕੇ ਨਾਲ ਪਾਉਂਦੇ ਹੋ ਔਰ 5 ਵਕਤ ਤੁਸੀਂ ਨੱਕ ਨੂੰ ਸਾਫ਼ ਕਰਦੇ ਹੋ, ਤੁਹਾਨੂੰ ਕਦੀ ਜ਼ਿੰਦਗੀ ਸਾਈਨੋਸਾਈਟਸ ਦੀ ਪ੍ਰੋਬਲਮ ਨਹੀਂ ਹੋਏਗੀ। 2 ਚੀਜ਼ਾਂ। ਨੰਬਰ 3, ਤੁਸੀਂ ਜਿਹੜਾ ਮਸਾ ਹੈ ਇਹ ਅਗਰ ਤੁਸੀਂ ਕਰਦੇ ਹੋ, ਬੰਦਾ ਕਹਿੰਦਾ ਇਹ ਕੀ ਜ਼ਰੂਰੀ ਹੈ? ਮਸਾ ਅੱਲਾ ਦੇ ਨਬੀ ਦੀ ਸੱਲੱਲਾਹੁ ਅਲੈहि ਵਸੱਲਮ ਦੀ ਇਨਕੀ ਹਰ ਹੁਕਮ 'ਚ ਹਿਕਮਤ ਹੈ, ਠੀਕ ਹੈ, ਉਹਦੇ ਤੇ ਵੀ ਰਿਸਰਚਸ ਹੋਈਆਂ ਨੇ। ਇਹ ਜਦੋਂ ਤੁਸੀਂ ਜਿਹੜਾ ਰੈਗੂਲਰ ਤੁਸੀਂ 5 ਵਕਤ ਮਸਾ ਕਰੋਗੇ, ਤੁਹਾਨੂੰ ਕੋਈ ਵੀ ਜ਼ਿਹਨੀ ਬਿਮਾਰੀ ਨਹੀਂ ਹੋਏਗੀ। ਤੁਸੀਂ ਪਾਗਲਪਨ ਤੋਂ ਲੈ ਕੇ ਡਿਪਰੈਸ਼ਨ ਤੋਂ ਲੈ ਕੇ ਐਂਗਜ਼ਾਇਟੀ ਤੋਂ ਲੈ ਕੇ ਤੁਹਾਡਾ ਇਹ ਸਾਰਾ ਮਸਲਾ ਇਹ ਇੱਕ ਮਸੇ ਨਾਲ ਹੱਲ ਹੋ ਜਾਏਗਾ। ਤੁਸੀਂ ਇਹ ਦੇਖੋ ਜ਼ਰਾ ਕਿ ਅਸੀਂ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਬਿਹਤਰ ਕਰ ਸਕਦੇ ਹਾਂ, ਲੇਕਿਨ ਸਾਨੂੰ ਸਮਝ ਨਹੀਂ ਆ ਰਹੀ। ਇਸ ਤਰ੍ਹਾਂ ਪੂਰੇ ਵਜ਼ੂ ਨਾਲ ਅਸੀਂ 5 ਵਕਤ ਜਿਹੜਾ ਇਨਕੀ ਅਸੀਂ ਅੱਛੇ ਤਰੀਕੇ ਨਾਲ ਆਪਣੀ ਬਿਮਾਰੀਆਂ ਤੋਂ ਬਚ ਸਕਦੇ ਹਾਂ, ਨੰਬਰ 1। ਨੰਬਰ 2, ਚੂँकि ਟਾਈਮ ਦੀ ਕਿੱਲਤ ਹੈ, ਅਸੀਂ ਜਲਦੀ ਚੀਜ਼ਾਂ ਨੂੰ ਥੋੜਾ ਜਿਹਾ ਵਾਈਂਡ ਅਪ ਵੀ ਕਰਨਾ ਹੈ। ਨਮਾਜ਼ ਜਿਹੜੀ ਇਟਸੈਲਫ ਇੱਕ ਪੂਰਾ ਕਨੈਕਸ਼ਨ ਹੈ। ਇਹਦੇ 3 ਇਨਕੀ ਚੀਜ਼ਾਂ ਮੈਂ ਦੱਸਣਾ ਚਾਹਾਂਗਾ। ਨੰਬਰ 1 ਜਿਹੜਾ ਫੋਕਸ ਹੈ ਨਾ, ਫੋਕਸ ਜਿਹੜਾ ਹੈ ਉਹ ਇੰਨੀ ਵੱਡੀ ਚੀਜ਼ ਹੈ। ਜਨਾਬ ਅਲੀ ਇਨਕੀ ਕਰਮੁੱਲਾ ਵਜੋ ਉਹਨਾਂ ਇਨਕੀ ਨੂੰ ਇੱਕ ਤੀਰ ਜੰਗ 'ਚ ਲੱਗ ਗਿਆ, ਠੀਕ ਹੈ। ਸਾਨੂੰ ਸਮਝ ਨਹੀਂ ਕਿ ਅਸੀਂ ਨਮਾਜ਼ ਕਿਸ ਤਰ੍ਹਾਂ ਪੜ੍ਹਨੀ। ਅਸੀਂ ਆਪਣੀ ਦੁਕਾਨ ਦਾ ਕਾਰੋਬਾਰ ਦਾ ਹਿਸਾਬ ਕਿਤਾਬ ਕਰ ਰਹੇ ਹੁੰਦੇ, ਉਹ ਸਾਰਾ ਵਕਤ ਜਿਹੜਾ ਨਾ ਅਸੀਂ ਸਾਰੀ ਹਿਸਾਬ ਕਿਤਾਬ ਨਮਾਜ਼ ਦੇ ਦੌਰਾਨ ਕਰਨੇ ਨੇ। ਇਹ ਸਾਡਾ ਬੜਾ ਮਸਲਾ ਹੈ ਕਿਉਂਕਿ ਸਾਨੂੰ ਟ੍ਰੇਨ ਨਹੀਂ ਹੋਏ ਹੋਏ ਅਸੀਂ, ਠੀਕ ਹੈ ਜੀ। ਜਨਾਬ ਅਲੀ ਕਰਮੁੱਲਾ ਵਜੋ ਸ਼ੇਰ ਖੁਦਾ, ਉਹਨਾਂ ਨੂੰ ਤੀਰ ਲੱਗ ਗਿਆ ਪਿੰਡਲੀ 'ਚ, ਕੱਢਣ ਦੀ ਕੋਸ਼ਿਸ਼ ਕੀਤੀ, ਬਹੁਤ ਜ਼ਿਆਦਾ ਪੇਨ ਸੀ। ਆਪਨੇ ਫਰਮਾਇਆ ਠਹਿਰ ਜਾਓ, ਜਦੋਂ ਮੈਂ ਨਮਾਜ਼ ਖੜਾ ਹੋਵਾਂਗਾ ਨਾ ਉਦੋਂ ਕੱਢਣਾ। ਹੁਣ ਇਹਦਾ ਕੀ ਮਤਲਬ ਹੈ? ਉਹਨਾਂ ਦਾ ਕਨੈਕਸ਼ਨ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਨਾਲ, ਉਹਨਾਂ ਨੂੰ ਪਤਾ ਸੀ ਫੀਲਿੰਗ, ਅੱਲਾ ਦੇ ਨਬੀ ਨੇ ਟ੍ਰੇਨਿੰਗ ਇਸ ਤਰ੍ਹਾਂ ਕੀਤੀ ਸੀ ਕਿ ਜਦੋਂ ਤੁਸੀਂ ਨਮਾਜ਼ ਖੜੇ ਹੋਣਾ ਇਹਦਾ ਮਤਲਬ ਅੱਲਾ ਦੀ ਬਾਰਗਾਹ 'ਚ ਖੜੇ ਹੋਏ ਨਾ, ਇਹ ਫੋਕਸ ਹੈ, ਇੱਕ ਕਨੈਕਸ਼ਨ ਹੈ, ਠੀਕ ਹੈ। ਉਹ ਖੜੇ ਹੋ ਗਏ ਇਸ ਤਰੀਕੇ ਨਾਲ। ਉਸ ਤੋਂ ਬਾਅਦ ਤੁਸੀਂ ਰੈਗੂਲਰਲੀ ਜਿਸ ਤਰ੍ਹਾਂ ਨਮਾਜ਼ ਦੇ ਪੋਸਚਰਸ ਨੇ, ਅਗਰ ਉਹਨਾਂ ਨੂੰ ਤੁਸੀਂ ਪ੍ਰੋਪਰ ਤਰੀਕੇ ਨਾਲ ਸਹੀ ਸਮਝ ਕੇ ਅਸੀਂ ਨਮਾਜ਼ ਪੜ੍ਹਦੇ ਹਾਂ, ਅਸੀਂ ਸਜਦਾ ਕਰਦੇ ਹਾਂ ਜਿਸ ਤਰ੍ਹਾਂ ਅਸੀਂ ਬਿਲਕੁਲ ਉਠਕ ਬੈਠਕ ਕਰ ਰਹੇ ਹਾਂ। ਬਈ ਸਿਰਫ ਸਜਦਾ ਜਿਹੜਾ ਹੈ ਨਾ, ਇਹ ਤੁਹਾਡੀ ਮੈਂ ਸਮਝਦਾ ਹਾਂ ਕਿ ਦਰਜਨੋਂ ਬਿਮਾਰੀਆਂ ਦਾ ਇਲਾਜ ਸਿਰਫ ਸਜਦੇ 'ਚ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਅਗਰ ਸਹੀ ਤਰੀਕੇ ਨਾਲ ਰੁਕੂ ਕਰਦੇ ਹੋ, ਕਿਆਮ ਕਰਦੇ ਹੋ ਔਰ ਉਸ ਤੋਂ ਬਾਅਦ ਤੁਸੀਂ ਸਜਦਾ ਕਰਦੇ ਹੋ ਪ੍ਰੋਪਰ ਤਰੀਕੇ ਨਾਲ, ਤੁਹਾਡੇ ਜੁਆਇੰਟਸ ਦੇ ਇਸ਼ੂ ਜਿਹੜੇ ਨੇ ਜਿੰਨੇ ਵੀ, ਠੀਕ ਹੈ ਨਾ, ਉਹ ਬਿਲਕੁਲ ਬਹੁਤ ਅੱਛੇ ਤਰੀਕੇ ਨਾਲ ਤੁਹਾਡੇ ਪ੍ਰੋਬਲਮ ਸੋਲਵ ਹੋ ਸਕਦੇ ਨੇ, ਠੀਕ ਹੈ। ਤੇ ਨਮਾਜ਼ ਜਿਹੜਾ ਇੱਕ ਬਹੁਤ ਅੱਛੀ ਮੈਡੀਟੇਸ਼ਨ ਹੈ, ਠੀਕ ਹੈ। ਮੈਡੀਟੇਸ਼ਨ ਜਿਹੜੀ ਹੈ ਇਹ ਰਾਬਤਾ ਹੈ ਅੱਲਾ ਨਾਲ, ਠੀਕ ਹੈ। ਅਗਰ ਤੁਸੀਂ ਮਰਾਕਬਾ, तमाम जिन्ने मज़ाहिब ने ਉਹਦੇ ਵਿੱਚ ਮਰਾਕਬਾ ਜਿਹੜਾ ਮੈਡੀਟੇਸ਼ਨ ਹੈ ਉਹ ਇੱਕ ਬਹੁਤ ਹੀ ਖੂਬਸੂਰਤ ਤੁਹਾਡੇ ਇਨਕੀ ਸੋਲ ਦੀ ਟ੍ਰੀਟਮੈਂਟ, ਤੁਹਾਡੀ ਬਾਡੀ ਦੀ ਟ੍ਰੀਟਮੈਂਟ ਵਾਸਤੇ ਜ਼ਬਰਦਸਤ ਚੀਜ਼ ਹੈ। ਤੇ ਨਮਾਜ਼ ਵੀ 5 ਵਕਤ ਅਸੀਂ ਵਜ਼ੂ ਸਹੀ ਤਰੀਕੇ ਨਾਲ ਸਿੱਖ ਕੇ ਕਰੀਏ ਔਰ ਨਮਾਜ਼ ਪੜ੍ਹੀਏ ਤਾਂ ਮੈਂ ਸਮਝਦਾ ਹਾਂ ਕਿ ਤੁਹਾਡੀ ਇਨਕੀ 80% ਦੀ ਬਿਮਾਰੀਆਂ ਹੋਣੀਆਂ ਹੀ ਨਹੀਂ ਤੁਹਾਨੂੰ,
ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਡਾਈਟ ਤਰੀਕੇ ਅਮਲ ਕਿ ਜਿਹੜਾ ਅਸੀਂ ਲੇਟੈਸਟ ਰਿਸਰਚਾਂ ਨੂੰ ਮੰਨਦੇ ਹਾਂ, ਸਾਇੰਸ ਨੂੰ ਮੰਨਦੇ ਹਾਂ, ਲੇਕਿਨ ਕੋਈ ਹਜੇ ਤੱਕ ਐਸੀ ਰਿਸਰਚ ਨਹੀਂ ਆ ਸਕੀ ਜਿਹੜੀ ਅੱਲਾਹ ਦੇ ਨਬੀ ਔਰ ਕੁਰਾਨ ਦੀ ਇੱਕ ਆਇਤ ਨੂੰ ਵੀ ਗਲਤ ਸਾਬਤ ਕਰ ਸਕੇ। ਠੀਕ ਹੈ, ਅਸੀਂ ਇੰਟਰਨੈਸ਼ਨਲ ਯੂਨੀਵਰਸਿਟੀਆਂ 'ਚ ਵੀ ਕੰਮ ਕਰਨੇ ਹਾਂ। ਉਹ ਸਾਰੀ ਦੁਨੀਆ ਜਿਹੜੀ ਹੈ, ਜਿੰਨੇ ਯੂਰਪ ਹੈ, ਅਮਰੀਕਾ ਹੈ, ਦੂਸਰੇ ਮਮਾਲਿਕ ਨੇ, ਉਹ ਸਾਰੇ ਕੁਰਾਨ ਤੇ ਔਰ ਸੁਨਨਤ ਨਬੀ ਤੇ ਇੱਕ ਚੀਜ਼ ਤੇ ਰਿਸਰਚ ਕਰ ਰਹੇ ਨੇ। ਬੀਇੰਗ ਅ ਮੁਸਲਿਮ ਸਾਡੇ ਕੋਲ ਨਾ ਯੂਨੀਵਰਸਿਟੀਜ਼ ਨੇ, ਨਾ ਰਿਸਰਚਸ ਕੀਤੀਆਂ ਨੇ, ਨਾ ਬੀਇੰਗ ਅ ਮੁਸਲਿਮ ਅਸੀਂ ਕੁਰਾਨ ਪੜ੍ਹਦੇ ਹਾਂ। ਭਈ ਅੱਲਾਹ ਦੇ ਬੰਦਿਓ, ਇੱਕ ਸਾਡਾ ਇਹ ਅਸੀਂ ਆਪਣੇ ਵਾਸਤੇ ਵੀ ਕਹਿ ਰਹੇ ਹਾਂ, ਦੂਸਰਿਆਂ ਵਾਸਤੇ ਵੀ ਕਹਿ ਰਹੇ ਹਾਂ, ਯਾਦ ਦਹਾਨੀਆਂ ਵਾਸਤੇ, ਰਮਜ਼ਾਨ ਅਲ ਮੁਬਾਰਕ ਇੱਕ ਐਸਾ ਮਹੀਨਾ ਆ ਗਿਆ ਜਿਹਦੇ ਜ਼ਰੀਏ ਅਸੀਂ ਅਸੀਂ ਹਰ ਵਕਤ ਜਿਹੜਾ WhatsApp ਦੇਖਦੇ, ਕੋਈ ਮੈਸੇਜ ਤੇ ਨਹੀਂ ਆਇਆ, ਆਸਮਾਨ ਤੋਂ ਜਿਹੜਾ ਮੈਸੇਜ ਉਤਰਿਆ ਹੋਇਆ 14 ਸਦੀਆਂ ਹੋ ਗਈਆਂ ਨੇ, ਉਹ ਸਾਡੇ ਘਰ 'ਚ ਪਿਆ, ਅਸੀਂ ਨਹੀਂ ਪੜ੍ਹ ਰਹੇ। ਹਰ ਬਿਮਾਰੀ, ਹਰ ਤੁਹਾਡੀ ਮੁਸ਼ਕਿਲ, ਹਰ ਚੀਜ਼ ਦਾ ਇਲਾਜ ਉਹ ਕੁਰਾਨ ਪਾਕ 'ਚ ਅੱਲਾਹ ਦੇ ਨਬੀ ਦੇ ਹੁਕਮ 'ਚ। ਸਾਨੂੰ ਇਸ ਮਹੀਨੇ ਨੂੰ ਅਗਰ ਇਸ ਅਹਿਦ ਨਾਲ ਅਸੀਂ ਗੁਜ਼ਾਰੀਏ ਕਿ ਇਹ ਜਿਹੜਾ ਅਸੀਂ ਖੁਦ ਔਰ ਅਗਲੀ ਜਿਹੜੀ ਜ਼ਿੰਦਗੀ ਹੈ, ਸਾਡੀ ਔਲਾਦ ਹੈ, ਉਹ ਅਸੀਂ ਬਿਹਤਰ ਜ਼ਿੰਦਗੀ ਔਰ ਪੂਰੀ ਜ਼ਿੰਦਗੀ 'ਚ ਬਦਲਾਅ ਲਿਆਉਣਾ ਹੈ, ਉਹਦਾ ਫਾਈਨਲੀ ਹੱਲ ਇੱਕ ਹੀ ਹੈ ਕਿ ਸਾਨੂੰ ਬਾਰਗਾਹ ਰਸਾਲਤ ਅਗਰ ਰਜੂ ਕਰਨਾ ਪਏਗਾ। ਔਰ ਫਿਰ ਹੀ ਜਿੱਥੇ ਸਾਇੰਸ ਵੀ ਘੁਟਨੇ ਟੇਕ ਰਹੀ ਹੈ, ਪੂਰੀ ਦੁਨੀਆ ਕਾਇਨਾਤ ਘੁਟਨੇ ਟੇਕ ਰਹੀ ਹੈ, ਔਰ ਉਹੀ ਹੱਲ ਹੈ, ਉਸ ਤੋਂ ਇਲਾਵਾ ਹੱਲ ਕੋਈ ਨਹੀਂ। ਅਸੀਂ ਵੀ ਪੂਰੀ ਦੁਨੀਆ ਫਿਰੀ ਹੈ, ਗੋਰਿਆਂ ਨਾਲ ਵੀ ਕੰਮ ਕੀਤਾ ਹੈ, ਸਾਰੀ ਦੁਨੀਆ ਦੀ ਮੈਡੀਕਲ ਸਾਇੰਸ ਰਿਸਰਚ ਪੜ੍ਹੀਆਂ ਨੇ, ਲੇਕਿਨ ਇਸ ਤੋਂ ਇਲਾਵਾ ਹੱਲ ਕੋਈ ਨਹੀਂ। ਇੱਥੇ ਵਾਪਸ ਆਓ। ਡਾਕਟਰ ਸਾਹਿਬ, ਦੂਸਰਾ ਸਵਾਲ ਮੇਰਾ ਤੁਹਾਡੇ ਤੋਂ ਜਿਹੜਾ ਬਹੁਤ ਅਹਿਮ ਹੈ ਕਿ ਐਕਸਰਸਾਈਜ਼ ਖਾਸ ਕਰ ਡਾਇਬੀਟਿਕ ਲੋਕਾਂ ਵਾਸਤੇ ਹੁਣ ਰੋਜ਼ੇ ਦੀ ਹਾਲਤ ਵਿੱਚ ਉਹ ਆਪਣੀ ਐਕਸਰਸਾਈਜ਼ ਨੂੰ ਕਿਵੇਂ ਨਾਲ ਲੈ ਕੇ ਚੱਲ ਸਕਦੇ ਨੇ? ਬਿਲਕੁਲ ਠੀਕ। ਅਸਲ ਸਾਡੇ ਕੋਲ ਬੇਸ਼ੁਮਾਰ ਚੁੱਕੇ ਆਪਣੇ ਕਲੀਨਿਕ ਦੇ ਅੰਦਰ, ਹੁਣ ਅਸੀਂ ਜਦੋਂ ਜਾ ਕੇ ਬੈਠਾਂਗੇ ਰਾਤ 1-2 ਵਜੇ ਤੱਕ ਰੈਗੂਲਰਲੀ ਮਰੀਜ਼ ਦੇਖਾਂਗੇ, ਤੇ ਉਸ ਦੌਰਾਨ ਦੇ ਅੰਦਰ ਕਾਫੀ ਸਾਰੇ ਲੋਕ ਸਾਡੇ ਕੋਲ ਆਉਂਦੇ, ਉਹ ਕਹਿੰਦੇ ਜੀ ਰੋਜ਼ੇ ਦੇ ਅੰਦਰ ਮੇਰਾ ਐਕਸਰਸਾਈਜ਼ ਦਾ ਟਾਈਮ ਕੀ ਹੋਣਾ ਚਾਹੀਦਾ। ਐਕਸਰਸਾਈਜ਼ ਬੇਸਿਕਲੀ ਕੀ ਚੀਜ਼ ਹੈ ਕਿ ਤੁਸੀਂ ਆਪਣੀ ਇਮਿਊਨਿਟੀ ਨੂੰ ਡਿਵੈਲਪ ਕਰਨਾ, ਕੁਵਤ ਮੁਦਾਫਤ ਵਧਾਣੀ। ਔਰ ਕੁਵਤ ਮੁਦਾਫਤ ਕੀ ਚੀਜ਼ ਹੈ, ਉਹ ਸਾਡੇ ਵਿਊਅਰਸ ਨੂੰ ਅਸੀਂ ਸਮਝਾਉਣ ਵਾਸਤੇ ਕਹਿੰਦੇ ਕੁਵਤ ਮੁਦਾਫਤ ਬੇਸਿਕਲੀ ਇੱਕ ਫੌਜ ਹੈ ਤੁਹਾਡੇ ਜਿਸਮ ਦੇ ਅੰਦਰ ਅੱਲਾ ਨੇ ਉਤਾਰੀ ਹੈ, ਔਰ ਉਹ ਜਿਸ ਤਰ੍ਹਾਂ ਬਾਰਡਰ ਦੇ ਉੱਤੇ ਸਾਡੀ ਫੌਜ ਸਾਡੀ ਹਿਫਾਜ਼ਤ ਕਰ ਰਹੀ ਹੈ, ਇਸ ਤਰ੍ਹਾਂ ਤੁਹਾਡੀ ਪੂਰੀ ਇਮਿਊਨਿਟੀ ਜਿਹੜੀ ਨਾ ਉਹ ਅੰਦਰ ਤੁਹਾਡੀ ਹਿਫਾਜ਼ਤ ਕਰ ਰਹੀ ਹੈ। ਬਾਹਰੋਂ ਕੋਈ ਵੀ ਫੋਰਨ ਬੋਡੀ ਅਟੈਕ ਕਰਦੀ ਹੈ, ਕੋਈ ਵਾਇਰਲ ਇਨਫੈਕਸ਼ਨ ਹੈ, ਬੈਕਟੀਰੀਅਲ ਹੈ, ਫੰਜਾਈ ਹੈ, ਉਹ ਤੁਹਾਡੀ ਬੋਡੀ ਤੇ ਜਦੋਂ ਅਟੈਕ ਕਰਦੀ ਹੈ ਤੇ ਅੰਦਰ ਜਿਹੜੀ ਤੁਹਾਡੀ ਇਮਿਊਨ ਸਿਸਟਮ ਯਾਨੀ ਦਿਫਾਈ ਫੌਜ ਅੱਲਾ ਨੇ ਉਤਾਰੀ ਹੈ, ਉਹ ਜੋਕ ਦਰ ਜੋਕ ਹੈ ਇਮਿਊਨ ਸਿਸਟਮ ਜਿਹਨੂੰ ਅਸੀਂ ਕਹਿੰਦੇ, ਉਹ ਫਾਇਰ ਕਰਦਾ, ਉਹਨੂੰ ਭਜਾਉਂਦਾ ਹੈ। ਲੇਕਿਨ ਅਗਰ ਉਹ ਕਮਜ਼ੋਰ ਹੋਏਗਾ ਤਾਂ ਬਿਮਾਰੀ ਤੁਹਾਡੇ ਤੇ ਅਟੈਕ ਕਰੇਗੀ, ਉਹ ਤੁਹਾਡੇ ਤੇ ਹੈਵੀ ਹੋ ਜਾਏਗੀ। ਸਹੀ। ਹੁਣ ਅਸੀਂ ਜਦੋਂ ਐਕਸਰਸਾਈਜ਼ ਕਰਦੇ ਹਾਂ, ਮੇਰੇ ਦਿਲ ਦਾ ਕਨੈਕਸ਼ਨ ਪੂਰੇ ਜਿਸਮ ਦੇ ਨਾਲ ਹੈ, ਔਰ ਜਿਸਮ ਨੂੰ ਦਿਲ ਨੇ ਖੂਨ ਨੂੰ ਲੈਣਾ, ਤੁਹਾਡੇ ਗੁਰਦਿਆਂ ਨੂੰ ਦੇਣਾ, ਗੁਰਦਿਆਂ ਨੇ ਸਪਲਾਈ ਕਰਨਾ, ਉਹਨੂੰ ਵਾਪਸ ਦਿਲ ਨੂੰ ਦੇਣਾ, ਫਿਰ ਦਿਲ ਚੋਂ ਫੇਫੜਿਆਂ 'ਚ ਜਾਏਗਾ, ਉੱਥੋਂ ਆਕਸੀਜਨ ਨਾਲ ਅਟੈਚ ਹੋਏਗੀ, ਔਰ ਤੁਹਾਡੇ ਪੂਰੇ ਜਿਸਮ ਦੇ ਅੰਦਰ ਇਹਦੀ ਸਰਕੂਲੇਸ਼ਨ ਚੱਲੇਗੀ। ਜਿਹੜਾ ਹਿੱਸਾ ਮੇਰੇ ਦਿਲ ਤੋਂ ਜਿੰਨਾ ਜ਼ਿਆਦਾ ਦੂਰ ਹੈ, ਉੱਥੇ ਸਰਕੂਲੇਸ਼ਨ ਉਨੀ ਕਮ ਹੋਏਗੀ। ਮੇਰੇ ਪੈਰਾਂ ਨੂੰ ਬਲੱਡ ਵਾਸਤੇ ਐਕਸਰਸਾਈਜ਼ ਕਰਾਂਗਾ ਤਾਂ ਨਾਰਮਲ ਮੁਕਦਾਰ 'ਚ ਖੂਨ ਉੱਥੇ ਪਹੁੰਚੇਗਾ। ਅਗਰ ਮੈਂ ਉਹਨੂੰ ਰਿਲੈਕਸ ਰੱਖਾਂਗਾ ਤਾਂ ਮੇਰੀ ਉੱਥੇ ਖੂਨ ਦੀ ਸਪਲਾਈ ਕਮ ਹੁੰਦੀ ਜਾਏਗੀ। ਇਸੇ ਤਰ੍ਹਾਂ ਮੇਰੇ ਬਾਜ਼ੂ ਹੈ, ਅਗਰ ਇਹਨਾਂ ਦੀ ਮੈਂ ਮੂਵਮੈਂਟ ਨਹੀਂ ਕਰਾਂਗਾ ਔਰ ਸਟਿਲ ਇੱਕ ਹੀ ਜਗ੍ਹਾ ਬੈਠਾ ਹਾਂ, ਸੁਸਤੀ ਹੈ, ਡੈਜ਼ੀਨੈਸ ਹੈ, ਉਹਦੇ ਨਾਲ ਕੀ ਮੇਰੀ ਬਲੱਡ ਦੀ ਸਪਲਾਈ ਮੇਰੀ ਉਂਗਲੀਆਂ ਦੇ ਪੋਰੇ ਔਰ ਮੇਰੇ ਪੈਰਾਂ ਦੇ ਥੱਲੇ ਵਾਲੇ ਹਿੱਸਿਆਂ 'ਚ ਕਮ ਹੁੰਦੀ ਜਾਏਗੀ, ਜਿਹਦੀ ਵਜ੍ਹਾ ਦੇ ਨਾਲ ਤੁਸੀਂ ਦੇਖਦੇ ਹੋ ਕਿ ਸਿਗਰਟ ਦੀ ਡੱਬੀ ਦੇ ਉੱਪਰ ਉਹ ਸਿਗਰਟ ਖੋਲ ਰਹੇ ਹੋ, ਉੱਪਰ ਉਹਨਾਂ ਨੇ ਲਿਖਿਆ ਕਿ ਗੈਂਗਰੀਨ ਹੈ, ਤੁਹਾਡਾ ਪਾਉਂ ਗਲ ਗਿਆ ਹੈ, ਹੋਂਠ ਨੂੰ ਕੈਂਸਰ ਹੋ ਗਿਆ। ਉਹਦੀ ਵਜ੍ਹਾ ਕੀ ਕਿ ਜਿੰਨੇ ਹਿੱਸੇ ਤੁਹਾਡੇ ਦੂਰ ਹੈ ਉੱਥੇ ਸਰਕੂਲੇਸ਼ਨ ਕਮ ਹੋ ਜਾਂਦੀ ਹੈ। ਇਸ ਵਜ੍ਹਾ ਤੋਂ ਐਕਸਰਸਾਈਜ਼ ਕਰੋਗੇ ਤੇ ਉਹਦੇ ਨਾਲ ਤੁਹਾਡੀ ਸਰਕੂਲੇਸ਼ਨ ਬਿਹਤਰ ਹੋਏਗੀ, ਨਿਜ਼ਾਮ ਵੀ ਤੁਹਾਡਾ ਸਹੀ ਰਹੇਗਾ ਔਰ ਖੂਨ ਦਾ ਸਰਕੂਲੇਸ਼ਨ ਵੀ ਸਹੀ ਚੱਲੇਗੀ। ਹੁਣ ਐਕਸਰਸਾਈਜ਼ ਦਾ ਟਾਈਮ ਅਗਰ ਰੋਜ਼ੇ ਦੇ ਅੰਦਰ ਮੇਰੇ ਮੁਤਾਬਿਕ ਮੈਡੀਕਲੀ ਪੁਆਇੰਟ ਆਫ ਵਿਊ ਦੇ ਨਾਲ ਐਕਸਰਸਾਈਜ਼ ਦਾ ਬਿਹਤਰ ਟਾਈਮ ਜਿਹੜਾ ਨਾ ਉਹ ਇਫਤਾਰੀ ਤੋਂ 1-1.5 ਘੰਟਾ ਪਹਿਲੇ। ਸਹੀ। ਕਿਉਂਕਿ ਇਨ ਕੇਸ ਅਗਰ ਤੁਹਾਨੂੰ ਉਹਦੇ 'ਚ ਪਿਆਸ ਵੀ ਲੱਗਦੀ ਹੈ ਜਾਂ ਤੁਸੀਂ ਸ਼ੂਗਰ ਵਾਲੇ ਮਰੀਜ਼ ਵੀ ਹੋ ਔਰ ਤੁਸੀਂ ਫਿਰ ਵੀ ਆਪਣੇ ਆਪ ਨੂੰ ਐਕਸਰਸਾਈਜ਼ 'ਚ ਰੱਖਣਾ ਚਾਹੁੰਦੇ ਹੋ, ਉਸ ਦੌਰਾਨ ਅਗਰ ਤੁਸੀਂ ਕਰੋਗੇ ਤਾਂ ਤੁਹਾਨੂੰ ਰੋਜ਼ਾ ਤੋੜਨਾ ਨਹੀਂ ਪਏਗਾ, ਖੋਲਣਾ ਨਹੀਂ ਪਏਗਾ। ਲਿਹਾਜ਼ਾ ਤੁਹਾਨੂੰ ਪਤਾ ਹੋਏਗਾ ਕਿ 1-1.5 ਘੰਟਾ ਰਹਿ ਗਿਆ, ਹੁਣ ਮੈਂ ਐਕਸਰਸਾਈਜ਼ ਸ਼ੁਰੂ ਕਰਾਂ। ਜਦੋਂ ਮੇਰੀ ਐਕਸਰਸਾਈਜ਼ ਕਮ ਹੁੰਦੀ ਜਾਏਗੀ, ਟਾਈਮ ਖਤਮ ਹੁੰਦਾ ਜਾਏਗਾ ਤੇ ਅੱਗੇ ਇਫਤਾਰੀ ਦਾ ਟਾਈਮ ਆ ਜਾਏਗਾ ਔਰ ਮੈਂ ਕੰਪਲਿਕੇਸ਼ਨ 'ਚੋਂ ਯਾਨੀ ਪੇਚੀਦਗੀਆਂ 'ਚੋਂ ਬਚ ਜਾਵਾਂਗਾ। ਚਲੋ ਜੀ, ਇਹਦੇ ਨਾਲ ਹੀ ਮੈਂ ਦੋਨੋਂ ਡਾਕਟਰ ਹਜ਼ਰਾਤ ਦਾ ਸ਼ੁਕਰੀਆ ਅਦਾ ਕਰਦੇ ਹਾਂ। ਯਕੀਨਨ ਤੁਹਾਡੀਆਂ ਗੱਲਾਂ ਬਹੁਤ ਸਾਰੇ ਮਰੀਜ਼ਾਂ ਔਰ ਬਹੁਤ ਸਾਰੇ ਹੋਰ ਸੁਣਨ ਵਾਲਿਆਂ ਵਾਸਤੇ ਬਹੁਤ ਮੁਫੀਦ ਹੋਣਗੀਆਂ ਔਰ ਸਭ ਨੇ ਸੁਣਨ ਵਾਲਿਆਂ ਨੇ ਤਾਂ ਬਹੁਤ ਕੁਝ ਹਾਸਿਲ ਵੀ ਕੀਤਾ ਹੋਏਗਾ, ਸਿੱਖਿਆ ਵੀ ਹੋਏਗਾ। ਚਾਹਾਂਗਾ ਕਿ ਜਿਹੜੇ ਜਿੰਨੇ ਸ਼ੂਗਰ ਦੇ ਮਰੀਜ਼ ਨੇ, ਡਾਕਟਰ ਸਾਹਿਬ ਵੀ ਦੱਸ ਰਹੇ ਸਨ, ਉਹਦੇ 'ਚ ਅਗਰ ਉਹਨਾਂ ਵਾਸਤੇ ਰਮਜ਼ਾਨ ਦੀ ਟਿਪ ਹੈ ਕਿ ਜਿਸ ਤਰ੍ਹਾਂ ਕਾਰਬਸ ਜਿਹੜੇ ਨੇ ਉਹ ਤੁਸੀਂ ਕੰਟਰੋਲ ਲੈਣੇ, ਜਿਵੇਂ ਚੀਨੀ ਨਹੀਂ ਲੈਣੀ। ਸਾਨੂੰ ਇੰਨਾ ਪਤਾ ਹੈ ਕਿ ਅਸੀਂ ਸ਼ੂਗਰ ਨਹੀਂ ਖਾਣੀ, ਲੇਕਿਨ ਬਹੁਤ ਜ਼ਿਆਦਾ ਲੋਕਾਂ ਨੂੰ, ਈਵਨ ਪੜ੍ਹੇ ਲਿਖੇ ਲੋਕਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਤੇ ਕਿ ਕਾਰਬਸ ਕਿਹਦੇ 'ਚ ਹੁੰਦੇ ਨੇ। ਉਹਦੇ 'ਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਚੀਜ਼ ਅਸੀਂ ਗੰਦਮ ਯੂਜ਼ ਕਰਦੇ ਹਾਂ। ਗੰਦਮ ਦੀ ਜਿਹੜੀ ਰੋਟੀ ਹੈ, ਇੱਕ ਜਿਹੜੀ ਚਪਾਤੀ, ਉਹਦੇ 3 ਤੋਂ 4 ਚੀਨੀ ਸ਼ੂਗਰ ਹੁੰਦੀ, ਤੇ ਅਸੀਂ ਅਗਰ ਸਵੇਰ ਤੋਂ ਲੈ ਕੇ ਪਰਾਠਾ ਖਾ ਕੇ ਰਾਤ ਵੀ ਖਾਣੇ ਔਰ ਨਾਨ ਵੀ ਖਾਣੇ ਔਰ ਦੂਸਰੀ ਚੀਜ਼ਾਂ, ਤੇ ਇਹਦਾ ਮਤਲਬ 10-12 ਚਮਚ ਤੇ ਚੀਨੀ ਲੈ ਲਈ। ਤੇ ਡਾਇਬਟਿਕ
ਡਾਇਬੀਟਿਕ ਦੇ ਪੇਸ਼ੈਂਟ ਜਿਹੜੇ ਨੇ ਉਹ ਕਿਸ ਤਰ੍ਹਾਂ ਠੀਕ ਹੋ ਸਕਦਾ ਹੈ, ਉਹਦਾ ਲੈਵਲ ਜਿਹੜਾ ਕੰਟਰੋਲ ਨਹੀਂ ਹੋ ਸਕਦਾ। ਇਸ ਵਾਸਤੇ ਤੁਸੀਂ ਜਿਹੜਾ ਇਨਕੀ ਡਾਇਬੀਟਿਕ ਦੇ ਪੇਸ਼ੈਂਟ ਨੇ ਵੈਸੇ ਵੀ ਅਸੀਂ ਰਿਕਮੈਂਡ ਕਰਦੇ ਹਾਂ ਕਿ ਉਹ ਜਿਹੜੀ ਗੰਦਮ ਹੈ ਉਹਨੂੰ ਇਸਤੇਮਾਲ ਨਾ ਕਰੋ। ਬਾਕੀ ਅਨਾਜ ਵੀ ਅੱਲਾਹ ਤਾਲਾ ਨੇ ਪੈਦਾ ਕੀਤੇ ਨੇ, ਉਹਨਾਂ ਦੇ ਤੁਸੀਂ ਘਰ 'ਚ ਜਿਹੜਾ ਹੈ ਨਾ ਉਹ ਇਨਕੀ ਬਣਾ ਕੇ, ਜਿਸ ਤਰ੍ਹਾਂ ਜੌ ਹੈ, ਬਾਜਰਾ ਹੈ, ਦੂਸਰੇ ਇਨਕੀ ਅਨਾਜ ਨੇ, ਠੀਕ ਹੈ, ਉਹਨਾਂ ਦਾ ਬਣਾ ਕੇ ਤੁਸੀਂ ਇਸਤੇਮਾਲ ਕਰ ਸਕਦੇ ਹੋ। तो कोशिश करो कि गंदम तो जोड़ा है ना अवॉइड करो। 40 ईयर तो बाद वैसे ही गंदम तो एहतियात बरतनी चाहिए ਤੇ ਪਲੱਸ ਜਿਹੜਾ ਹੈ ਡਾਇਬੀਟਿਕ ਪੇਸ਼ੈਂਟ ਸਪੈਸ਼ਲੀ ਕਰਨ। ਬਿਲਕੁਲ ਡਾਕਟਰ ਹਜ਼ਰਾਤ ਦੇ ਇਹਨਾਂ ਮੁਫੀਦ ਮਸ਼ਵਰਿਆਂ ਦੇ ਨਾਲ ਅਸੀਂ ਹੁਣ ਵਧਦੇ ਹਾਂ ਇੱਕ ਬ੍ਰੇਕ ਦੀ ਤਰਫ, ਔਰ ਬ੍ਰੇਕ ਤੋਂ ਪਹਿਲੇ ਖੂਬਸੂਰਤ ਆਵਾਜ਼ ਦੇ ਵਿੱਚ ਹਦੀਆ ਨਾਤ ਪੇਸ਼ ਕਰਨਗੀ ਬਾਬਰਾ ਬਤੂਲ ਸਾਹਿਬਾ। ਜਿਨੇ ਮਿਲੇ ਥੇ न कांटे उन्हें भी फूल मिले, हमें नबी से मुसावात के असूल मिले, जिन्हें मिले थे। लगाऊं आँखों से उसको सजाऊं, तन पर मैं अगर हजूर के कदमों की मुझको धूल मिले, अगर हजूर के कदमों की मुझको धूल मिले, हमें नबी से मुसावात के असूल मिले। गमे रसूल से बढ़कर नहीं खुशी कोई, वो खुश नसीब है जिसको हमें रसूल मिले, हमें नबी से मुसावात के असूल मिले। न सर झुका कटाया है दीन की खातिर, हुसैन पाक को नाना के वो असूल मिले, हमें नबी से मुसावात के असूल मिले।
ਜੀ ਨਾਜ਼ਰੀਨ, ਇੱਕ ਵਾਰ ਫਿਰ ਜੀ ਆਇਆਂ ਨੂੰ। ਤੇ ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸਾਂ ਜਿਸਮਾਨੀ ਬਿਮਾਰੀਆਂ ਤੇ ਉਹਨਾਂ ਤੋਂ ਕਿਸ ਤਰ੍ਹਾਂ ਬਚਣਾ ਹੈ ਡਾਕਟਰ ਸਾਹਿਬਾਨ ਦੇ ਹਵਾਲੇ ਨਾਲ। ਤੇ ਹੁਣ ਅਸੀਂ ਦਾਵਤ ਦਿੱਤੀ ਹੈ ਅਲਾਮਾ ਪੀਰ ਇਰਫਾਨ ਇਲਾਹੀ ਕਾਦਰੀ ਸਾਹਿਬ, ਜੋ ਕਿ ਇਸਲਾਮੀ ਸਕਾਲਰ ਨੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਜੀ ਆਇਆਂ अस्सलाम ਨੂੰ। वरहमतुल्लाह। ਤੇ ਸਾਨੂੰ ਬ੍ਰੇਕ 'ਚ ਜੁਆਇਨ ਕੀਤਾ ਹੈ ਬਾਬਰ ਹਸਨ ਖਾਨ ਸਾਹਿਬ, ਜਿਹੜੇ ਕਿ ਨਾਤੇ ਰਸੂਲ ਮਕਬੂਲ ਸੱਲੱਲਾਹੁ ਅਲੈਹਿ ਵਸੱਲਮ ਪੇਸ਼ ਕਰਨਗੇ। ਤੇ ਜਿਸਮਾਨੀ ਬਿਮਾਰੀਆਂ ਤੋਂ ਬਾਅਦ ਹੁਣ ਅਸੀਂ ਗੱਲ ਕਰਾਂਗੇ ਰੂਹਾਨੀ ਬਿਮਾਰੀਆਂ ਦੀ। ਤੇ ਸਿਲਸਿਲੇ ਨੂੰ ਅੱਗੇ ਲੈ ਕੇ ਚੱਲਦੇ ਹਾਂ। ਹਜ਼ੂਰ ਵਾਲਾ, ਇਹ ਦੱਸੋ ਕਿ ਕੁਰਾਨ ਔਰ ਹਦੀਸ ਦੀ ਰੋਸ਼ਨੀ ਵਿੱਚ ਸ਼ਰ ਮਵਾਸਾਤ ਤੋਂ ਕੀ ਮੁਰਾਦ ਹੈ, ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਅਮਲੀ ਜ਼ਿੰਦਗੀ ਦੇ ਵਿੱਚ ਸਾਨੂੰ ਇਸ ਹਵਾਲੇ ਨਾਲ ਕੀ ਰਹਿਨੁਮਾਈ ਮਿਲਦੀ? बिस्मिल्लाहिर्रहमानिर्रहीम। मौला सल्लि वसल्लिम दाइमन अबदा अला हबीबिका खैरिल खल्क़ि कुल्लिहिम। बहुत शुक्रिया प्रोफेसर साहब। शहर मवासात माह रमज़ानुल मुबारक जिहड़ा है, मवासात का मतलब है हमदर्दी, खैर खाही, खुल्क़ अज़ीम, लोगों नाल प्यार, इखलाक, मुहब्बत, हुस्न मुआशरत। रमज़ानुल मुबारक शहर मवासात, शहर उस जगह नूं कहा जाता है जिथों ज़रूरियात ज़िंदगी दी हर चीज़ मिले। सही। मवासात यानी हमदर्दी दे मुतल्लिका हर वो पहलू जिहड़ा खैर खाही, खुल्क, मुहब्बत, इखलाक, इसार, रवादारी दे विच पाया जाए, वो तमाम चीज़ां इस माह मुकद्दस अंदर मौजूद ने। हुण नबी अकरम सल्लल्लाहु अलैहि वसल्लम सारी तालीमात हुजूर दी हमदर्दी ते है, बल्कि सरकार दो आलम सल्लल्लाहु अलैहि वसल्लम दे इरशाद आलिशान है कि जिहड़ा बंदा इबादत करता रहे, रियाजत करता रहे, लेकिन अल्लाह दी मखलूक नाल मुहब्बत ना करे, इखलाक ना रखे, हुस्न मुआशरत उसके अंदर ना होन, अल्लाह तबारक व तआला उसकी इबादत भी कबूल नहीं फरमांदा। चूँकि सारी कायनात अल्लाह दा कुनबा है, हदीस मुबारक है। और नबी रहमत सल्लल्लाहु अलैहि वसल्लम का इरशाद है कि जदों कोई बंदा अल्लाह की मखलूक नाल इखलाक मुहब्बत नाल पेश आंदा है, अल्लाह तबारक व तआला नूं बंदा बड़ा महबूब हो जाता है, वो बंदा बड़ा मकबूल हो जाता है। और सरकार दो आलम सल्लल्लाहु अलैहि वसल्लम की बारगाह नाज अंदर अर्ज़ किया गया कि या रसूलल्लाह सल्लल्लाहु अलैहि वसल्लम, अल्लाह तबारक व तआला नूं सब तो ज़्यादा महबूब अमल किहड़े ने? उसके अंदर सब तो पहले सरकार ने इरशाद फरमाया कि अल्लाह तबारक व तआला नूं लोगां दे नाल भलाई करना सब तो ज़्यादा महबूब है। लोगां दे नाल इखलाक, मुहब्बत नाल पेश आना, ये अल्लाह तबारक व तआला नूं बहुत ज़्यादा पसंद है। और सहाबा किराम रिज़वानुल्लाह तआला अलैहिम अजमाइन दी हयात तय्यबा विचों एक गल मैं अर्ज़ करां, उस दे नाल हदीस मुबारक पेश करांगा। हज़रत अब्दुल्ला इब्न मसूद रदी अल्लाह तआला अन्हु आप मस्जिद नबवी शरीफ च बैठे, इतकाफ़ फरमा रहे हैं। इतकाफ़ इतनी बड़ी इबादत, और फिर मस्जिद नबवी शरीफ दा एक शख्स आप दे कोल आके ते बड़ा उदास ते मगमूम ते परेशान होकर बैठ गया। आप उन्होंने पुछदे ने तू बड़ा परेशान है, की वजह है? आखदा जनाब मैं एक बंदे का कर्ज देना है, वो बंदा मैनू बार बार तंग करदा है। आपने फरमाया अगर तू इजाज़त देवें तो मैं उस बंदे नू जाके पुछ सकना? उस आख्या हाँ जनाब ज़रूर पूछो। आपने फौरन जूता पहनिया तो मस्जिद तो बाहर निकल आए। वो शख्स अर्ज करदा हुजूर क्या तुसी भुल ते नहीं गए, तुसी इतकाफ़ दी हालत विच सो? आपने फरमाया कि करीम आका सल्लल्लाहु अलैहि वसल्लम दा इरशाद आलीशान है, किसी दी हमदर्दी वास्ते उठाया हुआ कदम 10 साल दे इतकाफ़ तो भी ज़्यादा दर्जा रखता है। यानी हमदर्दी, इखलाक, यही मवासात है। और फिर रमज़ानुल मुबारक के अंदर असी अगर ये अमल करांगे कि जिथे फ़राइज़ का दर्जा 70 गुना हो जाता है और नवाफिल का दर्जा फ़राइज़ के बराबर मिलता है, अल्लाह तबारक व तआला इस अमल को बहुत पसंद फरमाता है। अलामा साहब, जिवें तुसीं दस्सिया कि इहदा असल मकसद जिहड़ा है वो बहुत ज़्यादा दर्जात जी बेशक, इबादत दे जिहड़े वो मिलते हैं, तो रोज़े का मकसद जिवें तकवा हासिल करना है। जी बेशक। तो तकवा असी किवें हासिल कर सकते हैं? अपनी ज़िंदगी दे रोज़मर्रा मामूलात नूं किवें ढालीए कि सानू तकवा हासिल हो जाए? जी डॉक्टर साहब, बहुत खूबसूरत सवाल तुसीं कीता है। रोज़े का मकसद ही अल्लाह तबारक व तआला ने फरमाया लअल्लकुम तत्तकून, ताकि तुहानू तकवा मिल जाए, बिल्कुल तुहानू परहेजगारी मिल जाए। रोज़ा असा रखे है, इबादत कर रहे हैं, सब कुछ हो रहा है, लेकिन उस दे नाल नाल असीं लोगों को तकलीफ भी दे रहे हैं, लोगों की तकलीफ का सबब भी बन रहे हैं। मुसल्ले ते भी असीं बैठे हैं,
ਲੇਕਿਨ ਸਾਡੇ ਕੋਲ ਲੋਕ ਤੰਗ ਵੀ ਨੇ। ਅੱਲਾਹ ਤਬਾਰਕ व तआला ने कुरान मजीद फुरकान हमीद सूरह बकरा के अंदर इरशाद फरमाया है कि ਤੁਹਾਡਾ ਸਿਰਫ ਮਸ਼ਰਕ ਦੀ ਤਰਫ ਮੂੰਹ ਕਰਕੇ ਕਿਬਲਾ रूह हो जाना और मुसल्ले ते बैठ जाना ही सब कुछ नहीं है, बल्कि लोगों के नाल खैर खाही मुहब्बत बिला रंगो नस्ल बिला इम्तिजाज, यानी ये ना देखो ये गरीब है ये अमीर है ये मुस्लिम है ये गैर मुस्लिम है, हर किसी दे नाल इस तरीके नाल पेश आओ कि अल्लाह दे बंदे समझदे होया। और खालके कायनात ने सूरह निसा के अंदर अल्लाह तबारक व तआला ने जेड़ा सानू हुस्ने इखलाक हुस्ने माशरत सिखाया है वो अपने घर की चार दीवारी तो शुरू फरमाया। वबिल वालिदैन इहसाना वबिज़िल कुरबा वल यतामा वल मसाकीन व जारिज़िल कुरबा व जारिल जुनुब व साहिब बिल जंब व इब्निस सबील वमा मलकत ऐमानुकुम, यानी घर की चार दीवारी वालदैन तो लैके अपनी औलाद रिश्तेदार, उस तो बाद यतीम मिसकीन राहगीर मुसाफिर हमसाई मुहल्लेदार, इस तो इलावा अल्लाह तबारक व तआला ने अपने खादिम सर्वेंट मुलाजमीन दे नाल सानू हुस्ने सलूक दा हुक्म इरशाद फरमाया। रोज़ा जेड़ा तकवा लैके आया है, जेड़ा तकवा सानू अता फरमा रहा है, तकवा इसे सूरत विच मिलेगा कि जदों असी अल्लाह दी मखलूक नाल प्यार करांगे, अल्लाह दी मखलूक नाल मुहब्बत करांगे, अल्लाह दी मखलूक नू राज़ी करांगे। रोज़ा भी रखिया होवे अल्लाह दी मखलूक नू राज़ी भी कर रही होएगी, अल्लाह तबारक व तआला नू इतना पसंद है और अल्लाह तबारक व तआला उस इंसान बंदा ही मोमिन नू मोमिन हुंदा ही। देखो ना रमज़ान शरीफ रोज़ा जेड़ा है ये मोमिनीन वास्ते मोमिन ते फर्ज होया है, और मोमिन जदों तकवे दी मेराज पा लैंदा है अल्लाह तबारक व तआला उन्होंने ऐसा मुकाम अता फरमा दिंदा है कि अल्लाह रब्बुल इज़्ज़त दी बारगाह दे विच बंदा मकबूल हो जाता है, और मकबूल बारगाह जदों इंसान हो जाता है उस इंसान नूं तकवा मिलता है और रोज़े दे तमाम मकासिद और फराइज़ उसनूं अता हो जाते हैं। बिल्कुल ठीक है। अच्छा लामा साहब ये दसो कि आका सल्लम रमज़ान मुबारक तो इलावा भी रोज़े रखते सन, यानी जिवें पीर यानी सोमवार के दिन जड़ा ना रवायात चाहता है कि जी तो उन्होंने चाहने वाले मनने वाले औलिया इकराम उन्होंने भी भुख नूं प्रैफर किया है, भुख नूं तरजीह दी है खान तो। तो ये जड़ा भुखा रहन वाला अमल है ये सानू किस तरह रूहानीयत दी मंजिलां जड़ियां ना वो तय करवाता है, ये पिछे की वजह? जी प्रोफैसर साहब बहुत खूबसूरत सवाल है। और रूह नूं बालीदगी देने वास्ते रोज़ा रखा गया जी, रूह नूं बालीदगी देने वास्ते, रूह नूं पाक करने वास्ते। जदों असी इंसान फाका कशी विच हुंदा है उस वक्त इसका दिल नूर नाल मामूर हुंदा है। सुभान। और माहे रमज़ानुल मुक़द्दस देखो ना अल्लाह रब्बुल इज़्ज़त ने सरकार दो आलम सल्लल्लाहु अलैहि वसल्लम की हदीस मुबारक है, सरकार फरमाते हैं कि रोज़ादार दे मुँह की बदबू अल्लाह तबारक व तआला नूं मुश्क अंबर तो ज़्यादा अजीज़ है। यानी प्रैक्टिकली असी देखिए कि अपने मुँह की बदबू असी खुद बर्दाश्त नहीं कर सकते, लेकिन अल्लाह रब्बुल इज़्ज़त नूं किस कदर पसंद है। और फाका कशी का जिहड़ा मुकाम है, देखो अवतार के वक्त इंसान किस हालत में हुंदा है, मुकम्मल ओदा जिहड़ा मैदा खाली है वो अपने बिल्कुल फाका कशी विच है। और तरीक़त के अंदर साडे बुजुर्गां ने दीन ये गल इरशाद फरमाते ने, वो फरमाते ने कम खाओ कम गुफ्तगू करो और कम सो नींद भी कम लवो। सब तो पहले उन्हें खाने नूं क्या खाना कम खाओ। देखो बदर दे मुकाम ते सहाबा किराम पेट ते पत्थर बनने ने, लेकिन अल्लाह तबारक व तआला की इजाज़त अता फरमा रहा है। हुण असी जिहड़ी अज दे दौर विच गल कर रहे हैं इस वक्त वो ये वे कि जदों असी फाका कशी मूसा अलैहिस्सलाम अल्लाह दे प्यारे जलीलुल कदर नबी आप अल्लाह रब्बुल इज़्ज़त दे नाल हम कलाम ने अर्ज करते ने मालिक क्या मेरे तो ज़्यादा भी कोई करीब है, कोई ऐसा शख्स भी है जिहड़ा मेरे तो ज़्यादा कुर्ब रखदा तेरे नाल? अल्लाह रब्बुल इज़्ज़त ने फरमाया हाँ प्यारे मूसा मेरे आखिर ज़मा रसूल हज़रत मुहम्मद मुस्तफ़ा सल्लल्लाहु अलैहि वसल्लम दा उम्मती होवेगा और माह रमज़ानुल मुबारक च उन्हें रोज़ा रखा होवेगा और ऐन अफ्तार दा वक़्त होवेगा, वो दस्तरखान बिछा के बैठा होवेगा और अज़ान मगरब का इंतज़ार होवेगा, रोज़ा अफ्तार करन दा इंतज़ार होवेगा। उस वक़्त वो बंदा मेरी इतना करीब होवेगा, इतना कुर्ब पा लवेगा कि जेड़ी दुआ भी करेगा मैं उन्हें शरफ़े कबूलियत अता फरमावांगा। ये किस वजह नाले? भूख, शिद्दत भूख है ना उस वक्त, फाका कशी है। और नबी रहमत सल्लल्लाहु अलैहि वसल्लम ने इस चीज़ को बहुत पसंद फरमाया और सरकार ने ये तालीम इरशाद फरमाई कि तुसी अफतारी का वक्त बैठे हो या सहरी का वक्त है, तुहाडे कोल दो खजूरां ने, अगर साइल आ जाता एक उन्होंने दे दो, एक तुसी इस्तेमाल कर लो, वो अल्लाह तबारक व तआला अजर तुहानू ज़्यादा अता फरमा देगा। और बिल्कुल फाका कशी इंसान नू
ਉਹ ਆਪਣਾ ਬੁਲੰਦੀਆਂ ਦੀ ਤਰਫ ਲੈ ਕੇ ਜਾਂਦੀ ਏ ਔਰ ਤਰੀਕਤ ਦੇ ਅੰਦਰ ਇਸ ਚੀਜ਼ ਦਾ ਬਹੁਤ ਬੜਾ ਮੁਕਾਮ ਹੈ ਕਿ ਫਾਕਾ ਕਸ਼ੀ ਨਾਲ ਉਹ ਮੰਜ਼ਰ ਅੱਲਾਹ ਤਬਾਰਕ व तआला ਇਨਸਾਨ ਨੂੰ ਅਤਾ ਫਰਮਾ ਦਿੰਦਾ ਹੈ ਜਿਹੜੀ ਕਈ ਸਾਲ ਇਬਾਦਤ ਨਾਲ ਵੀ ਅਤਾ ਨਹੀਂ ਹੁੰਦੀ। ਬਿਲਕੁਲ। ਸਹੀ ਤੇ ਜਿਵੇਂ ਤੁਸੀਂ ਫਰਮਾਇਆ ਕਿ ਜੀ ਇਫਤਾਰ ਤੋਂ ਪਹਿਲੇ ਅੱਲਾਹ ਤਾਲਾ ਫਰਮਾਉਂਦਾ ਹੈ ਜਿਹੜੀ ਵੀ ਦੁਆ ਬੇਸ਼ੱਕ ਮੰਗੋਗੇ ਕਬੂਲ ਹੋਏਗੀ। ਤੇ ਐਸੀਆਂ ਕਿਹੜੀਆਂ ਮਸਨੂਨ ਦੁਆਵਾਂ ਨੇ ਬਿਲਕੁਲ ਜਿਨ੍ਹਾਂ ਨੂੰ ਅਸੀਂ ਜਿਹੜਾ ਨਾ ਜ਼ਿਹਨ 'ਚ ਰੱਖੀਏ ਇਫਤਾਰ ਤੋਂ ਪਹਿਲੇ ਵੀ ਔਰ ਮਾਹ ਰਮਜ਼ਾਨ ਦੇ ਦੌਰਾਨ ਵੀ? देखो जी प्रोफेसर साहब, अल्लाह तबारक व तआला को अल्लाह की रहमत मंगना इस तो बड़ी दुआ कोई नहीं। ਸੁਭਾਨ ਅੱਲਾਹ। गो के दुआवां सुन्नत मुताहरा के मुतलका सानू तालीम फरमाइया गई ने। आदम अलैहिस्सलाम ने अल्लाह की बारगाह में अर्ज किया, कुरान सानू दस रहा है कि रब्बना ज़लमना अनफुसना व इल्लम तगफिर लना व तरहम लना कुनन्ना मिनल खासिरीन रब्बना अफ़रिग अलैना सब्रन व सब्बित अक़दामना वंसुरना अलल कौमिल काफ़िरीन। मुख्तलिफ बेशुमार दुआवां ने, लेकिन मेरी नज़र में मेरे शेख कामिल ये फरमाते सन कि अल्लाह रब्बुल इज़्ज़त को अल्लाह की रहमत तलब की जाए। देखे ना असी तलब कर रहे हैं या अल्लाह सानू मकान अता फरमा दे या अल्लाह सानू खाना अता फरमा। अक्सर बेशतर ऐसा ही होंदा है कि दस्तरखान ते असी बैठे होंगे हैं, उस वक्त की हो रहा होंदा है कि या अल्लाह अज मेरी दुकानदारी अच्छी नहीं रही, सुबह दुकान अच्छी हो जाए। मकान मेरा छोटा, या अल्लाह मकान बड़ा मिल जाए। बैंक बैलेंस कोई नहीं, या अल्लाह मेरा बैंक बैलेंस हो जाए। गड्डी मेरे को कोई नहीं, या अल्लाह मैनू गड्डी मिल जाए। लेकिन जो अल्लाह रब्बुल इज़्ज़त की रहमत तलब करांगे उस दे अंदर बैंक बैलेंस भी मौजूद है, गड्डी भी मौजूद है, उस दे अंदर मकान भी मौजूद है, और सब तो बड़ी बात है कि अल्लाह रब्बुल इज़्ज़त को बख्शिश तलब की जाए। जी बख्शिश अल्लाह रब्बुल इज़्ज़त को तलब की जाए। ए चंद रोज़ा जिंदगी 40 साल है, 50 साल है, 60 साल है, असां गुजार के चले जाने। लेकिन बख्शिश का जिहड़ा अमल है वो एक लामहदूद अरसा है, उसका सानू पता कोई नहीं। और अल्लाह रब्बुल इज़्ज़त को बख्शिश मंगी जाए और अल्लाह बड़ा बेनियाज है, बख्श दवे। तो एक ऐसा साडा अमल इबादत करते रहिए बख्शिश ना होवे। बिल्कुल। लेकिन बसाओकात बख्शिश तो मेरा रब आए तो जनाब बिशर हाफी अलैह रहमा शराब खाने चो निकले जी तो शराब खाने जो बंदा निकलता शराब पी के निकलता या शराबियां दे कोल बैठ के निकले। आप निकले ने अपने नशे में दुत ने, बाहर निकले तो कागज़ का टुकड़ा देखा, उत्थे अल्लाह रब्बुल इज़्ज़त दा इसमें मुबारक लिखी। जी सुभान। आपने उसनू उठाया, उसनू मुअत्तर किया और आपने कहा या अल्लाह एडी तेरी शान है, इतना तेरा मुकाम है और तेरा नाम तेरा इसमें पाक ज़मीन ते। उसनू मुअत्तर करके बुलंद मुकाम ते रख दिता। हातिफ तो आवाज़ आई कि ए बिशर अज तू लैके तेरा दर्जा औलिया दी जमात विच है, तो अल्लाह दा मकबूल हो गया है, अल्लाह दा मकबूल हो गया है। और उस तो बाद अल्लाह रब्बुल इज़्ज़त ने बगदाद के जानवरों में शऊर अता फरमाया, चूँकि बिशर हाफी नंगे पाँव चलते सन। बगदाद के जानवरों में शऊर अल्लाह रब्बुल इज़्ज़त ने अता फरमाया कि बगदाद की गलियां में गोबर नहीं करते। अल्लाह फरमाया कि मेरा बिशर नंगे पैरी फिरदा है, ਤੁਹਾਡਾ ਬੌਲੋ ਬਰਾਜ਼ ਇਹਨੂੰ ਨਾ ਲੱਗ ਜਾਏ। यानी अल्लाह को जो बख्शिश मंगी जाए तो अल्लाह रब्बुल इज़्ज़त इंसान को बख्श दिंदा है। इस तो बड़ी दुआ और कोई नहीं। जी बिल्कुल। अच्छा जी, रमज़ान के महीने जी स्पेशल ट्रांसमिशन है वो जारी है। अलामा साहब ने सानू बहुत ही खूबसूरत और सबक आमोज़ गल्लां दसियां कि रमज़ान में सब तो ज़्यादा बहुत ज़्यादा अल्लाह को मंगन वाली चीज़ जी बख्शिश है। अल्लाह पाक सानू सब नू इस मुबारक महीने साढ़े गुनाहां नू माफ़ करे जी। इस टाइम असी बहुत ही खूबसूरत आवाज़ नात सुनांगे, क्योंकि जो वजह तखलीके कायनात है एक में हो सकता है कि उन्हों का जिक्र ना होए। तो आइए खूबसूरत नात सुनते हैं बाबर हसन खान साहब तो। आइयां ठंडियां हवावां मदीने दियां, याद आइयां फज़ावां मदीने दियां, याद आइयां फज़ावां मदीने दियां। तैनू सद लैन गए कदे ना कदे, तैनू सद लैन गए कदे ना कदे, मंगदा रहो तू दुआवां मदीने
ਮੰਗਦਾਰਾ ਤੂੰ ਦੁਆਵਾਂ ਮਦੀਨੇ ਦੀਆਂ ਜਿੱਥੋਂ ਲੰਘਦਾ ਸੀ ਸੋਹਣਾ ਹਬੀਬੇ ਖੁਦਾ ਜਿੱਥੋਂ ਲੰਘਦਾ ਸੀ ਸੋਹਣਾ ਹਬੀਬੇ ਖੁਦਾ ਰਾਹ ਤੱਕ ਦੀਆਂ ਰਾਵਾਂ ਮਦੀਨੇ ਦੀਆਂ ਆਈਆਂ ਠੰਡੀਆਂ ਹਵਾਵਾਂ ਮਦੀਨੇ ਦੀਆਂ ਹੁਣ ਤੇ ਸਦ ਲੈ ਮਦੀਨੇ ਦੇ ਵਿੱਚ ਸੋਹਣਿਆ ਹੁਣ ਤੇ ਸਦ ਲੈ ਮਦੀਨੇ ਦੇ ਵਿੱਚ ਸੋਹਣਿਆ ਦੇਵੇ ਲੂੰ ਸਦਾਵਾਂ ਮਦੀਨੇ ਦੀਆਂ ਦੇਵੇ ਲੂੰ ਸਦਾਵਾਂ ਮਦੀਨੇ ਦੀਆਂ ਆਈਆਂ ਠੰਡੀਆਂ ਹਵਾਵਾਂ ਮਦੀਨੇ ਦੀਆਂ ਵੈਲਕਮ ਬੈਕ ਪ੍ਰੋਗਰਾਮ ਅੱਜ ਦੇ ਮਹਿਮਾਨ ਵਿੱਚ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਸਾਨੂੰ ਬ੍ਰੇਕ ਦੇ ਵਿੱਚ ਦੋ ਹੋਰ ਪ੍ਰੋਣਿਆਂ ਨੇ ਜੁਆਇਨ ਕੀਤਾ ਹੈ। ਸਾਡੀ ਬਹੁਤ ਹੀ ਮੁਹਤਰਮ ਮੌਲਮਾ ਕੋਕਬ ਸ਼ਹਿਜ਼ਾਦ ਸਾਹਿਬਾ ਜੋ ਕਿ ਇੱਕ ਰਿਸਰਚਰ ਵੀ ਨੇ, ਦਰਸੋ ਤਦਰੀਸ ਨਾਲ ਇਹਨਾਂ ਦਾ ਤਾਲੁਕ ਹੈ। ਤੇ ਮੈਡਮ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ। ਬਹੁਤ ਸ਼ੁਕਰੀਆ ਤੁਸੀਂ ਤਸ਼ਰੀਫ ਲੈ ਕੇ ਆਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਹੋਰ ਹਦੀਆ ਨਾਤ ਪੇਸ਼ ਕਰਨ ਵਾਸਤੇ ਸਾਡੇ ਦੂਸਰੇ ਮਹਿਮਾਨ ਜੋ ਕਿ ਤਸ਼ਰੀਫ ਲੈ ਕੇ ਆਏ ਨੇ, ਕਾਰੀ ਮੁਹੰਮਦ ਅਮੀਨ ਨਕਸ਼ਬੰਦੀ ਸਾਹਿਬ। ਅਸਲਾਮ ਅਲੈਕੁਮ ਜੀ ਸਰ, ਜੀ ਆਇਆਂ ਨੂੰ। ਬਹੁਤ ਸ਼ੁਕਰੀਆ ਤੁਸੀਂ ਤਸ਼ਰੀਫ ਲੈ ਕੇ ਆਏ। ਮੈਡਮ ਤੁਹਾਡੇ ਕੋਲੋਂ ਅਸੀਂ ਸਵਾਲ ਜਵਾਬ ਦਾ ਦੁਬਾਰਾ ਤੋਂ ਆਗਾਜ਼ ਕਰਦੇ ਹਾਂ ਕਿ ਰਮਜ਼ਾਨ ਦੀ ਤਿਆਰੀ ਇੱਕ ਪਾਸੇ ਤਾਂ ਸਾਡੇ ਜ਼ਿਹਨਾਂ ਵਿੱਚ ਹੁੰਦਾ ਹੈ ਕਿ ਰਮਜ਼ਾਨ ਆ ਰਿਹਾ ਹੈ ਜੀ, ਆ ਵੀ ਬਣਾ ਕੇ ਫਰੀਜ਼ ਕਰ ਲਓ, ਉਹ ਵੀ ਬਣਾ ਕੇ ਫਰੀਜ਼ ਕਰ ਲਓ, ਆਪ ਥੋੜਾ ਜਿਹਾ ਚਟਨੀ ਕੁੱਟ ਕੇ ਰੱਖ ਲਓ। ਇਹ ਤੇ ਹੋ ਗਈਆਂ ਤਿਆਰੀਆਂ, ਲੇਕਿਨ ਅਸਲ ਤਿਆਰੀ ਜੋ ਕਿ ਸਹਾਬਾ ਕਰਾਮ ਕਰਦੇ ਹੁੰਦੇ ਸਨ, ਜੋ ਕਿ ਉਸ ਦੌਰ ਵਿੱਚ ਹੁੰਦੀ ਸੀ, ਉਹ ਕੀ ਤਿਆਰੀ ਹੈ ਜੋ ਕਿ ਸਾਨੂੰ ਆਪਣੇ ਘਰਾਂ ਵਿੱਚ ਲਾਜ਼ਮੀ ਕਰਨੀ ਚਾਹੀਦੀ ਹੈ, ਔਰ ਖਸੂਸਨ ਖਵਾਤੀਨ ਨੂੰ, ਕਿਉਂਕਿ ਖਵਾਤੀਨ ਮਾਂ ਦੀ ਜਿਹੜੀ ਗੋਦ ਹੈ ਉਹ ਪਹਿਲੀ ਦਰਸਗਾਹ ਹੈ, ਉਹਦੇ ਵਿੱਚੋਂ ਹੀ ਅਗਲੀ ਨਸਲ ਨੇ ਸਿੱਖਣਾ ਹੈ, ਸਮਝਣਾ ਹੈ, ਲੈ ਕੇ ਚੱਲਣਾ ਹੈ। ਤੇ ਉਹਨਾਂ ਵਾਸਤੇ ਉਸ ਹਵਾਲੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ? औज़ु बिल्लाहि मिनश शैतानिर रजीम बिस्मिल्लाहिर रहमानिर रहीम। कुरान मजीद विच अल्लाह ताला ने फरमाया या अय्युहल्लज़ीना आमनु कुतिबा अलैकुम सियामु कमा कुतिबा अलल्लज़ीना मिन क़ब्लिकुम लअल्लकुम तत्तकून। यानी रोज़े का जिहड़ा मफहूम है और फ़ायदा है कि असी अपना तज़किया नफ्स करिए, साडे अंदर जिहड़े गुनाहां दा एहसास पैदा हो जाता है और असी गुनाह की तरफ माइल हो जाते हैं, उन्होंने कंट्रोल करने की एक तरबीयत है। जिस तरह मुख्तलिफ कंपनियां दे विच रिफ्रैशर कोर्सिस कराए जाते हैं इंपलॉयज़ नूं, इसी तरह अल्लाह ताला अपने बंदियां दी दोबारा तो तस्किया करना या उन्होंने रिफ्रैश कोर्स करते हैं रमज़ान दे विच। और रमज़ान दे विच जिहड़ा ना वो अल्लाह ताला दी जायज़ क्यों चीज़ों नूं असी अपने उत्तर अल्लाह दी इजाज़त तो बगैर अब नहीं खाते पीते। यानी आपने फजर तक सहरी करनी है, मगरिब दे फौरन अजान होंदे नाल ही तुहाडा रोज़ा इफ्तार हो जाएगा और इस दौरान जो तुसी नमाज़ां पढ़नियां ने, कुरान मजीद पढ़ना है। अच्छा, रमज़ान की एक होर सबसे बड़ी जिहड़ी अहमियत है वो है कि इहदे च कुरान मजीद नाज़िल होया। शाहरो रमज़ान अल्लज़ी उनज़िला फ़ीहिल कुरान। अल्लाह ताला ने कहा कि कुरान मजीद जिहड़ा है वो साडा ज़ाब्ता हयात है और असी साडा पूरा दीन, पूरी शरीयत, अल्लाह दे अहकामात कुरान मजीद च बयान हो गए ने। तो मैं समझनी हाँ कि खवातीन ज़ाहिर गल है कि जो इंसान रोज़ा रखता है तो बच्चों की भी कुछ खान पीन की स्पैशल डिमांड्स होंदियां ने,
ਕੁਝ ਅਸੀਂ ਖਵਾਤੀਨ ਦੀ ਕਿਚਨ ਤੋਂ ਇਲਾਵਾ ਹੁੰਦਾ ਹੈ ਕਿ ਜੀ ਅਸੀਂ ਆਪਣਾ ਈਦ ਦੀ ਵੀ ਤਿਆਰੀ ਕਰੀਏ ਔਰ ਬਾਜ਼ਾਰਾਂ 'ਚ ਵੀ ਰਸ਼ ਹੋ ਜਾਂਦਾ ਹੈ, ਚੂੜੀਆਂ ਲੈ ਰਿਹਾ, ਕੋਈ ਜੋੜਾ ਲੈ ਰਿਹਾ, ਕੋਈ ਕੱਪੜੇ ਲੈ ਰਿਹਾ, ਕਿਸੇ ਦੀ ਬਹੂ ਦੀ ਈਦੀ ਜਾਣੀ ਹੈ, ਕਿਸੇ ਦੀ बेटी ਦੀ ईदी जानी है। ये सब चीज़ा इस्लाम तो मना नहीं करता, ये बिल्कुल गलत बात है। अल्लाह ताला कहते हैं खाओ पियो और तुसी किसी चीज़ को हराम ना करो, लेकिन इतदाल दे नाल। हाँ, जिहड़ा रमज़ान च सब तो ज़्यादा फोकस सानू करन दी ज़रूरत है ना, वो अपने अंदर दी गंदगी नू साफ करना है, अपने अंदर दी अलाइशा नू साफ करना है। और एज अ माँ जिहड़ी सब तो वड्डी रिस्पॉन्सिबिलिटी है कि माँ जिहड़ा पूरा इंस्टीट्यूट है, माँ दी गोद जिहड़ी है पूरी इंस्टीट्यूशन है। और बच्चा जिहड़ा ना 2 3 5 6 साल का बच्चा वो बहुत तेज़ी नाल लर्न कर रहा होंदा है। ते असी उस दौरान दे विच अपने बच्चों के जहन दे विच ये सारा फलसफा कि असी नमाज क्यों पढ़ने हैं, असी रोज़ा क्यों रखना है, असी अल्लाह की इजाज़त बगैर पानी नहीं पीना, ये जी चीज़ है अपने बच्चों के अंदर डालनी चाहिए है और खुद वो एग्जाम्पल बन जाना चाहिए। ਜਦੋਂ ਬੱਚੇ ਜਿਹੜੇ ਨੇ ਆਪਣੇ ਮਾਂ-ਬਾਪ ਨੂੰ ਦੇਖਦੇ ਨੇ ਕੋਈ ਬਿਹਤਰੀਨ ਕੰਮ ਕਰਦੇ ਹੋਇਆ ਤੇ ਉਹੀ ਉਹਨਾਂ ਦੇ ਉੱਤੇ ਅਸਰ ਅੰਦਾਜ਼ ਹੁੰਦਾ ਹੈ। ਐਸੇ ਵਾਸਤੇ ਕਿਹਾ ਜਾਂਦਾ ਹੈ ਕਿ ਮਾਂ-ਬਾਪ ਵਾਸਤੇ ਬਿਹਤਰੀਨ ਸਦਕਾ ਜਾਰੀਆ ਜਿਹੜਾ ਹੈ ਉਹ ਅੱਛੀ ਤਰਬੀਅਤ ਹੈ ਔਲਾਦ ਦੀ। बेहतरीन तरबीयत सब तो बेहतरीन सदका जारी है जोड़ा मरण तो बाद भी इंसान के अकाउंट च अजर जाता है। तो मैं ताड़ी वसातत नाल अपनी जिहड़ियां मेरी बहनां ने उन्हां नूं कहांगी कि ठीक है तुसी किचन दे भी काम करो, शोहर दी भी डिमांड हुंदी है, बच्चों की भी डिमांड हुंदी है, लेकिन कुछ टाइम निकाल कर और नमाज तो बाद अल्लाह ताला दी किताब उत्ते फिक्र करन। अल्लाह ताला दी किताब मैं तुहानूं दस रही कि उहदा जदों तुहानूं समझ आ रही हुंदी है ना तो उहदा इतना मज़ा आंदा है अल्लाह दी किताब जदों तुसीं तर्जमा भी नाल पढ़ हुंदे हो तो तुहाडा दिल ही नहीं चाहता कि अल्लाह ताला दी किताब नूं छोड़ो इतना ज़्यादा। और इंसान दे विच एहसास पैदा हुंदा है कि मैनू अपने रब दे सामने पेश होना है, एक दिन ऐसा आना है कि मैं अपने रब दे सामने अपने अमाल दा हिसाब किताब देना है। जदों पेशी दा एहसास अल्लाह दे सामने कायनात दे सब तो वड्डे बादशाह दे सामने पेशी का एहसास होंदा है, उधर ही एक मोटिवेशन बनता है इंसान पॉजिटिविटी पैदा करने का। वरना अगर हम उस पॉजिटिविटी को ख़त्म कर देंगे तो हमारे अंदर नेगेटिविटी पैदा हो जाएगी। उन्हें मेरे नाल गल नहीं की, उन्हें मैनू अपने घर नहीं बुलाया। जदों तुसी बंदियां तो बेनियाज होकर अपने अल्लाह के खास बंदे बन जाओगे तो तुसी देखो कि तुहानूं छोटियां छोटियां चीज़ां जिहड़ियां आम तौर पर घरां विच लड़ाई का बाइस बनदियां ने वो चीज़ां खुद बहुत खत्म हो जांदियां, क्योंकि इंसान सोचता ठीक है जी अल्लाह ताला ने मैनूं अफो दरगुजर का हुक्म दिता है तो मैं इहनूं माफ़ किया, नज़रअंदाज किया, मैं अपने रब नाल जुड़ना है। तो यह जिहड़ा वा सब तो वड्डा फायदा है रमज़ान का भी और अल्लाह ताला दी किताब भी नज़ूर। जी बिल्कुल ठीक है। अलामा साहब जिवें मैडम साहबा फरमा रहे हैं अफो दरगुजर तो इस तरह रमज़ान मुबारक दे विच अक्सरीयत दी ये राय है कि जी शायद ज़कात सिर्फ असी रमज़ान ही दे सकते हैं तो वो उत्ते ज़रा थोड़ी जी कन्फ्यूजन है लोगों की वो भी दूर फरमाओ तो ज़कात के जोड़े फवायद ने जोड़े गमगुसारी और दूसरे अनासर जोड़ा ने मदद कर दी वो उत्ते ज़रा मेहरबानी। जी प्रोफैसर साहब बहुत खूबसूरत सवाल तुसी कीता है। ज़कात साडे माल नूं पाक करने वास्ते अल्लाह तबारक व तआला ने फरमाई और ज़कात हर एक बंदे वास्ते नहीं, ज़कात साहिब निसाब वास्ते। बेशक जिहड़ा साहिब निसाब होवे उहदे उत्ते ज़कात फ़र्ज़ है, ज़कात नफल और सुन्नत नहीं, ज़कात फ़र्ज़ है, इहदी फ़र्ज़ियत है। वातु ज़कात और ज़कात दिओ, जिथे अल्लाह ने नमाज का हुक्म फरमाया नाल ज़कात का हुक्म भी इरशाद फरमा दिता। हुण ज़कात वास्ते लाजम यह है कि जिहड़ा तुहाडे कोल माल है ना तुसीं साहिब निसाब होए हो उस माल का एक साल पूरा होना। बिल्कुल अगर रमज़ान शरीफ आए तो वो तुहाडा साडी जिहड़ी ज़कात है उहदा टाइम नहीं मुकम्मल हुंदा तो वो तुसीं ना दिओ। ज़कात एक साल पूरा होने ते है और ज़कात इस वास्ते है कि तुहाडा जिहड़ा माल है तुहाडा जिहड़ा पैसा है वो लोगों में तकसीम होवे। देखो ना साडा दीन दीन अमन है, दीन दीन मुहब्बत है, दीन एसार भाईचारे का दर्श दिंदा है और बिलखसूस गुराबा दे नाल मुहब्बत का दर्श दिंदा है। और नबी अकरम सल्लल्लाहु अलैहि वसल्लम मुहिब्बुल फुकरा किया गया इस वास्ते कि आप फुकरा गुराबा दे नाल
ਹੁਸਨ ਸਲੂਕ ਔਰ ਹਮਦਰਦੀ ਦਾ ਇਰਸ਼ਾਦ ਫਰਮਾਉਂਦੇ ਨੇ। ਔਰ ਜ਼ਕਾਤ ਜਦੋਂ ਅਸੀਂ ਸਾਹਿਬ ਨਿਸਾਬ ਆਦਮੀ ਆਪਣਾ ਮਾਲ ਲੋਕਾਂ ਵਿੱਚ ਤਕਸੀਮ ਕਰਦਾ ਹੈ, ਹਾਂ ਇਹ ਹੋ ਸਕਦਾ ਹੈ ਕਿ ਅਗਰ 1 ਮਹੀਨਾ ਜਾਂ 2 ਮਹੀਨੇ ਘੱਟ ਨੇ ਜਾਂ ਆਪਣਾ 10 ਦਿਨ ਉੱਪਰ ਹੋ ਗਏ ਨੇ ਔਰ ਤੁਸੀਂ ਇਹ ਚਾਹੁੰਦੇ ਹੋ ਕਿ ਰਮਜ਼ਾਨ ਸ਼ਰੀਫ ਵਿੱਚ ਅਸੀਂ ਲੋਕਾਂ ਨੂੰ ਪੈਸੇ ਤਕਸੀਮ ਹੋਣ, ਇਸ ਵਾਸਤੇ ਕਿ ਲੋਕਾਂ ਦੀ ਅਫਤਾਰੀ ਸਹਿਰੀ ਦੇ ਇੰਤਜ਼ਾਮਾਤ ਬਿਹਤਰ ਹੋ ਸਕਣ, ਅਜਰ ਸਵਾਬ ਵੀ ਜ਼ਿਆਦਾ, ਅਜਰ ਸਵਾਬ ਵੀ ਜ਼ਿਆਦਾ ਹੈ। ਉਹ ਤਾਂ ਮੈਂ ਪਹਿਲੇ अर्ज ਕੀਤਾ ਹੈ ਕਿ ਫਰਾਇਜ਼ ਦਾ ਦਰਜਾ 70 ਗੁਣਾ ਜ਼ਿਆਦਾ ਹੋ ਜਾਂਦਾ ਹੈ ਔਰ ਨਵਾਫਿਲ ਦਾ ਦਰਜਾ ਫਰਾਇਜ਼ ਦੇ ਬਰਾਬਰ ਹੋ ਜਾਂਦਾ ਹੈ। ਔਰ ਅਗਰ ਅਸੀਂ ਇਹਨਾਂ ਦਿਨਾਂ ਵਿੱਚ ਮਾਲ ਲੋਕਾਂ ਵਿੱਚ ਤਕਸੀਮ ਕਰਾਂਗੇ, ਬੇਸ਼ੁਮਾਰ ਐਸੇ ਲੋਕ ਨੇ, ਬੜੇ ਸਾਰੇ ਐਸੇ ਲੋਕ ਨੇ ਕਿ ਜਿਨ੍ਹਾਂ ਦੇ ਘਰ ਚੁੱਲ੍ਹਾ ਨਹੀਂ ਚੱਲਦਾ, ਸ਼ਹਿਰੀ ਵਿੱਚ ਉਹਨਾਂ ਕੋਲ ਉਹਨਾਂ ਦੇ ਬੱਚਿਆਂ ਕੋਲ ਇੰਤਜ਼ਾਮ ਨਹੀਂ ਐਸਾ, ਔਰ ਅਫਤਾਰੀ ਵਿੱਚ ਉਹਨਾਂ ਕੋਲ ਐਸੇ ਅਨਵਾਅ ਅਕਸਾਮ ਦੇ ਖਾਣੇ ਨਹੀਂ, ਬਿਲਕੁਲ, ਜਿਹੜਾ ਕਿ ਅਸੀਂ ਆਪਣੇ ਘਰਾਂ ਵਿੱਚ ਬੇਸ਼ੁਮਾਰ ਚੀਜ਼ਾਂ ਜ਼ਾਇਆ ਵੀ ਕਰ ਰਹੇ ਹੁੰਨੇ। ਗਰੀਬ ਨੂੰ ਦੇਣ ਦੀ ਬਜਾਏ ਬਸਾ ਔਕਾਤ ਔਰ ਬੜੀ ਦਫਾ ਇੰਜ ਵੇਖਿਆ ਹੈ ਕਿ ਗਰੀਬ ਨੂੰ ਦੇਣ ਦੀ ਬਜਾਏ ਅਸੀਂ ਉਸ ਤੋਂ ਬਾਅਦ ਉਸ ਨੂੰ ਕੂੜਾ ਕਿਰਕਟ ਦਾ ਢੇਰ ਬਣਾ ਦਿੰਨੇ ਆ। ਔਰ ਅਗਰ ਅਸੀਂ ਉਹੀ ਚੀਜ਼ਾਂ ਆਪਣੀ ਜ਼ਰੂਰਤ ਦੇ ਮੁਤਾਬਕ ਰੱਖ ਕੇ ਆਪਣੇ ਮੁਹੱਲੇਦਾਰਾਂ ਆਪਣੇ ਦੂਸਰੇ ਲੋਕਾਂ ਵਿੱਚ ਤਕਸੀਮ ਕਰ ਦਈਏ, ਅੱਲਾਹ ਔਰ ਅੱਲਾਹ ਦੇ ਰਸੂਲ ਨੂੰ ਇਹ ਅਮਲ ਬਹੁਤ ਮਹਿਬੂਬ ਹੈ। ਕਿਉਂਕਿ ਨਬੀ ਪਾਕ अलैहिस्सलातु वस्सलाम ਨੇ ਇਰਸ਼ਾਦ ਫਰਮਾਇਆ ਕਿ ਤੁਸੀਂ ਸਾਲਣ ਪਕਾਉਂਦੇ ਹੋ ਤੇ ਸ਼ੋਰਬਾ ਜ਼ਰਾ ਜ਼ਿਆਦਾ ਕਰ ਲਓ, ਇਸ ਵਾਸਤੇ ਕਿ ਤੁਹਾਡੇ ਗਰੀਬ ਹਮਸਾਇਆਂ ਨੂੰ ਮਿਲ ਜਾਏ। ਔਰ ਅਗਰ ਤੁਸੀਂ ਐਸਾ ਨਹੀਂ ਕਰ ਸਕਦੇ, ਉਸ ਸਾਲਣ ਨੂੰ ਐਸੇ ਜ਼ਾਵੀਏ ਅੰਦਰ ਪਕਾਓ, ਐਸੇ ਤਰੀਕੇ 'ਚ ਪਕਾਓ ਕਿ ਤਾਂ ਕਿ ਉਹ ਆਪਣਾ ਤੁਹਾਡਾ ਗਰੀਬ ਹਮਸਾਇਆ ਉਹਦੀ ਖੁਸ਼ਬੂ ਤੋਂ ਪਰੇਸ਼ਾਨ ਨਾ ਹੋਵੇ। ਇਸ ਵਾਸਤੇ ਹੁਕਮ ਇਹ ਫਰਮਾਇਆ ਗਿਆ ਕਿ ਲੋਕਾਂ ਵਿੱਚ ਉਹ ਚੀਜ਼ਾਂ ਤਕਸੀਮ ਕਰੋ। और शेख सादी अलैहि रहमा ने एक फारसी के अंदर बड़ा खूबसूरत शेर इरशाद फरमाया, तर्जुमा मैं पंजाबी च पेश कर देंगा। आप फरमाते ने कि तरीकत बजुज खिदमत खलक नेस्त व तस्बीह सज्जादा व दलक नेस्त। आप फरमाते तरीकत स्वाय अल्लाह की मखलूक तो खिदमत दा और कोई ना नहीं, यानी तस्बीहां पढ़ते रहिए, जुब्बे ओढ़ के बैठ जाइए, लेकिन गरीब का ख्याल ना किया जाए, गरीब परवरी ना की जाए। और देखो हज़रत इमाम हसन मुजतबा शबीह मुस्तफ़ा अलैहिस्सलाम आपनों हज़रत उसामा बिन जैद ने पैगाम भेजा कि जाओ जाके हज़रत इमाम हसन अगे अर्ज करो कि तुहाडे नाना जान दा गुलाम है, गुलाम दा बेटा है और मैं कर्जे विच मुबतला हाँ, मकरूज हाँ, अगर तुसा मेरा कर्जा ना उतारिया तो मैं इसी हालत में मर जावांगा। बिस्तरे मरग सी आखिरी वक्त सी। गुलाम ने आके हज़रत इमाम हसन मुजतबा शबीह मुस्तफ़ा जो कि जूदो सहादा पैकर ने और जो जिन्हों तो वध सखावत कर ही कोई नहीं सकता, उन्हें आके थे आप दी बारगाह च अर्ज किया। गुलाम ने आप फौरन उठे और हज़रत उसामा को चले गए, चे जाए कि आप गुलाम हथ पैगाम भेज दे। जाके पूछा कि की गल है, आखन लगे मैं मकरूज हाँ। आप फौरन गए वापस, कपड़े के थैले विच दिरमो दिनार डाले, उसनों अपनी चादर में छुपा के लिया के तो आपने अता फरमाया। आपने फरमाया उसामा मैं सोच रहा था मैनू तो इन्हां दी ज़रूरत नहीं, ये अल्लाह तबारक व तआला ने भेजे ने, शायद तेरे वास्ते ने। मैं अपने नाजरीन को यह गल दसना चाहांगा कि अल्लाह रब्बुल इज़्ज़त सानू बेपनाह नेमतां तो नवाजिया है, लेकिन बसा औकात बेशुमार ऐसी चीज़ां होंदियां ने असीं समझ रहे होंदे कि साडी ज़रूरत दियां नहीं और वो पईयां रहिंदियां ने, असीं उन्हां नूं ज़ाया और बेकार समझने आ। वो ज़ाया तो बेकार नहीं होंदियां, अल्लाह रब्बुल इज़्ज़त ने वो इस तरीके नाल साडे कोल भेजियां होंदियां ने कि साडे हत्थों रब दूसरिਆਂ ਨੂੰ दवाना चाह रहा होंदा है। ਅਸੀਂ ਵਸੀਲਾ ਹੁੰਨੇ ਆ, ਅਸੀਂ ਵਸੀਲਾ ਹੁੰਨੇ ਆ। और नबी करीम अलैहिस्सलातु वस्सलाम सब तो ज़्यादा सखावत रमज़ान शरीफ च करते सन, इस तरह जिस तरह हवा चल रही है लोगों में तकसीम किया जा रहा है। ਅੱਛਾ ਜੀ ਮੈਡਮ ਪ੍ਰੋਫੈਸਰ ਸਾਹਿਬ ਤੁਹਾਡੇ ਕੋਲੋਂ ਮੇਰਾ ਇੱਕ ਕੁਐਸਚਨ ਹੈ ਕਿ ਰਮਜ਼ਾਨ ਦੇ ਵਿੱਚ ਕਰਦਾਰੀ ਵੀ ਦੇਖਣੀ ਔਰਤਾਂ ਵਾਸਤੇ ਸਪੈਸ਼ਲੀ ਮੈਂ ਉਹਨਾਂ ਦੇ ਹਵਾਲੇ ਨਾਲ ਪੁੱਛਣਾ ਚਾਹ ਰਹੀ ਹਾਂ, ਸਹਿਰੀ ਅਫਤਾਰੀ ਵੀ ਹੋਰ ਬਾਕੀ ਘਰ ਦਾ ਕੰਮ ਵੀ, ਟਾਈਮ ਮੈਨੇਜਮੈਂਟ ਇਸ਼ੂਜ਼ ਬਹੁਤ ਜ਼ਿਆਦਾ ਆਉਂਦੇ ਨੇ ਤੇ ਇਬਾਦਤ ਨੂੰ ਕਰਨ ਵਾਸਤੇ ਉਹ ਕਿਵੇਂ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਿ ਰਮਜ਼ਾਨ ਦਾ ਜਿਹੜਾ ਮਹੀਨਾ ਹੈ ਸਿਰਫ ਉਹ ਨਹੀਂ, ਜਿੰਨੀਆਂ ਵੀ ਇਬਾਦਤਾਂ ਹੁੰਦੀਆਂ ਨੇ ਟਾਈਮ ਦੇ ਲਿਹਾਜ਼ ਨਾਲ ਹੈ। ਮਤਲਬ ਅੱਲਾਹ ਤਾਲਾ ਸਾਨੂੰ ਬਹੁਤ ਆਰਗੇਨਾइज करना चाहते हैं। फजर का अपना वक्त है और अगर सही वक्त नमाज नहीं पढ़ी तो फजर सही वक्त अदायगी नहीं हुई, जोहर का अपना, मगरिब का अपना, इशा का अपना। इसी तरह रमज़ान का महीना है, हज का महीना है, उमरे ने, तो इन्हां सारिया चीज़ों अल्लाह ताला ने वक्त की पाबंदी दे नाल फर्ज किया है और असी वक्त की पाबंदी नाल इसी तरह अल्लाह ताला साडी भी तरबियत करना चाहते हैं। हुण रमज़ान किस चीज़ का नाम है कि फजर की अजान सुनते ही तुसीं खाना पीना बंद कर दो कि अल्लाह की इजाज़त आई है कि बंद कर। उस तो बाद मगरिब के वक्त तुसी हथ चो खजूर पकड़ के और पानी का गिलास पकड़ के इंतज़ार कर दो कि अल्लाह का हुक्म आएगा
ਤੇ ਮੈਂ ਮੂੰਹ ਚ ਪਾਵਾਂਗੀ, ਉਸ ਤੋਂ ਪਹਿਲੇ ਹਜ਼ਾਰਾਂ ਨਿਯਮਤਾਂ ਤੁਹਾਡੇ ਦਸਤਰਖਾਨ ਤੇ ਨੇ ਲੇਕਿਨ ਤੁਸੀਂ ਹੱਥ ਨਹੀਂ ਲਗਾਉਂਦੇ। ਤੇ ਇਹ ਦਰ ਹਕੀਕਤ ਤਰਬੀਅਤ ਹੈ, ਇਹ ਤਰਬੀਅਤ ਹੈ ਕਿ ਅਸੀਂ ਪਰਵਰਦਿਗਾਰ ਦੇ ਕਿਤਨੇ ਫਰਮਾਬਰਦਾਰ ਬੰਦੇ ਬਣਨੇ ਆ। ਤੇ ਇਹਦੀ ਜਿਹੜਾ ਡਿਸਪਲਿਨ ਅੱਲਾਹ ਤਾਲਾ ਸਾਡੀ ਜ਼ਿੰਦਗੀ ਨੂੰ ਕਰਨਾ ਚਾਹੁੰਦੇ ਨੇ ਤੇ ਉਹਦੇ ਵਾਸਤੇ ਖੁਦਾ ਤਾਲਾ ਦੀ ਇਬਾਦਤਾਂ ਜਿਹੜੀ ਨੇ ਉਹਦੀ ਸਾਨੂੰ ਹਦਾਇਤ ਕੀਤੀ ਗਈ। ਉਹਨੇ ਮੇਰੇ ਭਾਈਜਾਨ ਜ਼ਿਕਰ ਕਰ ਰਹੇ ਸਨ ਇਨਫਾਕ ਫੀ ਸਬੀਲਿल्लाह, ਤੇ ਮੈਂ ਉਹਦਾ ਹੀ ਜ਼ਿਕਰ ਉਹਦੇ ਹਵਾਲੇ ਨਾਲ ਹੀ ਮੈਂ ਕੁਝ ਕਹਿਣਾ ਚਾਹਾਂਗੀ कि अल्लाह ताला ने बिल्कुल बिलाशुबा उन्होंने सही गल की कि दीन दो पिलर्स, बुनियादी तौर पे दो पिलर्स का नाम है। वैसे तो 5 अरकान इस्लाम ने, लेकिन कुरान मजीद ने जगह जगह एम्फेसाइज किया है अल्लाह ताला दी इबादत, अल्लाह नाल किसी नूं शरीक नहीं बना रहा, अल्लाह ताला इस चीज़ की इजाजत नहीं देंदे कि उहदे नाल शिरक किया जाए, बाकी जिस चीज़ नूं चाहन माफ़ कर सकते हैं। और दूसरा बंदियां नाल राबता, बंदियां दे नाल तुहाडा ताल्लुक। ज़कात का मकसद की है? कुरैश के लोगों ने कहा कि ए मुहम्मद सल्लल्लाहु अलैहि वसल्लम तुसी जो हर वक्त कहते रहंदे हो कि अल्लाह दी राह च खर्च करो, अल्लाह दी राह च खर्च करो, कुरान मजीद च इस चीज़ का जिक्र है, तो अल्लाह अपने बंदियां नूं क्यों नहीं देंदा? अल्लाह ताला खुद अपने बंदियां नूं क्यों नहीं देंदा? साडा मोहताज क्यों करदा? तो अल्लाह ताला ने आयत उतारी कि ला यकूनु दौलतन बैनल अगनिया। ज़कात का मकसद है कि दौलत चंद हत्थां च इकट्ठी होकर ना रह जाए, बल्कि पूरी सोसाइटी दे विच ओ निचले तबके तो लैके उपरे तबके तक बराबर जी है गर्दिश करे। एक होर इस सिलसिले मैं बड़ी खूबसूरत एक रवायत बयान करना चाहनी हाँ कि नबी पाक सल्लम दी अज़वाज ने पूछा, या रसूलुल्लाह क़यामत वाले दिन सब तो पहले साढ़े चो कौन तानू मिलेगा? आप सल्लल्लाहु अलैहि वसल्लम ने फरमाया कि सब तो पहले मैनू ओ मेरी बीवी मिलेगी जिहदे हथ बहुत लंबे ने। अच्छा, वो तमाम अज़वाज कहने लगे हैं कि नबी पाक सल्लम दे जान तो बाद असी अपने हथ दा अपने शुरू कर दिते कि किदा हथ जिहड़ा ना वो सब तो ज़्यादा लंबा है। ਅਤੇ फिर बाद दे विचों जब नबी पाक सल्लल्लाहु अलैहि वसल्लम इस दुनिया तो रुखसत हो गए से सानू पता चलिया कि दर हकीकत लंबे हथ होने तो मुराद आप सल्लम दी सी कि जिहड़ा अल्लाह दी राह च ज़्यादा खर्च करदा है वो मैनू सब तो पहले क़यामत वाले दिन मिलेगा। जिहड़ी खातून जिहड़ी मेरी बीवी जिहड़ी है ज़्यादा तो ज़्यादा अल्लाह दी राह च खर्च करदी है, सब तो पहले मैं। यानी मुआशरे का ख्याल रखना, और मुआशरे का ख्याल रखने वास्ते यह नहीं तुसीं करना कि मेरे जिहदे नाल अच्छे ताल्लुकात ने मैं उन्होंने ज़कात सदका खैरात दा, नहीं नहीं, तुसीं इस चीज़ तो बालातर होकर अगर तुहानू नज़र आता है कि एक बहुत ही ज़रूरतमंद इंसान है वो कर्जा मंग रहा है या इन्फाक मंग रहा है, तो अगर तुहाडे उहदे नाल अच्छे ताल्लुकात भी नहीं तो उन्होंने देने का तुहानू ज़्यादा सवाब हो रहा है। बिल्कुल। अच्छा जी, इस वक्त साडी महफिल जारी है, अलामा साहब और प्रोफेसर साहबा नाल गलबात जारी है। बहुत खूबसूरत वधिया गल्लां ने रमज़ान नूं गुजारन दियां, रमज़ान दियां बहारां कट्ठियां करन दियां, अपनियां झोलियां भरन दियां। प्रोग्राम नूं अगे वधाने आ ते हदिया नात सुनन वास्ते मैं दरख्वास्त करांगी कारी मोहम्मद अमीन नक्शबंदी साहब नूं कि अपनी खूबसूरत आवाज़ विच खूबसूरत कलाम सुनाओ। सुनी जांदी हर एक दे मेरे सरकार दे सदके, सुनी जांदी हर एक दे मेरे सरकार दे सदके, खुदा वे देंदा ए लेकिन शहे अबरार दे सदके, खुदा वे देंदा ए लेकिन शहे अबरार दे सदके, कोई भी खाली नहीं मुड़े मेरे सरकार दे दर तो, कोई भी खाली नहीं मुड़िया मेरे सर
दर तो मिली हर एक नूं कौनैन दे मुख्तार दे सदके मिली हर एक नूं कौनैन दे मुख्तार दे सदके खुदा खालिक खुदा मालिक खुदा मुख्तार कुल वे खुदा खालिक खुदा मालिक खुदा मुख्तार कुल वे मगर देंदा ए सब नूं अहमदे मुख्तार दे सदके मगर देंदा ए सब नूं अहमदे मुख्तार दे सदके खुदा महबूब नूं अपने बुलाया अर्श आज़म ते खुदा महबूब नूं अपने बुलाया अर्श आज़म ते सुबहान अल्लाह मैं ऐसे दिल बरो दिलदार से सदके मुक़द्दर हाशमी दावी संवर जाए मेरे आका मुक़द्दर हाशमी दावे संवर जाए मेरे आका जे इसनूं बख्श देवें आबिदे बीमार दे सदके सुनी जांदे हर एक दे मेरे सरकार दे सदके ਜੀ ਇੱਕ ਵਾਰ ਫਿਰ ਜੀ ਆਇਆਂ ਨੂੰ ਤੇ ਸ਼ਾਹਰੇ ਰਮਜ਼ਾਨ ਦੀ ਖਸੂਸੀ ਟਰਾਂਸਮਿਸ਼ਨ ਦੇ ਵਿੱਚ ਅੱਜ ਦਾ ਮਹਿਮਾਨ ਪ੍ਰੋਗਰਾਮ ਜਾਰੀ ਹੈ ਤੇ ਬ੍ਰੇਕ ਦੇ ਵਿੱਚ ਸਾਨੂੰ ਜੁਆਇਨ ਕੀਤਾ ਹੈ ਆਦਿਲ ਬਸ਼ੀਰ ਕਾਦਰੀ ਸਾਹਿਬ ਨੇ। ਕਾਦਰੀ ਸਾਹਿਬ खुश आमदीद, अस्सलाम वालेकुम। सवालात दा शुरू सिलसिला दोबारा शुरू करने हैं। मैडम साहब ये फरमाओ कि बहुत सारे बच्चे रोज़ा रखन की जिद करते हैं जी ਤੇ ਉਹ ਏਜ ਲਿਮਿਟ ਕਿਹੜੀ ਹੈਗੀ ਹੈ ਜਿਹਦੇ ਵਿੱਚ ਬੱਚੇ ਨੂੰ ਜਿਹੜਾ ਨਾ ਰੋਜ਼ਾ ਰੱਖਣ ਦਾ ਹੁਕਮ ਦਿੱਤਾ ਗਿਆ ਹੈ ਤੇ ਬਹੁਤ ਸਾਰੀ ਮਾਵਾਂ ਨੂੰ ਵੀ ਵੇਖਿਆ ਗਿਆ ਕਿ ਕਦੀ ਉਹ ਬੱਚੇ ਨੂੰ ਵੀ ਕਹਿੰਦੇ ਨੇ ਥੋੜਾ ਡਿਸਕਰੇਜਿੰਗ ਵੀ ਐਟੀਟਿਊਡ ਹੁੰਦਾ ਹੈ ਕਿ ਵੀ ਹਜੇ ਰਹਿਣ ਦੇ ਥੋੜਾ ਜਿਹਾ ਵੱਡਾ ਹੋ ਜਾਏਗਾ ਤੇ ਫਿਰ ਤੇ ਇਹਦੇ ਉੱਤੇ ਜ਼ਰਾ ਰੋਸ਼ਨੀ ਕਰੋ जी बिस्मिल्लाहिर्रहमानिर्रहीम। देखो रोज़े की फर्जीयत तो हर इंसान उत्ते है
ਔਰ ਤੁਸੀਂ ਬੱਚਿਆਂ ਦੇ ਬਾਰੇ 'ਚ ਪੁੱਛਿਆ ਤੇ ਬੱਚਿਆਂ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਹੈ ਉਹਨੂੰ ਉਸ ਚੀਜ਼ ਦਾ ਸ਼ਊਰ ਹੋਣਾ ਚਾਹੀਦਾ ਹੈ। ਮਤਲਬ ਬੱਚਾ ਵੇ ਤੇ ਉਹਦਾ ਰੋਜ਼ਾ ਉਸ ਉਮਰ 'ਚ ਮਾਵਾਂ ਰਖਵਾਉਣਾ ਸ਼ੁਰੂ ਕਰ ਦੇਣ ਜਿਹੜਾ ਉਹਨਾਂ ਨੂੰ ਸਮਝ ਆ ਗਈ ਹੈ ਕਿ ਰੋਜ਼ੇ ਦਾ ਮਕਸਦ ਕੀ ਹੈ। ਰੋਜ਼ੇ ਦਾ ਮਕਸਦ ਹੈ ਕਿ ਅੱਲਾਹ ਤਾਲਾ ਦੇ ਅਹਿਕਾਮਾਤ ਦੇ ਮੁਤਾबिक ਖਾਣਾ ਪੀਣਾ ਵੇ ਜਾਂ ਦੂਸਰੀਆਂ ਇਬਾਦਤਾਂ ਕਰਨੀਆਂ ਨੇ। ਬੱਚੇ ਦੇ ਰੋਜ਼ਾ ਕਿਉਂ ਫਰਜ਼ ਕੀਤਾ ਗਿਆ ਇਹਦਾ ਵੀ ਪੂਰਾ ਫਲਸਫਾ ਬੱਚਿਆਂ ਨੂੰ समझ आना चाहिए ताकि वो जिन्ने भी अरकान ने रमज़ान तो मुतल्लिक या रोज़े तो मुतल्लिक वो अच्छे तरीके ना शौरी तौर पर पेश कर सके। लेकिन असी जड़ियाँ मुसलमान मावां ने और मैं भी उन्हां च शामिल है साडे ज़हन च ख्याल हुंदा है कि बच्चे नूं अगर च शौर नहीं भी है छोटी उम्र च बच्चा 5 साल का 6 साल का असी उन्होंने जिहड़ा ना रोज़ा रखवाइए जस्ट फॉर प्रैक्टिस ठीक है। ਉਹਦੇ 'ਚ ਇੱਕ ਸਟੈਮਿਨਾ ਪੈਦਾ ਹੋ ਜਾਏਗਾ ਕਿ ਜਦੋਂ ਰੋਜ਼ੇ ਦੀ ਫਰਜ਼ੀਅਤ ਦੀ ਉਮਰ ਆਏਗੀ ਉਹਦੇ ਵਾਸਤੇ ਰੋਜ਼ਾ ਰੱਖਣਾ ਮੁਸ਼ਕਿਲ ਨਹੀਂ ਹੋਗਾ। ਤੇ ਅਸੀਂ ਜਿਹੜੀਆਂ ਮਾਵਾਂ ਨੇ ਨਾ ਉਹ ਚਾਅ 'ਚ ਆਪਣੇ ਬੱਚਿਆਂ ਨੂੰ ਮੌਸਮ ਅਗਰ ਅੱਛਾ ਹੈ ਜ਼ਿਆਦਾ ਗਰਮ ਨਹੀਂ ਹੈ ਮੁਨਾਸਿਬ ਹੈ ਤੇ ਬੱਚਿਆਂ ਨੂੰ ਰੋਜ਼ਾ ਰਖਵਾ ਕੇ ਸੁਲਾ ਦਿੰਦੀਆਂ ਨੇ ਜ਼ਿਆਦਾ ਟਾਈਮ। ਲੇਕਿਨ ਰੋਜ਼ੇ ਦੀ ਜਿਹੜੀ ਫਰਜ਼ੀਅਤ ਦਾ ਹੁਕਮ ਹੈ ਉਹ ਜਦੋਂ ਇਨਸਾਨ ਸ਼ੌਰੀ ਉਮਰ 'ਚ ਪਹੁੰਚਦਾ ਹੈ ਜਦੋਂ ਉਹਨੂੰ ਪਤਾ ਚੱਲਦਾ ਹੈ ਕਿ ਅੱਲਾ ਕੌਣ ਹੈ ਉਹਦਾ ਰਸੂਲ ਕੌਣ ਹੈ ਸਾਡੀ ਇਬਾਦਤਾਂ ਦਾ ਮਕਸਦ ਕੀ ਹੈ ਸਾਨੂੰ ਇਬਾਦਤਾਂ ਕਿਉਂ ਕਰਨੀਆਂ ਚਾਹੀਦੀਆਂ ਨੇ ਮੈਂ ਰੋਜ਼ਾ ਕਿਉਂ ਰੱਖਾਂ ਮੈਂ ਰੋਜ਼ਾ ਰੱਖ ਕੇ ਕੁਝ ਖਾਵਾਂ ਪੀਵਾਂ ਕਿਉਂ ਨਾ ਇਹ ਜਿਹੜਾ ਫਲਸਫਾ ਬੱਚੇ ਦੇ ਉੱਤੇ ਜਦੋਂ ਕਲੀਅਰ ਹੋ ਜਾਂਦਾ ਤੇ ਫਿਰ ਉਹਦੇ ਤੇ ਰੋਜ਼ਾ ਫਰਜ਼ ਹੋ ਜਾਂਦਾ। ਯਾਨੀ ਕੋਈ ਏਜ ਬ੍ਰੈਕਟ ਜਿਹੜੀ ਹੈ ਉਹ 11-12 ਸਾਲ ਦੇ ਕਰੀਬ ਔਰ ਅਗਰ ਕੋਈ ਬੱਚਾ ਉਸ ਤੋਂ ਪਹਿਲੇ ਮੈਚੁਰ ਹੋ ਜਾਂਦਾ ਜਿਹਦਾ ਸਟੈਮਿਨਾ ਹੈ ਕਿ ਰੋਜ਼ਾ ਰੱਖ ਸਕਦਾ ਮਤਲਬ ਅੱਲਾਹ ਤਾਲਾ ਦੀ ਇਬਾਦਤਾਂ ਦੇ ਬਾਰੇ 'ਚ ਇਹ ਰਵੱਈਆ ਇਖਤਿਆਰ ਕਰਨਾ ਚਾਹੀਦਾ ਕਿ ਬੱਚੇ ਪੂਰੀ ਮੁਹੱਬਤ ਔਰ ਸ਼ੌਕ ਨਾਲ ਇਬਾਦਤਾਂ ਕਰਨ ਮਜਬੂਰੀ ਨਾਲ ਨਾ ਕਰਨ। ਜੀ ਅਲਾਮਾ ਸਾਹਿਬ ਵੈਸੇ ਤੇ ਉਹੀ ਇਬਾਦਤਾਂ ਰਮਜ਼ਾਨ ਤੋਂ ਪਹਿਲੇ ਵੀ ਜਾਰੀ ਹੁੰਦੀਆਂ ਨੇ ਨਮਾਜ਼ ਪੜ੍ਹਨਾ ਬਾਕੀ ਸਖਾਵਤ ਕਰਨਾ ਜ਼ਕਾਤ ਦੇਣਾ ਮਤਲਬ ਤੁਸੀਂ ਪਹਿਲੇ ਵੀ ਦੇ ਸਕਦੇ ਹੋ ਲੇਕਿਨ ਐਸੀਆਂ ਕਿਹੜੀਆਂ ਇਹਤਿਆਤਾਂ ਨੇ ਜੋ ਸਾਨੂੰ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਰਮਜ਼ਾਨ ਵਿੱਚ ਕੀਤੀ ਗਈ ਇਬਾਦਤ ਦਾ ਸਵਾਬ ਜਿਹੜਾ ਕਿ ਬਹੁਤ ਜ਼ਿਆਦਾ ਹੋ ਜਾਂਦਾ ਹੈ ਅਜਰ ਉਹ ਜ਼ਾਇਆ ਨਾ ਹੋ ਸਕੇ ਔਰ ਅਸੀਂ ਉਹ ਕਈ ਗੁਣਾ ਵੱਧ ਜਾਣ ਵਾਲੇ ਅਜਰ ਨੂੰ ਸਮੇਟ ਸਕੀਏ। ਜੀ ਬਹੁਤ ਅੱਛਾ ਸਵਾਲ ਤੁਸੀਂ ਕੀਤਾ ਹੈ। देखो आम रूटीन में जदों असी इबादत करने नमाज पढ़ने सदका तो खैरात करने इनफाक फी सबीलिल्लाह करने लोगों नाल हमदर्दी करने देखो जुमातुल मुबारक के बारे में फरमाया गया जुमे च एक घड़ी ऐसी है जदों दुआ कबूल होंदी लेकिन उस घड़ी का सानू नहीं पता। आम रूटीन च असी इबादत करने ये नहीं पता कबूल है कि नहीं है क्योंकि इबादत करना साडा फर्ज है ना और असी फर्ज समझ के करने और माह रमज़ान मुबारक में जदों कि खुला ऐलान हो चुका है कि अल्लाह तबारक व तआला ने जन्नत के दरवाजे खोल दिते ने जहन्नम के दरवाजे बंद ने शयातीन जकड़ दिते गए ने रहमत इलाही जोश अंदर है आओ बंदिओ अल्लाह की इबादत करो खुशू व खुजू दे नाल अल्लाह को तलब करो अल्लाह इस वक्त खुश है। जदों खुशी के आलम में एक चीज़ का ऐलान हो चुका है उस वक्त असी जिहड़ी भी इबादत करांगे अल्लाह रब्बुल इज़्ज़त कबूल फरमाएगा। दूसरी चीज़ ये है कि असी रोज़ा रखने रोज़ा साडी अख का भी रोज़ा है कन्न का भी रोज़ा है जुबान का भी रोज़ा है हत्थां का भी रोज़ा है यानी एक आम लोगों का रोज़ा। हुज्जतुल इस्लाम इमाम गज़ाली अलैहि रहमा फरमाते ने एक आवाम का रोज़ा एक खवास का रोज़ा और एक अक्सरुल खवास का रोज़ा है खास तो भी खास लोगों का रोज़ा है औलिया दा सुलहा दा फुकहा दा रोज़ा है। अवाम का रोज़ा की है कि भई असा रोज़ा रखे सारा दिन भुख बर्दाश्त करनी प्यास बर्दाश्त करनी लेकिन उस दे नाल की है फराइज़ की पाबंदी करनी सही। खास लोगों का की रोज़ा है जदों वो रोज़ा रखते हैं नीयत कर लेंदे रोज़े की लेकिन उस दे नाल उन्हां दी अख बेहयाई तो रुकदी गैर महरम तो नहीं देखती उन्हां दी जुबान तो ऐसे कलिमात जारी नहीं होंदे जिहड़े अल्लाह ते अल्लाह दे रसूल नूं पसंद नहीं ना पसंदीदा अमल सय्यात तो महफूज रहिंदे ने हसनात विच मशगूल रहिंदे उन्हां दी जुबान उन्हां दे कान लगवियात नहीं सुनदे जुबान लगवियात नहीं बोलदी हत्थां दी गिरफ्त जिहड़ी वो नापाक चीज़ां तो दूर रहिंदी उन्हां दे कदम चल के खुदा और खुदा दे रसूल की तरफ जाते हैं दूसरी तरफ नहीं जाते। अक्सरुल खवास का रोज़ा की है उन्हां दा रोज़ा ये वे कि वो जड़ियाँ हलाल चीज़ां ने जिहड़े काम करन वाले ने उन्हां विच भी एहतियात करते हैं यानी बसाओ का तो ऐसा होंदा है कि अगर असी 10 मिनट वास्ते बेवजू रह जाइए तो कोई मसला नहीं शरीयत इजाज़त देंदी है जदों नमाज पढ़ांगे वजू कर लांगे कुरान मजीद की तिलावत करांगे वजू कर लांगे लेकिन खवास लोग की कहते हैं वो कहते हैं हमा वक्त बावजू रहने ताकि कोई एक लम्हा भर भी असी बेवजू ना होइए और अल्लाह तबारक व तआला दी बारगाह अंदर इस्तिग़फ़ार करते रहिए और
ਫਿਰ ਕੀ ਇਹ ਤਸਬੀਹਾਤ ਕਰਦੇ ਰਹੀਏ, ਦਰੂਦ ਪਾਕ ਦੀ ਕਸਰਤ ਹੈ, ਦੁਆਵਾਂ ਨੇ, ਅੱਲਾਹ ਤਬਾਰਕ व तआला ਉਹਨਾਂ ਨੂੰ ਕਬੂਲ ਫਰਮਾ ਲੈਂਦਾ ਹੈ। ਯਾਨੀ ਰੋਜ਼ੇ ਦੇ ਅੰਦਰ ਹਰ ਉਹ ਅਮਲ, ਔਰ ਦੇਖੋ ਜਿਹੜਾ ਬੰਦਾ ਹੀ ਮੂਮਿਨ ਨਾ, ਹਦੀਸ ਮੁਬਾਰਕਾ ਸਰਕਾਰ ਫਰਮਾਉਂਦੇ ਨੇ ਕਿ ਜਦੋਂ ਤੁਸੀਂ ਗੁਨਾਹ ਕਰਦੇ ਹੋ ਨਾ, ਤੁਹਾਡਾ ਜ਼ਮੀਰ ਮਲਾਮਤ ਕਰੇ ਤਾਂ ਸਮਝੋ ਈਮਾਨ ਹੈ। ਯਾਨੀ ਅਸੀਂ ਜਦੋਂ ਗੁਨਾਹ ਦੀ ਤਰਫ ਰਾਗਿਬ ਹੁੰਨੇ ਆ ਨਾ, ਕੋਈ ਐਸਾ ਅਮਲ ਕਰਨੇ ਆ, ਰੋਜ਼ਾ ਦੇਖੋ ਸਾਰਾ ਤਕਵਾ ਹੈ। ਬਿਲਕੁਲ। ਇੱਕ ਬੰਦਾ ਹੈ, ਦਰਵਾਜ਼ੇ ਬੰਦ ਨੇ, ਖਾਣਾ ਪਿਆ ਹੋਵੇ, ਪਾਣੀ ਪਿਆ ਹੋਵੇ, ਮਸ਼ਰੂਬ ਪਏ ਹੋਣ, ਇੱਕ ਬੱਚੇ ਨੇ ਵੀ ਰੋਜ਼ਾ ਰੱਖਿਆ ਹੋਵੇ ਨਾ, ਉਹਨੂੰ ਤੁਸੀਂ ਕਹੋ ਬੇਟਾ 1000 ਰੁਪਏ ਲੈ ਲੈ ਤੇ ਖਾ ਲੈ, ਉਹ ਕਹੇਗਾ ਮੈਂ ਨਹੀਂ ਖਾਵਾਂਗਾ, ਮੈਂ ਰੋਜ਼ਾ ਰੱਖਿਆ ਅੱਲਾਹ ਵਾਸਤੇ। ਔਰ ਹਰ ਚੀਜ਼ ਦਾ ਅਜਰ ਔਰ ਜਜ਼ਾ ਅੱਲਾਹ ਰੱਬੁਲ ਇੱਜ਼ਤ ਨੇ ਦੱਸ ਦਿੱਤੀ ਸਾਨੂੰ, ਆ ਹਦੀਸ ਮੁਬਾਰਕਾ ਵਿੱਚ ਮਿਲਦੀ ਹੈ। ਲੇਕਿਨ ਰੋਜ਼ੇ ਦੇ ਬਾਰੇ 'ਚ ਫਰਮਾਇਆ ਗਿਆ ਰੋਜ਼ਾ ਮੇਰੇ ਵਾਸਤੇ ਵੇ, ਇਹਦਾ ਅਜਰ ਵੀ ਮੈਂ ਹੀ ਦੇਵਾਂਗਾ, ਇਹਦਾ ਅਜਰ ਮੈਂ ਹੀ ਅਤਾ ਫਰਮਾਵਾਂਗਾ। ਇਸ ਵਾਸਤੇ ਬਿਲਖਸੂਸ एहतियात ਇਹ ਲਾਜ਼ਮ ਨੇ ਕਿ ਅਸੀਂ ਰੋਜ਼ੇ ਦੀ ਹਾਲਤ ਵਿੱਚ ਹੋਈਏ, ਸਾਡੇ ਕੋਲ ਕਿਸੇ ਦਾ ਦਿਲ ਨਾ ਦੁਖੇ, ਸਾਡੀ ਜ਼ੁਬਾਨ ਤੋਂ ਐਸਾ ਜੁਮਲਾ ਨਾ ਜਾਰੀ ਹੋਵੇ ਜਿਹੜਾ ਕਿਸੇ ਨੂੰ ਤਕਲੀਫ ਦੇਵੇ, ਔਰ ਸਾਡੇ ਵਜੂਦ ਤੋਂ ऐसे अमल सरजद होन जिन्हां तो लोगों को फायदा मिले। हदीस मुबारका में नबी अकरम सल्लल्लाहु अलैहि वसल्लम इरशाद फरमाते हैं खैरुन नास मन यनफउन नास, बेहतरीन लोग ने जिन्हां को दूसरे लोगों को फायदा मिले। और दूसरे लोगों को फायदा क्या सिर्फ उन्होंने पैसे दे देना फायदा है या रोटी खिला देना फायदा है? हर मामलात जिंदगी के अंदर तुसी किसी नाल मुस्कुरा के गुफ्तगू करते हो, अगले बंदे दिल खुश हो जाता है, खंदा पेशानी नाल पेश आते हो, ये भी सदका जारी है। और नबी अकरम सल्लल्लाहु अलैहि वसल्लम ने इरशाद फरमाया 3 अमल ऐसे ने कि मरण तो बाद भी बंदा मरदा नहीं, ਉਹਦੇ ਵਿੱਚ ਇੱਕ ਕੀ ਹੈ सदका जारिया। वो सदका जारिया की है अल्लाह की मखलूक ਨੂੰ फायदा देना, हमदर्दी, गम गुसारी, इसार, मुहब्बत, इखलाक, लोगों नाल ऐसे रवैये इख्तियार करो। तुसी अगर किसी आफिस में मुलाजिम हो, लोग तुहाडे कोल आउंदे ने, पब्लिक प्लेस ते बैठे हो, इस तरीके नाल गुफ्तगू करो। तुसी वैसे भी काम उन्हां दा कर देना, लेकिन जदों तुसी मुहब्बत नाल अच्छा बोल बोलदे हो किसी वास्ते ते वो बंदा अपना खुश हो जाता है। और की एक पंजाबी शायर बल्कि रूमी कश्मीर का शेर है कि दुनिया उत्ते रख फकीरा ऐसा बैन खलोन, तू आवें ते हसन लोकी टुर जावें ते रोन। तेरा बोल ऐसा होवे और तेरे अंदाज ऐसे होन, तेरी मुस्कुराहट ऐसी होवे, तेरे अमल ऐसे होन कि लोगों को फायदा मिले, लोग तेरे तो राजी होन। जदों लोग तेरे तो राजी होंगे तो तेरा रब तेरे तो राजी हो जाएगा। बिल्कुल जी। अच्छा प्रोफेसर साहबा, बहुत सारी ऐसी हालत होंगी जिन्हां विच इंसान रोज़ा नहीं रख सकता, बीमारी की हालत, सफ़र की हालत और बहुत सारी ऐसी, जो लोग रोज़ा नहीं रख सकते वो फिर किदां इस चीज़ नूं कंपनसेट कर सकते हैं, उन्हां वास्ते की हुक्म है? बिस्मिल्लाहिर्रहमानिर्रहीम। सूरह बकरा च अल्लाह ताला दा हुक्म है, पहला हुक्म है सी कि अगर कोई सफ़र की हालत विच होवे या बीमारी की हालत विच होवे तो रोज़ा ना रखे, लेकिन अपना रोज़े का जिहड़ा राशन है, फिदिया है, वो किसी मिसकीन ज़रूरतमंद नूं दे दे। सही। उस तो बाद इस हुक्म नूं अल्लाह ताला ने नस्ख करके यह हुक्म दिता कि हुण अगर किसी वजह नाल रोज़ा छूट जाएगा, सफ़र की हालत की वजह नाल या किसी बीमारी की हालत की वजह नाल, फ़इद्दतुम मिन अय्यामिन उखर, गिनती रोज़ियां की पूरी करनी लाजमी है। सही। मतलब तुसी सफ़र च गए सो, तुहाडे 6-7 रोज़े छूट गए, कोई बीमार हो गया ਉਹਦੇ 5-6 रोज़े छूट गए, तो ਜਦੋਂ ਉਹ सेहतमंद हो जाएगा तो रोज़े जिन्ने भी छूटे ने वो वापस रखने पैणगे। अच्छा, पूरे करने हैं, चाहे फिदिया भी देता हो। और इस चीज़ की एजुकेशन मेरा ख्याल है कि साडे नाज़रीन नूं भी होनी चाहिए। मोस्टली तो सब नूं पता ही हुंदा है, लेकिन आम तौर पर होंदा ना कि मैं नाजुक मिजाज बच्चों नूं देखिया, हल्की जी सिर च दर्द हो रही है तो चलो चलो बेटा रोज़ा छोड़ दो, कोई बात नहीं, छोड़ दो, कल रख लेना, या इस तरीके ना पढ़ाई का बर्डन है तो छोड़ दो। लेकिन जो किसी को पता होंदा ना कि मैं जो रोज़ा छोड़ रहा, छोड़न की इजाजत है, छोड़िया मैंने बाद च गिनती पूरी करनी पेगी। और रोज़ियां दे विच किसी दे नाल रोज़ा रखना बड़ा आसान होंदा है, लेकिन रमज़ान तो बाद आम दिनों ਜਿਹੜੇ रोज़े रखने ने बहुत मुश्किल लगते हैं। तो लिहाजा मुसलमान होने की हैसीयत नाल साडे बच्चियां नूं, साडियां प्यारियां बच्चियां नूं, लड़कियां नूं पता होना चाहिए कि रोज़ा अगर छोड़िया तो इसकी कज़ा लाजमी है, ਇਹ ਤੁਹਾਨੂੰ ਲਾਜ਼ਮੀ ਪੂਰਾ ਕਰਨਾ ਪਏਗਾ। ਤੇ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਹਾਂ ਤੇ ਫਿਰ ਮਾਮੂਲੀ ਚੀਜ਼ ਉਹਨਾਂ ਦੇ ਆੜੇ ਨਹੀਂ ਆਉਂਦੀ। ਬੱਚੇ ਜਿਹੜੇ ਨੇ ਉਹ ਫਿਰ ਆਪਣਾ ਰੋਜ਼ਾ ਰੱਖਦੇ ਨੇ ਔਰ ਉਹਨਾਂ ਦਾ ਔਰ ਇਸ ਤਰ੍ਹਾਂ ਦੀ ਜਿਹੜੀ ਐਜੂਕੇਸ਼ਨ ਹੈ ਜਾਂ ਇਸ ਤਰ੍ਹਾਂ ਦੀ ਜਿਹੜੀ ਟ੍ਰੈਡੀਸ਼ਨ ਹੈ ਉਹ ਵੀ ਇੱਕ ਸਦਕਾ ਜਾਰੀ ਹੈ। ਯਾਨੀ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਇਆ, ਤੁਹਾਡੇ ਬੱਚਿਆਂ ਨੇ ਅੱਗੋਂ ਆਪਣੇ ਬੱਚਿਆਂ ਨੂੰ ਸਿਖਾਇਆ, ਤੇ ਜਿਹੜਾ ਸਿਖਾਉਣ ਵਾਲਾ ਹੁੰਦਾ ਹੈ ਉਹ ਜਿਤਨੀ ਦਫਾ ਪੈगाम अगली नस्लों तक जाएगा उन्नी देर वो चीज़ उन्होंने वास्ते सदके जारी बन जाएगी। तो नबी पाक सल्लल्लाहु अलैहि वसल्लम ने जिस तरह के फरमाया कि ईमान दियां 70 तो ऊपर
ਸ਼ੋਬੇ ਨੇ ਔਰ ਉਹਦੇ 'ਚ ਇੱਕ ਸ਼ੋਭਾ ਹੈ ਕਿ ਤੁਸੀਂ ਮੁਸਕਰਾ ਕੇ ਕਿਸੇ ਨੂੰ ਮਿਲੋ। ਤੇ ਇਹ ਜਿਹੜੀ ਕੁਰਾਨ ਮਜੀਦ ਦੀ ਤਾਲੀਮਾਤ ਨੇ, ਅਹਦੀਸ ਦੀਆਂ ਤਾਲੀਮਾਤ ਨੇ, ਸਾਨੂੰ ਚਾਹੀਦਾ ਹੈ ਕਿ ਅਸੀਂ ਰਮਜ਼ਾਨ ਦੀ ਹਾਲਤ 'ਚ ਇੱਕ ਖਾਸ ਟਾਈਮ ਨਿਕਾਲੀ ਆਪਣੇ ਬੱਚਿਆਂ ਦੇ ਵਾਸਤੇ, ਚਾਹੇ ਉਹ ਸਵੇਰ ਦਾ ਟਾਈਮ ਹੈ ਜਾਂ ਸ਼ਾਮ ਦਾ ਟਾਈਮ ਹੈ, ਤੇ 10-15 ਮਿੰਟ ਇਸਲਾਮਿਕ ਹਿਸਟਰੀ ਦੇ ਬਾਰੇ 'ਚ ਆਪਣੇ ਬੱਚਿਆਂ ਨੂੰ ਇਸਲਾਮਿਕ ਹਿਸਟਰੀ ਮੈਂ ਇਸਲਾਮਿਕ ਹਿਸਟਰੀ ਤੋਂ ਮੁਰਾਦ ਮੇਰਾ ਇਹ ਬੜੀ ਜ਼ਬਰਦਸਤ ਚੀਜ਼ ਹੈ ਕਿ ਜਿਹੜੇ ਨਬੀਆਂ ਦੇ ਵਾਕਿਆਤ ਕੁਰਾਨ ਮਜੀਦ 'ਚ ਬਿਆਨ ਹੋਏ ਨੇ ਨਾ, ਸਾਡੇ ਨਾਜ਼ਰੀਨ ਨੂੰ ਆਪਣੇ ਬੱਚਿਆਂ ਨੂੰ ਸੁਣਾਉਣ। ਮਿਸਾਲ ਦੇ ਤੌਰ ਤੇ ਹਜ਼ਰਤ ਯੂਸਫ ਅਲੈਹਿਸਸਲਾਮ ਦਾ ਵਾਕਿਆ ਸੂਰੇ ਯੂਸਫ 'ਚ ਹੈ। ਕੈਰੈਕਟਰ ਬਿਲਡਿੰਗ ਦੇ ਇਤਬਾਰ ਨਾਲ ਮੈਂ ਸਮਝਨੀ ਆ ਕਿ ਸੂਰੇ ਯੂਸਫ ਬਿਹਤਰੀਨ ਸੂਰਾ ਹੈ। ਕਰੈਕਟਰ ਕਿ ਸੱਚਾਈ ਵਾਸਤੇ ਕਿਸ ਤਰ੍ਹਾਂ ਖੜੇ ਹੋਣਾ ਹੈ, ਅੱਲਾ ਦੀ ਰਾਹ 'ਚ ਆਜ਼ਮਾइश ਆ ਗਈ ਹੈ ਤੇ ਆਜ਼ਮਾइश ਨੂੰ ਕਿਸ ਤਰ੍ਹਾਂ ਫੇਸ ਕਰਨਾ ਹੈ, ਅਗਰ ਅੱਲਾ ਵੱਲੋਂ ਕੋਈ ਨੇਮਤ ਆ ਗਈ ਹੈ ਤੇ ਉਹਨੂੰ ਮੈਂ ਕਿਸ ਤਰੀਕੇ ਸੇ ਨਾਲ ਡਿਸਟ੍ਰੀਬਿਊਟ ਕਰਨਾ ਹੈ ਮੁਆਸ਼ਰੇ 'ਚ ਔਰ ਆਪਣੇ ਆਪ 'ਚ, ਕਿਸੇ ਨੂੰ ਮਾਫ ਕਿਸ ਤਰ੍ਹਾਂ से करना है, अगर कोई ਜਿਹੜਾ औरत और मर्द का रिलेशनशिप का मसला पैदा आएगा तो एक मर्द नूं या एक औरत नूं अपने कैरेक्टर नूं किस तरह स्ट्रोंग बनाना है, तो इस वास्ते कुरान मजीद ने सूरह यूसुफ नूं आसनुल कसस किया है। और बाकी भी नबियां दे जदों असीं वाक़यात अपने बच्चों नूं सुनाने हैं तो जदों अख खोलदे होए वाक़यात सुन रहे हुंदे ने तो मैं समझनी है कि जबरदस्त कैरेक्टर बिल्डिंग हुंदी है बच्चों की। बिल्कुल, तो जरूर इस चीज़ का एहतमाम करना चाहिए जी। अच्छा जी, अलावा साहब तुहाडे कोलों मेरा क्वेश्चन है कि इस वक्त साढ़े मुआशरे विच बहुत ज़्यादा ट्रेंड है, असी जिस खिते विच रह रहे हैं दावतां दा एहतमाम करना, इस चीज़ नूं अगर असी रमज़ान दे हवाले नाल देखिए तो इहदी अहमियत उत्थे किस नज़र नाल लई जांदी है? देखो जी, मेहमान नवाजी अल्लाह रब्बुल इज़्ज़त दा महबूब अमल है। यानी मेहमान नवाज हज़रत इब्राहीम अलैहिस्सलाम इतने मेहमान नवाज कि आपने सारी जिंदगी अकेले खाना नहीं खाता, कलिया खाना नहीं खाता। आपका दिल हुंदा सी कि कोई मेहमान मेरे नाल होवे। एक दिन आप बैठे थे मेहमान कोई नहीं, आप बड़े परेशान, आप बाहर निकले, एक उत्थे आप निकले, एक बंदा मिलिया, खूबसूरत चेहरा है, नूरानियत वाला है, उम्र सीधा आदमी है। आपने फरमाया मेहमान तो बड़ा अच्छा मिले, नेक, ਉਹਨੂੰ ਲੈ ਕੇ ਆਏ। ਜਦੋਂ ਸਾਹਮਣੇ ਬੈਠਾ ਨਾ ਜੀ ਤੇ ਖਾਣਾ ਲੱਗੇ ਖਾਣ, ਆਪਨੇ ਉਹਨੂੰ ਫਰਮਾਇਆ ਵੀ ਸ਼ੁਰੂ ਕਰ, ਤੇ ਉਹਨੇ ਬਿਸਮਿਲ੍ਲਾ ਨਹੀਂ ਪੜੀ। ਆਪਨੇ ਫਰਮਾਇਆ ਅੱਲਾ ਦੇ ਨਾਂ ਨਾਲ ਸ਼ੁਰੂ ਕਰ। ਉਹਨੇ ਕਿਹਾ ਮੈਂ ਤੇ ਅੱਲਾ ਨੂੰ ਮੰਨਦਾ ਹੀ ਨਹੀਂ, ਮੈਂ ਤਾਂ ਮਜੂਸੀ ਆ। ਆਪਨੇ ਫਰਮਾਇਆ ਉੱਠ ਚਲਾ ਜਾ, ਤੂੰ ਮੇਰਾ ਖਾਣਾ ਜਿਹੜਾ ਨਾ ਉਹ ਆਪਣਾ ਖਰਾਬ ਕਰ ਦਿੱਤਾ ਹੈ। ਤੇ ਅੱਲਾ ਰੱਬੁਲ ਇੱਜ਼ਤ ਦਾ ਪੈਗਾਮ ਆਇਆ, ਪਿਆਰੇ ਆਪਣੇ ਇਬਰਾਹੀਮ कितनी उम्र होएगी इस बंदे की? अर्ज किया 70-80 साल या जितनी भी सी। फरमाया इतने साल हो गए ने मैं बगैर अपना नाम लैन तो रोटी दे रहा। सुभान अल्लाह। तू एक टाइम नहीं दे सकिया। फिर आप गए, उन्होंने वापस लैके आए। उन्होंने कहा कि तू पहले मेरे नाल इतना सख्त लहजा सी, हुण इतना नरम है। आपने फरमाया मेरे रब का हुक्म आया, वो बंदा मुसलमान हो गया, आपका कलमा पढ़ लिया। यानी मेहमान नवाजी अल्लाह रब्बुल इज़्ज़त नूं इतना महबूब अमल है। आम दिनां च भी असीं मेहमान नवाजी करिए तो खुदा ताला बड़ी पसंद फरमांदा है। और फिर माह रमज़ान अल मुबारक विच जदों अपना रोजे की हालत विच होवे मेहमान, उन्हें रोज़ा भी रखिया होवे, दो दर्जे अलामा साहब वेले दी जिवें कि काटे ते छेती छेती कोई जो तुसी आखिरी अल्फाज अपने देखण वालियां नूं सुनन वालियां नूं कहना चाहो रमज़ान दे हवाले नाल? जी मैं जिहड़ी गल असां शुरू कीती है यही पैगाम दे देंगा कि जदों आम दिनां विच असीं मेहमान नूं बुलाईए ते बड़ा अजर ते सवाब है। जदों मेहमान आवे उन्हें रोज़ा भी रखिया होवे, असीं उन्हें रोज़ा अफ्तार भी करवाइए, नाले मेहमान नवाजी करिए ते फिर अल्लाह तबारक व तआला दियां रहमतां हासिल करिए। बिल्कुल। अच्छा जी, ये नाल ही नाज़रीन अज दे प्रोग्राम दा वेला खत्म होया। उम्मीद आ कि तुसी भी इस गुफ्तगू तो बहुत कुछ सीखा होएगा। बहुत सीखण वालियां गल्लां सी और बहुत मुफीद मशवरे भी सन कि किवें अपने रमज़ान नूं बहुत खूबसूरत और बहुत ज़्यादा रूहानियत वाला, अच्छी इबादतां वाला बनाया जा सकता है। असी आदिल साहब कोलों नात सुनांगे और उस तो बाद तुहानूं मिलांगे अगले हफ्ते। साडे वल्लों अल्लाह हाफिज़। मंगो दुआए शाला इंज दा नसीब होवे, जद मौत आवे मैनू सोना करीब होवे, जद मौत आवे मैनू सो
ਕਰੀਬ ਹੋਵੇ। ਮੁਨਕਰ ਨਕੀਰ ਦੇ ਮੈਂ ਸਾਰੇ ਜਵਾਬ ਦੇ ਸਾਂ। ਅੱਖੀਆਂ ਦੇ ਸਾਹਮਣੇ ਜੇ ਰੱਬ ਦਾ ਹਬੀਬ ਹੋਵੇ। ਅੱਖੀਆਂ ਦੇ ਸਾਹਮਣੇ ਜੇ ਰੱਬ ਦਾ ਹਬੀਬ ਹੋਵੇ। ਆਲੇ ਨਬੀ ਦਾ ਪੱਲਾ ਫੜ ਲੈ ਜੇ ਚਾਵਦਾ ਏ। ਵਕਤੇ ਨਜ਼ਾ ਤੋਂ ਪਹਿਲੋਂ ਕਲਮਾ ਨਸੀਬ ਹੋਵੇ। ਕੀ ਪੁੱਛਦਾ ਏ ਮੇਰੇ ਤੋਂ ਸੋਹਣੇ ਦੀਆਂ ਅਤਾਵਾਂ। ਜਿਨੂੰ ਹੈਰ ਪਾਵੇ ਸੋਹਣਾ ਨਾ ਕਦੀ ਗਰੀਬ ਹੋਵੇ। ਜਿਨੂੰ ਹੈਰ ਪਾਵੇ ਸੋਹਣਾ ਨਾ ਕਦੀ ਗਰੀਬ ਹੋਵੇ। ਐ ਕਾਸ਼ ਕੇ ਬੁਲਾਵਾ ਸੋਹਣੇ ਦੇ ਦਰ ਤੋਂ ਆਵੇ। ਦੁੱਖ ਦਰਦ ਹੋਣ ਮੇਰੇ ਸੋਹਣਾ ਤਬੀਬ ਹੋਵੇ। ਦੁੱਖ ਦਰਦ ਹੋਣ ਮੇਰੇ ਸੋਹਣਾ ਤਬੀਬ ਹੋਵੇ। ਮੰਗੋ ਦੁਆ ਇਨਸ਼ਾਅੱਲਾ ਇੰਜ ਦਾ ਨਸੀਬ ਹੋਵੇ। ਜਦ ਮੌਤ ਆਵੇ ਮੈਨੂੰ ਸੋਹਣਾ ਕਰੀਬ ਹੋ